ਨਵਰੰਗ ਟੀਵੀ ਤੇ ਪ੍ਰੋਗਰਾਮ ਇੱਕ ਨਜ਼ਰ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ। ਮੈਂ ਹਾਂ ਜੀ ਮਨਪ੍ਰੀਤ ਧਾਮੀ ਤੇ ਮੈਂ ਹਰਮਿੰਦਰ ਸਿੰਘ ਬਸਰਾ ਅੱਜ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਨਜ਼ਰ ਰੱਖਾਂਗੇ ਅੱਜ ਕਿ ਜੋ ਅੱਜ ਪਹਿਲਾ ਦਿਨ ਸੀ ਕਿ ਜੋ ਟਾਈਮਿੰਗ ਚੇਂਜ ਹੋਈ ਹੈ। ਪਹਿਲਾਂ 7 ਤੋਂ 11 ਵਜੇ ਤੱਕ ਬਾਜ਼ਾਰ ਖੁੱਲਦੇ ਸੀ, ਉਹ ਵੀ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਉਹ ਖੁੱਲਦੀਆਂ ਸੀ। ਉਸ ਤੋਂ ਬਾਅਦ ਚੰਗੀ ਤਰੀਕੇ ਨਾਲ ਦੁਕਾਨਾਂ ਖੁੱਲਣ ਲਈ ਅੱਜ ਪਹਿਲਾ ਦਿਨ ਸੀ 9 ਤੋਂ 1 ਵਜੇ ਤੱਕ, ਤੇ ਉਹਦੇ ਵਿੱਚ ਜਿੱਦਾਂ ਹੀ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਤੇ ਦੁਕਾਨਾਂ ਬੰਦ ਹੋ ਗਈਆਂ ਤੇ ਲੋਕੀ ਆਪਣੇ ਘਰ ਬੈਠ ਕੇ ਸਾਡਾ ਅੱਜ ਪ੍ਰੋਗਰਾਮ ਵੀ ਦੇਖਦੇ ਹੋਣਗੇ। ਤੇ ਇਹਦੇ ਤੋਂ ਵੀ ਨਜ਼ਰ ਰੱਖਾਂਗੇ ਪ੍ਰਸ਼ਾਸਨ ਨੇ ਕਿਹੜੇ ਅਰੇਂਜਮੈਂਟ ਕੀਤੇ, ਲੋਕ ਕਿਸ ਤਰੀਕੇ ਨਾਲ ਬਾਜ਼ਾਰ ਦੇ ਵਿੱਚ ਆਏ ਤੇ ਹੋਰ ਕਿਹੜੀ ਚੀਜ਼ ਦੇ ਲਈ ਲੋਕਾਂ ਨੂੰ ਖਰੀਦਣ ਦੀ ਜਿਹੜੀ ਆ ਉਹ ਦੌੜ ਲੱਗੀ, ਤੇ ਕਰੋਨਾ ਦੀ ਕੀ ਪੋਜੀਸ਼ਨ ਆ ਪੂਰੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤੇ ਵਿਦੇਸ਼ ਦੇ ਵਿੱਚ, ਤੇ ਇਹ ਸਾਰੀਆਂ ਦੇ ਉੱਤੇ ਗੱਲਾਂ ਦੇ ਉੱਤੇ ਅਸੀਂ ਰੱਖਾਂਗੇ ਇੱਕ ਨਜ਼ਰ। ਤੇ ਪਹਿਲਾਂ ਅੱਜ ਦੀ ਰਿਪੋਰਟ। ਤੇ ਸਰ ਅੱਜ ਦੀ ਰਿਪੋਰਟ ਜਿਹੜੀ ਕੋਵਿਡ-19 ਦੀ ਹੈਗੀ ਹੈ ਉਹਦੇ ਵਿੱਚ 1278 ਜਿਹੜੇ ਹੁਣ ਤੱਕ ਪੀੜਤ ਹੈਗੇ ਸੀ, ਤੇ ਉਹਦੇ ਵਿੱਚ ਜਿਹੜੇ ਨਵੇਂ ਕੇਸ ਹੁਣ 42 ਗੁਰਦਾਸਪੁਰ ਦੇ ਆ ਗਏ ਨੇ, 1300 ਕ੍ਰਾਸ ਹੋ ਗਿਆ, ਮਤਲਬ 1300 ਅਸੀਂ ਜਿਹੜਾ ਕ੍ਰਾਸ ਕਰ ਗਏ ਆ। ਤੇ ਹੁਣ ਤਾਂ ਅਸੀਂ ਸਹੀ ਫਿਗਰ ਵੀ ਜਿਹੜੀ ਆ ਉਹ ਨਹੀਂ ਦੇ ਸਕਦੇ, ਕਿਉਂਕਿ ਪਤਾ ਨਹੀਂ ਜਦ ਤੱਕ ਅਸੀਂ ਗੱਲ ਕਰਦੇ ਹੁੰਦੇ ਆ ਉਨੀ ਦੇਰ ਤੱਕ ਕਿਸੇ ਨਾ ਕਿਸੇ ਰਿਪੋਰਟਸ ਜਿਹੜੀਆਂ ਆ ਉਹ ਆ ਜਾਂਦੀਆਂ, ਕਿਸੇ ਨਾ ਕਿਸੇ ਜ਼ਿਲ੍ਹੇ ਦੀਆਂ, ਕਿਸੇ ਨਾ ਕਿਸੇ ਏਰੀਆ ਦੀਆਂ, ਜਿਸ ਦੇ ਨਾਲ ਉਹ ਰੈਗੂਲਰ ਜਿਹੜੇ ਵੱਧਦੇ ਪਏ ਨੇ ਜੀ। ਕਿਉਂਕਿ ਮੇਰੇ ਕੋਲ ਪਹਿਲਾਂ ਜਿਹੜਾ ਪ੍ਰੋਗਰਾਮ ਦੇ ਲਈ ਮੈਂ ਰਿਪੋਰਟ ਜਿਹੜੀ ਆਪਣੇ ਕੋਲ ਲਿਖੀ ਸੀ ਉਹਦੇ ਚ 1278 ਸੀ, ਤੇ ਆਪਣੇ ਪ੍ਰੋਗਰਾਮ ਸ਼ੁਰੂ ਹੁੰਦੇ ਜਿਹੜੇ 42 ਕੇਸ ਗੁਰਦਾਸਪੁਰ ਦੇ ਆ ਗਏ ਨੇ, 9 ਜਿਹੜੇ ਜਲੰਧਰ ਦੇ ਤੇ ਹੋਰ ਵੀ ਕਈ ਇਲਾਕਿਆਂ ਦੇ ਆ ਗਏ ਨੇ। ਅਸੀਂ ਇਹ ਕਹਿ ਸਕਦੇ ਕਿ ਅਸੀਂ 1300 ਦਾ ਜਿਹੜਾ ਅੰਕੜਾ ਉਹ ਪਾਰ ਕਰ ਲਿਆ, ਤੇ ਹੁਣ ਤੱਕ ਜਿਹੜੀਆਂ 23 ਮੌਤਾਂ ਹੋ ਗਈਆਂ ਨੇ ਇਸ ਮਹਾਮਾਰੀ ਦੇ ਕਾਰਨ, ਤੇ 6118 ਜਿਹੜੇ ਰਿਜ਼ਲਟ ਦੀ ਹਜੇ ਵੇਟ ਕੀਤੀ ਜਾ ਰਹੀ ਹੈ ਕਿ ਇੱਕ ਪੋਜ਼ਿਟਿਵ ਆ ਰਿਹਾ ਜਾਂ ਨੈਗੇਟਿਵ ਆ ਰਿਹਾ। ਪਰਮਾਤਮਾ ਕਰੇ ਚੰਗੀਆਂ ਖਬਰਾਂ ਜਿਹੜੀਆਂ ਹੁਣ ਗਾਹ ਆਉਣ, ਕਿਉਂਕਿ ਅਸੀਂ ਬੜੀ ਤੇਜ਼ੀ ਨਾਲ ਜਿਹੜਾ ਅੰਕੜਾ ਉਹ ਲੈ ਕੇ ਮਤਲਬ ਭੱਜ ਰਹੇ ਹਾਂ, ਹਨਾ। ਤੇ ਨਾਲ ਦੀ ਨਾਲ 19460 ਜਿਹੜੇ ਮਰੀਜ਼ ਅਜਿਹੇ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ, 9033 ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਕੁਆਰੰਟਾਈਨ ਉਹ ਕੀਤਾ ਗਿਆ। ਤੇ ਮਨਪ੍ਰੀਤ ਜਿੱਦਾਂ ਇਹ ਤੇਜ਼ੀ ਦੇ ਨਾਲ ਇਹ ਅੰਕੜਾ ਵਧਿਆ ਆ, ਜਦੋਂ ਆਪਾਂ ਗੱਲ ਕਰਦੇ ਸੀ ਕਿ ਜਿਹੜਾ ਆਹ ਹਫਤਾ ਆ ਨਾ ਇਹ ਹਜੇ ਮੇਰੇ ਹਿਸਾਬ ਨਾਲ ਹੋਰ ਹਜੇ ਇਹ ਅੰਕੜਾ ਵਧੇਗਾ, ਕਿਉਂਕਿ ਹੋਰ ਵੀ ਜਿਹੜੇ ਹੁਣ ਮਜ਼ਦੂਰ ਨੇ ਜਾਂ ਹੋਰ ਬਹੁਤ ਸਾਰੇ ਲੋਕ ਆ ਜਿਹੜਾ ਇੱਥੋਂ ਆਪਾਂ ਇਹ ਗੱਲ ਇਹ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਨਾ ਉਹ ਵਾਪਸ ਜਾ ਰਹੇ ਨੇ, ਤੇ ਆਪਣੇ ਜਿਹੜੇ ਉਧਰ ਬਾਹਰ ਕੰਮ ਕਰਦੇ ਨੇ ਪੰਜਾਬੀ, ਕਿਸੇ ਕੋਈ ਵਿਸ਼ਾਖਾਪਟਨਮ ਕੰਮ ਕਰ ਰਿਹਾ, ਕੋਈ ਕਿਸੇ ਜਗ੍ਹਾ ਤੇ ਕੰਮ ਕਰ ਰਿਹਾ, ਕਿਸੇ ਜਗ੍ਹਾ ਤੇ ਕੰਮ ਕਰ ਰਿਹਾ, ਉਹ ਵਾਪਸ ਆ ਰਹੇ ਨੇ ਜੀ। ਤੇ ਉਹ ਜਿੱਦਾਂ ਇੱਥੇ ਆਉਣਗੇ ਉਦਾਂ ਸਾਨੂੰ ਲੱਗਦਾ ਆ ਕਿ ਉਹਨਾਂ ਵਿੱਚੋਂ ਕੁਝ ਨਾ ਕੁਝ ਪੋਜ਼ਿਟਿਵ ਨਿਕਲ ਸਕਦੇ ਆ, ਜਿਸ ਦੇ ਕਰਕੇ ਇਹ ਜਿਹੜੀ ਸਾਡੀ ਗਿਣਤੀ ਆ ਬਸ ਆ ਰਹੀ ਆ। ਤੇ ਕਾਲਰ ਜਿਹੜੇ ਆ ਸਾਡੇ ਨਾਲ ਜੁੜੇ ਨੇ, ਪਹਿਲਾਂ ਆਪਾਂ ਕਾਲ ਲੈ ਲੈਂਦੇ ਆ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਸਰ ਮੈਂ ਬੇਕਾ ਤੋਂ ਗੱਲ ਕਰ ਰਹੀ ਹਾਂ। ਹਾਂਜੀ ਬੋਲੋ ਜੀ। ਸਰ ਮੈਂ ਉਹ ਕਰਨਾ ਸੀਗਾ ਕਿ ਸਰਕਾਰ ਨੇ ਜਿੱਦਾਂ ਕਿ ਹੁਣ ਭੇਜੇ ਹੋਏ ਆ ਹਰ ਪਿੰਡ ਦੇ ਵਿੱਚ ਰਾਸ਼ਨ ਵਗੈਰਾ ਭੇਜਿਆ ਹੋਇਆ, ਦਾਣੇ ਮਿਲ ਰਹੇ ਆ, ਦਾਲਾਂ ਮਿਲ ਰਹੀਆਂ। ਹਾਂਜੀ। ਬਟ ਉਹ ਜਿੱਦਾਂ ਸਾਡੇ ਪਿੰਡ ਵਿੱਚ ਉਹ ਸਾਰੇ ਲੋਕਾਂ ਨੂੰ ਦੇ ਨਹੀਂ ਰਹੇ, ਉਹ ਕਹਿ ਰਹੇ ਆ ਜਸਟ ਜਿਨ੍ਹਾਂ ਕੋਲ ਨੀਲੇ ਕਾਰਡ ਆ ਉਹਨਾਂ ਨੂੰ ਹੀ ਮਿਲਦੇ ਆ। ਇਹਦਾ ਹੈ ਜੀ ਦੋ ਤਰੀਕੇ ਨੇ, ਇੱਕ ਤਾਂ ਜਿਹੜਾ ਡਿਪੂ ਦੇ ਉੱਤੇ ਨੀਲੇ ਕਾਰਡ ਵਾਲਿਆਂ ਲਈ ਕਣਕ ਆਉਂਦੀ ਆ ਉਹ ਤਾਂ ਸਿਰਫ ਉਹਨਾਂ ਨੂੰ ਹੀ ਮਿਲਣੀ ਆ, ਲੇਕਿਨ ਜਿਹੜਾ ਉਦਾਂ ਰਾਸ਼ਨ ਸਰਕਾਰ ਵੱਲੋਂ ਭੇਜਿਆ ਗਿਆ ਆ, ਜਿਹੜਾ ਆਪਾਂ ਇਸ ਤਰਾਸਦੀ ਦੇ ਮੌਕੇ ਦੇ ਉੱਤੇ ਭੇਜਿਆ ਗਿਆ ਆ, ਉਹ ਨੀਲੇ ਕਾਰਡ ਵਾਲਿਆਂ ਲਈ ਨਹੀਂ ਹੈਗਾ, ਉਹ ਸਾਰਿਆਂ ਦੇ ਲਈ ਆ। ਉਹ ਕੋਈ ਵੀ ਗਰੀਬ ਹੋ ਸਕਦਾ, ਕਿਸੇ ਵੀ ਜਾਤ ਧਰਮ ਕਿਸੇ ਨਾਲ ਵੀ ਸੰਬੰਧ ਹੋ ਸਕਦਾ ਆ, ਜਿਸ ਨੂੰ ਜਿੱਦਾਂ ਫ੍ਰੀ ਵਿੱਚ ਦਾਣੇ ਤੇ ਦਾਲ ਮਿਲ ਰਹੀ ਆ ਉਹ ਸਾਰਿਆਂ ਲਈ ਆ ਜਿੱਦਾਂ। ਹਾਂਜੀ ਉਹ ਸਾਰਿਆਂ ਲਈ ਆ ਜੀ। ਹਾਂਜੀ ਬਟ ਉਹ ਦੇ ਨਹੀਂ ਰਹੇ ਸਾਨੂੰ, ਇੱਥੇ ਪਿੰਡ ਵਿੱਚ ਸਾਨੂੰ ਪ੍ਰੋਬਲਮ ਆ ਰਹੀ ਆ ਇਹ, ਕਿਉਂਕਿ ਉਹ ਜਿਹੜੀ ਆ ਤਕਰੀਬਨ ਅੱਧੀ ਆਬਾਦੀ ਜਿੰਨੀ ਪੰਜਾਬ ਦੀ ਹੈਗੀ ਆ ਉਹਨਾਂ ਨੂੰ ਮਿਲਣੀ ਆ। ਅਗਰ ਉਹ ਨਹੀਂ ਦੇ ਰਹੇ ਤਾਂ ਉਹਨਾਂ ਦੀ ਗਲਤੀ ਆ, ਕਿਉਂਕਿ ਪ੍ਰਾਪਤ ਮਾਤਰਾ ਦੇ ਵਿੱਚ ਜਿਹੜੀਆਂ ਸਰਕਾਰਾਂ ਵੱਲੋਂ ਉਹ ਭੇਜਿਆ ਜਾ ਰਿਹਾ ਆ। ਤੇ ਕਿਤੇ ਨਾ ਕਿਤੇ ਤੁਸੀਂ ਜਿਹੜੇ ਤੁਹਾਡੇ ਇੱਥੇ ਲੋਕਲ ਪ੍ਰਸ਼ਾਸਨ ਦੇ ਅਧਿਕਾਰੀ ਆ, ਤੁਸੀਂ ਉਹਨਾਂ ਨਾਲ ਗੱਲ ਕਰੋ। ਅਸੀਂ ਵੀ ਆਪਣੇ ਤੌਰ ਦੇ ਉੱਤੇ ਇਹਦੀ ਜਿਹੜੀ ਆ ਤੁਹਾਡਾ ਗੁਰਾਇਆ ਪੈ ਜਾਂਦਾ ਨਾ ਜੀ। ਹਾਂਜੀ ਸਰ। ਹਾਂ ਅਸੀਂ ਵੀ ਆਪਣੇ ਤੌਰ ਦੇ ਉੱਤੇ ਆਪਣੀਆਂ ਟੀਮਾਂ ਭੇਜ ਕੇ ਇਸ ਚੀਜ਼ ਤੇ ਚੈੱਕ ਕਰਵਾਉਂਦੇ ਆ ਕਿ ਪ੍ਰਸ਼ਾਸਨ ਜਿਹੜਾ ਆ ਜਾਂ ਜਿਹੜੇ ਲੋਕਲ ਨੇਤਾ ਨੇ ਉਹ ਠੀਕ ਤਰੀਕੇ ਦੇ ਨਾਲ ਇਹ ਚੀਜ਼ਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਨੇ। ਜੇ ਨਹੀਂ ਕਰ ਰਹੇ ਨੇ ਤਾਂ ਅਸੀਂ ਆਪਣੇ ਚੈਨਲ ਦੇ ਉੱਤੇ ਦਿਖਾ ਕੇ ਜਿਹੜੀ ਆ ਉਹਨਾਂ ਤੋਂ ਇਸ ਦੇ ਬਾਰੇ ਸਵਾਲ ਵੀ ਪੁੱਛਾਂਗੇ। ਹਾਂਜੀ ਸਰ ਤੁਸੀਂ ਅਗਰ ਹੋ ਸਕਦਾ ਤਾਂ ਜ਼ਰੂਰ ਹੈਲਪ ਕਰਿਓ, ਕਿਉਂਕਿ ਜਿਹੜੇ ਸਾਡੇ ਵਰਗੇ ਲੋਕ ਨੇ ਉਹ ਤਾਂ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ। ਇਹਨਾਂ ਨੂੰ ਮਿਲੀ ਹੋਈ ਆ ਨੀਲੇ ਕਾਰਡਾਂ ਵਾਲਿਆਂ ਤੋਂ ਹਾਲੇ ਫੈਬ ਵਿੱਚ ਹੀ ਦਾਣੇ ਮਿਲੇ ਹੋਏ ਨੇ। ਹਾਂਜੀ ਹਾਂਜੀ ਬਿਲਕੁਲ ਜੀ। तो उन्होंने ਉਹ ਦੇਈ ਜਾਂਦੇ ਆ, ਬਾਕੀ ਲੋਕਾਂ ਦਾ ਰਹੀ ਜਾਣਾ। ਬਿਲਕੁਲ। ਤੇ ਹੁਣ ਬਿਰਕਾਂ ਦੀ ਪੋਜੀਸ਼ਨ ਕੀ ਹੈ? ਠੀਕ ਹੈ ਜੀ, ਜਿੱਦਾਂ ਤੁਹਾਡੇ ਇੱਥੋਂ ਪਹਿਲਾਂ ਪੇਸ਼ੈਂਟ ਨਿਕਲੇ ਸੀ ਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ, ਹੁਣ ਕੋਈ ਪੇਸ਼ੈਂਟ ਤਾਂ ਨਹੀਂ ਹੈ ਪਿੰਡ ਦਾ? ਹਾਂਜੀ ਸਰ ਹੁਣ ਠੀਕ ਆ, ਉਹ ਪੇਸ਼ੈਂਟ ਵੀ ਆ ਗਏ ਸੀਗੇ ਵਾਪਸ, ਠੀਕ ਹੋ ਕੇ ਆਏ ਨੇ ਉਹ। ਤੇ ਹੁਣ ਠੀਕ ਹੈ ਨਾ ਪਿੰਡ ਦਾ ਮਾਹੌਲ?
ਹਾਂਜੀ ਮਾਹੌਲ ਹੁਣ ਬਿਲਕੁਲ ਠੀਕ ਆ, ਬਟ ਜਿੱਦਾਂ ਹੁਣ ਪਾਰਟੀਬਾਜ਼ੀ ਚੱਲ ਰਹੀ ਆ ਇਹਦੇ ਕਰਕੇ ਥੋੜੀ ਦਿੱਕਤ ਆ ਰਹੀ ਆ ਲੋਕਾਂ ਨੂੰ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਓਕੇ ਸਰ, ਥੈਂਕ ਯੂ। ਹਾਂਜੀ ਦੇਖੋ, ਇਹ ਇੱਕ ਬੇਸਿਕ ਨੀਡ ਆ, ਜ਼ਰੂਰਤ ਆ ਜਿਹੜੀ ਆਮ ਪਬਲਿਕ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਉਹ ਪਹੁੰਚਣੀਆਂ ਚਾਹੀਦੀਆਂ ਨੇ। ਹੁਣ ਜੇ ਇਹ ਇਨਸਾਨੀਅਤ ਦਾ ਟਾਈਮ ਆ, ਪਾਰਟੀਬਾਜ਼ੀ ਦਾ, ਸਿਆਸਤ ਦਾ ਟਾਈਮ ਨਹੀਂ ਹੈਗਾ। ਜੇ ਆਪਾਂ ਰਾਸ਼ਨ ਵੰਡਣ ਦੇ ਵਿੱਚ ਇੱਕ ਜਿਹੜਾ ਨੀਡੀ ਪਰਸਨ ਆ, ਜ਼ਰੂਰਤਮੰਦ ਲੋਕ ਨੇ, ਜੇ ਉਹਨਾਂ ਨੂੰ ਆਪਾਂ ਰਾਸ਼ਨ ਨਹੀਂ ਪਹੁੰਚਾਉਂਦੇ, ਕੀ ਕਰਨਾ ਇਦਾਂ ਦੀ ਸਿਆਸਤ ਨੂੰ? ਘੱਟੋ ਘੱਟ ਇੱਕ ਵਾਰ ਘਰ ਦੇ ਵਿੱਚ ਜਾ ਕੇ ਜੇ ਕਿਸੇ ਨੂੰ ਆਪਾਂ ਨਾ ਕਰਕੇ ਆਉਂਦੇ ਆ, ਸ਼ੀਸ਼ਾ ਜ਼ਰੂਰ ਦੇਖਦੇ ਹੋਣਗੇ ਵੀ ਅੱਜ ਤੂੰ ਸਿਆਸਤ ਕਰਕੇ ਆਇਆ ਕਿ ਇਨਸਾਨੀਅਤ ਕਰਕੇ ਆਇਆ। ਇਸ ਕਰਕੇ ਭੁੱਲ ਜਾਓ ਸਿਆਸਤ ਨੂੰ, ਭੁੱਲ ਜਾਓ ਕਿਸੇ ਵੀ ਚੀਜ਼ ਨੂੰ, ਸਿਰਫ ਇਸ ਟਾਈਮ ਇਨਸਾਨੀਅਤ ਦਾ ਜਿਹੜਾ ਉਹ ਕਰੋ ਤੇ ਹਰ ਇੱਕ ਲੋੜਵੰਦ ਨੂੰ ਹਰ ਇੱਕ ਲੋੜ ਦੀ ਚੀਜ਼ ਪਹੁੰਚਾਉਣ ਦਾ ਯਤਨ ਕਰੋ। ਸਾਡੇ ਨਾਲ ਕਾਲਰ ਹੋਰ ਜੁੜੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਜੁੜੇ ਜੀ? ਮੈਡਮ ਮੈਂ ਕਾਲਪੁਰ ਤੁਲੀਆਂ। ਹਾਂਜੀ ਹਾਂਜੀ, ਕੀ ਹਾਲ ਚਾਲ ਜੀ? ਬਸ ਠੀਕ ਠਾਕ ਜੀ। ਹਾਂਜੀ ਮੈਂ ਨਾ ਅੱਜ ਇਹ ਕਹਿਣਾ ਚਾਹੁੰਦੀ ਸੀ ਪਲੀਜ਼ ਆਪਣੇ ਪਹਿਲੇ ਟੀਵੀ ਦੀ ਭਾਜੀ ਆਪਣੇ ਪਹਿਲੇ ਟੀਵੀ ਦੀ ਜਿਹੜੀ ਆਵਾਜ਼ ਆ ਉਹਨੂੰ ਬੰਦ ਕਰ ਲਓ, ਕਿਉਂਕਿ ਆਵਾਜ਼ ਸਾਨੂੰ ਰਿਵਰਸ ਹੁੰਦੀ ਹੈ, ਦਰਸ਼ਕਾਂ ਨੂੰ ਵੀ ਤੁਹਾਡੀ ਆਵਾਜ਼ ਕਲੀਅਰ ਨਹੀਂ ਸੁਣੇਗੀ। ਤਾਂ ਤੁਸੀਂ ਫੋਨ ਤੇ ਗੱਲ ਕਰੋ ਸਾਡੇ ਨਾਲ ਜਾਂ ਫੋਨ ਲੈ ਕੇ ਕਮਰੇ ਤੋਂ ਬਾਹਰ ਆ ਜਾਓ। ਹਾਂਜੀ ਹਾਂਜੀ ਹੁਣ ਬੋਲੋ ਜੀ। ਮੈਂ ਇਹ ਕਹਿ ਰਹੀ ਸੀ, ਮੈਂ ਕਿਹਾ ਜਿੱਦਾਂ ਅੱਜ ਆਪਾਂ ਸਾਰੀਆਂ ਸ਼ਾਪ ਵਗੈਰਾ ਖੋਲੀਆਂ ਗਈਆਂ ਸੀਗੀਆਂ ਤੇ ਮੈਂ ਮਾਰਕੀਟ ਗਈ ਸੀ, ਮੈਂ ਇਹ ਦੇਖਿਆ ਨਾ ਤੇ ਉੱਥੇ ਕੋਈ ਸੋਸ਼ਲ ਡਿਸਟੈਂਸ ਨਾਮ ਦੀ ਕੋਈ ਚੀਜ਼ ਸੀਗੀ ਤੇ ਨਾ ਹੀ ਕਿਸੇ ਨੇ ਮਾਸਕ ਪਾਇਆ ਹੋਇਆ ਸੀਗਾ। ਹਾਂਜੀ ਹਾਂਜੀ। ਤੇ ਇੱਕ ਆਟੋ ਦੇ ਵਿੱਚ 5 ਸਵਾਰੀਆਂ ਬੈਠੀਆਂ ਹੋਈਆਂ ਸੀਗੀਆਂ। ਹਾਂਜੀ ਮੈਂ ਵੀ ਦੇਖੇ ਜੀ ਇਦਾਂ ਦੇ ਦ੍ਰਿਸ਼, ਮੈਂ ਵੀ ਦੇਖਿਆ। ਮੈਂ ਜਿਹੜਾ ਸਪੈਸ਼ਲ ਕਵਰੇਜ ਕਰਨ ਲਈ ਗਿਆ ਸੀ। ਤੁਸੀਂ ਕੀ ਕਰਨ ਗਏ ਸੀ? ਤੁਸੀਂ ਕੁਝ ਖਰੀਦਣ ਗਏ ਸੀ ਜਾਂ ਦੇਖਣ ਗਏ ਸੀ? ਮੈਂ ਦੇਖਣ ਨਹੀਂ ਸੀ ਗਈ ਸਰ, ਅੱਜ ਨਾ ਸਾਡੇ ਗ੍ਰੈਂਡਸਨ ਦਾ ਬਰਥਡੇ ਹੈ। ਅੱਛਾ ਜੀ। ਤੇ ਮੈਂ ਉਹਦੇ ਵਾਸਤੇ ਕੇਕ ਲੈਣ ਗਈ ਸੀਗੀ। ਅੱਛਾ ਠੀਕ ਹੈ ਜੀ। ਮੈਨੂੰ ਲੱਗਦਾ ਕਿ ਇੱਕ ਬੱਚੇ ਨੇ ਸਾਨੂੰ ਜਿਹੜੀ ਵੀਡੀਓ ਭੇਜੀ ਆ, ਥੱਲੇ ਤੁਹਾਡਾ ਰੈਫਰੈਂਸ ਪਾਇਆ ਹੋਇਆ ਸੀ, ਮੈਨੂੰ ਲੱਗਦਾ ਉਹ ਬੱਚਾ ਹੈ ਜੀ। ਹਾਂਜੀ ਹਾਂਜੀ ਸਰ। ਤੇ ਅਸੀਂ ਇਹ ਕਾਲ ਤੋਂ ਬਾਅਦ ਜਿਹੜੀ ਆ ਉਸ ਬੱਚੇ ਦੀ, ਜਿਹੜੇ ਬੱਚੇ ਦਾ ਬਰਥਡੇ ਹੈ, ਜਿਹਨੇ ਕਿਹਾ ਮੋਦੀ ਜੀ ਨੂੰ ਪੁੱਛ ਰਿਹਾ ਕਿ ਵੀ ਮੈਂ ਬਰਥਡੇ ਕਿੱਦਾਂ ਮਨਾਵਾਂ, ਮੇਰਾ ਹੀ ਮਨਾਉਣ ਨੂੰ ਜੀ ਕਰ ਰਿਹਾ, ਉਹ ਵੀ ਅਸੀਂ ਵੀਡੀਓ ਜ਼ਰੂਰ ਦਿਖਾਵਾਂਗੇ। ਤੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਜੀ, ਜੋ ਬਾਜ਼ਾਰ ਦੇ ਵਿੱਚ ਮਾਹੌਲ ਸੀ ਲੋਕਡਾਊਨ ਤੋਂ ਬਾਅਦ, ਇਹ ਜਿਹੜੀ ਆ ਖੁੱਲ੍ਹਾ ਮਿਲਣੀ ਚਾਹੀਦੀ ਜਾਂ ਇਹ ਟੈਂਪਰੇਰੀ ਲੋਕਾਂ ਦਾ ਰਸ਼ ਸੀ, ਹੋਣ ਵਾਲੇ 2-3 ਦਿਨਾਂ 'ਚ ਠੀਕ ਹੋ ਜਾਏਗਾ? ਸਰ ਪਤਾ ਕੀ, ਪ੍ਰਸ਼ਾਸਨ ਨੂੰ ਚਾਹੀਦਾ ਜਾਂ ਤੇ ਜਿੱਦਾਂ ਡਿਸਟੈਂਸ ਦੇ ਕੇ ਖੋਲ ਰਹੇ ਸੀਗੇ ਤੇ ਜਾਂ ਤੇ ਇਦਾਂ ਹੋਣਾ ਚਾਹੀਦਾ ਹੈ ਨਾ। ਠੀਕ ਹੈ ਜੀ। ਮਤਲਬ ਕਿ ਜਦੋਂ ਸਾਡੇ ਕੋਲ ਪਹਿਲੇ ਪੇਸ਼ੈਂਟ ਨਹੀਂ ਸੀਗੇ ਤੇ ਅਸੀਂ ਉਹਨੂੰ ਬੰਦ ਰੱਖਿਆ, ਜੇ ਹੁਣ ਪੇਸ਼ੈਂਟ ਆਣੇ ਸ਼ੁਰੂ ਹੋ ਗਏ ਆਪਾਂ ਉਹਨੂੰ ਬਿਲਕੁਲ ਖੋਲ ਦਿੱਤਾ ਵਾ। ਓਕੇ ਠੀਕ ਹੈ। ਇੱਕ ਜ਼ਰੂਰਤ ਵੀ ਹੋ ਜਾਂਦੀ ਕਿ ਲੋਕੀ ਘਰ ਰਹਿ ਚੁੱਕੇ ਸੀ ਤੇ ਉਸ ਤੋਂ ਬਾਅਦ ਹੁਣ ਲੋਕਾਂ ਕੋਲ ਪੈਸੇ ਮੁੱਕ ਚੁੱਕੇ ਨੇ, ਘਰ ਬੈਠ ਕੇ ਸਰਕਾਰ ਕੁਝ ਦੇ ਨਹੀਂ ਰਹੀ, ਖਾਣ ਲਈ ਕੁਝ ਕਰਾ ਕੇ ਲਿਆ ਕੇ ਹੀ ਖਾਣਗੇ, ਨਹੀਂ ਤਾਂ ਹੁਣ ਜੇ ਉਹ ਘਰ ਬੈਠੇ ਰਹਿਣਗੇ ਸਰਕਾਰ ਕੁਝ ਦੇਗੀ ਨਹੀਂ, ਕਿੱਦਾਂ ਹੋਏਗਾ? ਨਹੀਂ ਆਪਾਂ ਨੂੰ ਨਾ ਇਹੀ ਅਪੀਲ ਕਰਨੀ ਚਾਹੂੰਗੀ ਕਿ ਸਰਕਾਰ ਨੂੰ ਚਾਹੀਦਾ ਥੋੜਾ ਜਿਹੜਾ 2 ਦਿਨ ਕੁਝ ਦੁਕਾਨਾਂ ਉਹ ਖੋਲਣ, 2 ਦਿਨ ਉਹ ਖੋਲਣ, ਇਸ ਤਰ੍ਹਾਂ ਕਰਕੇ ਬਿਲਕੁਲ ਮੈਡਮ, ਜਿਹੜਾ ਕੈਟਾਗਰੀ ਨੇ ਉਹ 3 ਕੈਟਾਗਰੀ ਬਣਾਈਆਂ ਗਈਆਂ ਨੇ। ਇੱਕ ਦੇ ਵਿੱਚ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਆ ਜਿਹੜੀਆਂ 7 ਦਿਨ ਖੁੱਲਣੀਆਂ, ਉਸ ਤੋਂ ਬਾਅਦ ਜਿਹੜੀਆਂ ਨੇ ਕੁਝ ਦੁਕਾਨਾਂ 3 ਦਿਨ ਖੁੱਲਣੀਆਂ, ਸੋਮ ਬੁੱਧ ਤੇ ਸ਼ੁੱਕਰ ਖੁੱਲਣੀਆਂ, ਕੁਝ ਮੰਗਲ ਵੀਰ ਐਂਡ ਸ਼ਨੀ ਖੁੱਲਣੀਆਂ, ਜਿਹੜੀਆਂ 2 ਅਲੱਗ-ਅਲੱਗ ਕੈਟਾਗਰੀ ਨੇ। ਲੋਕੀ ਕਿੰਨਾ ਕੁ ਮੰਨਦੇ ਨੇ ਇਹ ਬਾਅਦ ਦੀ ਗੱਲ ਆ, ਲੇਕਿਨ ਕੈਟਾਗਰੀ ਅਲੱਗ ਇਦਾਂ ਹੀ ਬਣਾਈਆਂ ਗਈਆਂ ਨੇ। ਪਰ ਮੈਂ ਅੱਜ ਦੇਖਿਆ ਕਿ ਤਕਰੀਬਨ ਸਾਰੀਆਂ ਹੀ ਦੁਕਾਨਾਂ, ਮੈਂ ਵੀ ਇਹੀ ਦੇਖਿਆ ਜੀ, ਬਿਲਕੁਲ ਆ, ਜਿੱਥੇ ਅੱਜ ਕੱਪੜੇ ਦੀਆਂ ਦੁਕਾਨਾਂ ਖੁੱਲੀਆਂ ਸੀ ਉੱਥੇ ਬੂਟਾਂ ਦੀਆਂ ਦੁਕਾਨਾਂ ਵੀ ਖੁੱਲੀਆਂ ਸੀ ਤੇ ਸਾਰਾ ਹਰ ਤਰ੍ਹਾਂ ਦੀ ਦੁਕਾਨ ਜਿਹੜੀ ਆ ਉਹ ਖੁੱਲੀ ਸੀ। ਅਸੀਂ ਵੀ ਇਹੀ ਚੈੱਕ ਕੀਤਾ ਆ। ਉਹ ਪ੍ਰਸ਼ਾਸਨ ਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਤੇ ਸਖਤੀ ਕਰਕੇ ਜਿਹੜੀਆਂ ਆ ਦੁਕਾਨਾਂ ਨੂੰ ਠੀਕ ਕਰਵਾਉਣਾ ਪਏਗਾ। ਧੰਨਵਾਦ ਜੀ ਗੱਲ ਕਰਨ ਲਈ। ਮੈਂ ਹੋਰ ਗੱਲ ਕਰਨਾ ਚਾਹੁੰਦੀ ਸੀ, ਆਪਣੇ ਮੁਹੱਲੇ ਦੇ ਬਾਹਰ ਹਾਂਜੀ ਬਹੁਤ ਸਾਰੇ ਮੁੰਡੇ ਜਿੱਦਾਂ ਖੜੇ ਹੁੰਦੇ ਆ ਨਸ਼ੇ ਵਾਲੇ ਜਾਂ ਨਸ਼ੇੜੀ ਕਹਿ ਲਓ ਕਿਸ ਤਰ੍ਹਾਂ ਦੇ, ਤੇ ਉਹਦੇ ਵਾਸਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰੂੰਗੀ ਕਿ ਰਾਉਂਡ ਲਗਾਉਂਦੇ ਰਹਿਣ ਉਹ ਰੈਗੂਲਰ। ਉਹਦੇ ਲਈ ਤੁਸੀਂ ਦੇਖੋ ਜੀ, ਇੱਕ ਏਰੀਆ ਦੀ ਨੁਮਾਇੰਦਗੀ ਵੀ ਕਰਦੇ ਹੋ, ਸੀਨੀਅਰ ਲੀਡਰ ਵੀ ਹੋ, ਤੇ ਤੁਹਾਡੇ ਜਿਹੜੇ ਇੱਥੇ ਐਸਐਚਓ ਮੈਡਮ ਨੇ ਉਹ ਵੀ ਬੜੇ ਸਖਤ ਨੇ ਤੇ ਬੜੇ ਪਪੂਲਰ ਨੇ, ਤੇ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਡਾਇਰੈਕਟ ਕਾਲ ਕਰਕੇ ਇਹ ਚੀਜ਼ਾਂ ਕਹਿੰਦੇ? ਅਸੀਂ ਆਪਣੇ ਵੱਲੋਂ ਜ਼ਰੂਰ ਤੁਹਾਡਾ ਮੈਸੇਜ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ। ਤੁਹਾਡੇ ਰਾਹੀਂ ਜੇ ਹੋਊਗੀ ਅਪੀਲ ਤਾਂ ਜ਼ਿਆਦਾ ਵਧੀਆ ਹੋਊ। ਜ਼ਰੂਰ ਅਸੀਂ ਆਪਣੇ ਵੱਲੋਂ ਜੋ ਤੁਸੀਂ ਸਾਨੂੰ ਕਹਿ ਰਹੇ ਹੋ, ਅਸੀਂ ਫੌਰਨ ਜਿਹੜੀ ਆ ਪ੍ਰੋਗਰਾਮ ਤੋਂ ਬਾਅਦ ਇਹ ਤੁਹਾਡਾ ਜਿਹੜਾ ਮੈਸੇਜ ਆ ਨਾਲ ਦੀ ਨਾਲ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਹਨਾਂ ਤੇ ਕਾਰਵਾਈ ਕਰਨ ਦੇ ਲਈ ਜ਼ਰੂਰ ਕਵਾਂਗੇ। ਧੰਨਵਾਦ ਕਾਲ ਕਰਨ ਲਈ ਜੀ।
ਦੇਖੋ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਇਹ ਕਹਿਣਾ ਚਾਹੁੰਦਾ ਕਿ ਬਈ ਤੁਸੀਂ ਅੱਜ ਸਾਨੂੰ ਕਾਲ ਕਰਕੇ ਦੱਸੋ ਜਿਹੜਾ ਮਾਰਕੀਟ 'ਚ ਗਿਆ ਜਾਂ ਦੁਕਾਨਦਾਰ ਭਰਾ ਜਿਹੜੇ ਸਾਡੇ ਨੇ ਉਹ ਦੱਸਣ ਕੀ ਮਾਹੌਲ ਸੀਗਾ ਅੱਜ, ਕੀ ਜਿਹੜੇ ਲੋਕ ਸੀ ਉਹ ਕਰੋਨਾ ਤੋਂ ਡਰਦੇ ਹੋਏ ਜਾਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਉਹ ਜਿਹੜੀ ਆ ਡਿਸਟੈਂਸ ਆ ਬਣਾ ਕੇ ਰੱਖ ਰਹੇ ਸੀ ਜਾਂ ਬਿਲਕੁਲ ਇਦਾਂ ਦੀ ਸੋਚ ਨਹੀਂ ਸੀ ਕਿ ਜ਼ਰੂਰਤ ਵਾਲੇ ਗ੍ਰਾਹਕ ਜਿਹੜੇ ਅੱਜ ਮਾਰਕੀਟ ਦੇ ਵਿੱਚ ਆਏ ਇਹ ਜ਼ਰੂਰ ਅੱਜ ਦਿਖਾਇਆ ਜਾਵੇ। ਤੇ ਸਾਨੂੰ ਜਿਹੜੇ ਤੁਸੀਂ ਆਪ ਕਾਲ ਕਰਕੇ ਜਿਹੜੀ ਸਹੀ ਸਲਾਹ ਆ ਤੁਸੀਂ ਦੇ ਸਕਦੇ ਹੋ। ਕਾਲਰ ਸਾਡੇ ਕੋਲ ਹੋ ਜੁੜ ਗਏ ਨੇ। ਸਵਾਗਤ ਹੈ ਜੀ ਤੁਹਾਡਾ ਟੀਵੀ ਤੇ। ਹੈਲੋ ਹਾਂਜੀ 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 ਬੋਲੋ ਜੀ, ਕੀ ਬੋਲਣਾ ਚਾਹੁੰਦੇ ਕੌਣ? ਹਾਂਜੀ ਹਾਂਜੀ ਕੌਣ ਬੋਲ ਰਿਹਾ ਜੀ? ਮੈਂ ਬੋਲ ਰਿਹਾ ਜੀ ਆਪਾਂ ਜੀ ਡੰਗ ਫਗਵਾੜਾ ਪਟੇਲ ਨਗਰ ਤੋਂ। ਪਟੇਲ ਨਗਰ ਤੋਂ। ਹਾਂਜੀ ਕੀ ਕਹਿੰਦੇ? ਪਹਿਲਾਂ ਟੀਵੀ ਦੀ ਆਵਾਜ਼ ਘਟਾਓ ਜੀ, ਟੀਵੀ ਦੀ ਆਵਾਜ਼ ਤੇ ਸਾਡੀ ਆਵਾਜ਼ ਨਾ ਜੀ ਪਹਿਲੇ ਤਾਂ ਇੱਕ ਸੁਰਜੀਤ ਸਿੰਘ ਧੁੰਮਲ ਦਾ ਬਹੁਤ ਧੰਨਵਾਦ ਕਰਦਾ। ਸੁਰਜੀਤ ਸਿੰਘ ਥੈਂਕਸ ਫਾਰ ਦਿਸ ਕਾਈਂਡਨੈਸ। ਹਾਂਜੀ 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 ਜੀ, ਇਹ ਸਾਰਾ ਇੱਕ ਮੈਸੇਜ ਪਹੁੰਚਾ ਦਿਓ ਉਹਨਾਂ ਨੂੰ। ਮੈਂ ਜ਼ਰੂਰ ਤੁਹਾਡਾ ਮੈਸੇਜ ਹੈ ਜੀ ਘੁੰਮਣ ਸਾਹਿਬ ਤੱਕ ਪਹੁੰਚਾ ਦੇਗਾ। ਜਿਹੜਾ ਉਹਨਾਂ ਨੇ ਕੱਲ ਐਲਾਨ ਕੀਤਾ ਸੀ ਕਿ ਅਗਰ ਸਰਕਾਰ ਚਾਹੇ ਤਾਂ ਉਹਨਾਂ ਨੇ ਸਾਨੂੰ ਈਮੇਲ ਵੀ ਫਾਰਵਰਡ ਕੀਤੀ ਹੈ ਜਿਹੜੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਚਾਹੇ ਤੇ ਅਗਰ ਕੋਈ ਉਹਨਾਂ ਨੂੰ ਇਸ਼ੂ ਨਹੀਂ ਹੋਵੇ ਤਾਂ ਅਸੀਂ ਜਿਹੜਾ ਆ ਆਪਣੇ ਤੌਰ ਦੇ ਉੱਤੇ ਪੰਜਾਬ ਰੇਡੀਓ ਵੱਲੋਂ ਸਾਰੇ ਸ਼ਰਧਾਲੂਆਂ ਦਾ ਹਰੇਕ ਤਰ੍ਹਾਂ ਦਾ ਖਰਚਾ ਚੁੱਕਣ ਦੇ ਲਈ ਜਿਹੜੇ ਆ ਉਹ ਤਿਆਰ ਆ। ਤੁਹਾਡਾ ਮੈਸੇਜ ਪਹੁੰਚਾ ਦਿੱਤਾ ਜਾਵੇਗਾ। ਧੰਨਵਾਦ ਜੀ ਕਾਲ ਕਰਨ ਲਈ। ਧੰਨਵਾਦ ਜੀ, ਧੰਨਵਾਦ ਕਾਲ ਕਰਨ ਦੇ ਲਈ। ਤੇ ਮੈਂ ਇਹੀ ਕਹਾਂਗਾ ਕਿ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਜਾਂ ਜਿਹੜੇ ਲੋਕ ਅੱਜ ਗਏ ਸੀ ਮਾਰਕੀਟ ਦੇ ਵਿੱਚ ਉਹ ਸਾਨੂੰ ਆਪਣਾ ਜਿਹੜਾ ਆ ਉਹ ਜ਼ਰੂਰ ਦੱਸਣ। ਪਹਿਲਾਂ ਪ੍ਰਿੰਸੀਪਲ ਤੁੱਲੀ ਉਹਨਾਂ ਦੀ ਕਾਲ ਆਈ ਸੀ ਤੇ ਇੱਕ ਵੀਡੀਓ ਵੀ ਸਾਨੂੰ ਜਿਹੜੀ ਹੈ ਭੇਜੀ ਗਈ ਹੈ। ਬੱਚੇ ਦਾ ਬਰਥਡੇ ਆ, ਮੋਦੀ ਸਾਹਿਬ ਨੂੰ ਕੀ ਕਹਿੰਦਾ, ਮੈਂ ਜ਼ਰੂਰ ਚਾਹਾਂਗਾ ਕਿ ਉਹ ਵੀਡੀਓ ਸਾਡੇ ਦਰਸ਼ਕਾਂ ਨੂੰ ਦਿਖਾਈ ਜਾਵੇ। ਜੀ ਕੱਲ ਮੇਰਾ ਮੋਦੀ ਸਾਹਿਬ ਹੈਪੀ ਬਰਥਡੇ ਹੈ, ਤੁਸੀਂ ਆਇਓ, ਕੇਕ ਵੀ ਤੁਹਾਡੇ ਸਾਥ। ਤੁਸੀਂ ਕੀ ਲੈਣਾ ਹੈ ਦੱਸੋ? ਤੁਸੀਂ ਗਿਫਟ ਕੀ ਦੇਣਾ? ਸਾਰਿਆਂ ने गिफ्ट की देना दसियो। मोदी साहब लॉकडाउन 1 महीने से चल रहा है। बर्थडे है, ਅਸੀਂ हैप्पी बर्थडे किद्दां मनाइए? मैं हैप्पी बर्थडे मनाना है। ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ ਮੋੜ ਤੋਂ ਸਵਾਗਤ। ਤੇ ਸਰ ਵੀਡੀਓ ਬੱਚੇ ਨੇ ਜਿਹੜਾ ਕਹ ਲੋ ਕਿ ਇੱਕ ਮੈਸੇਜ ਛੱਡ ਦਿੱਤਾ ਹੈ। ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਉਹਦਾ ਬਰਥਡੇ ਕਿਵੇਂ ਮਨਾਉਂਦੇ ਆ। ਪਰ ਉਹ ਪਹਿਲੇ ਕਹਿ ਰਹੇ ਕੇਕ ਲੈ ਕੇ ਆਏ ਨਹੀਂ। ਹਰੇਕ ਵਰਗ ਦੀਆਂ ਆਪੋ ਆਪਣੀਆਂ ਲੋੜਾਂ ਨੇ, ਬੱਚਿਆਂ ਦੀਆਂ ਆਪਣੀਆਂ, ਨੌਜਵਾਨਾਂ ਦੀਆਂ ਆਪਣੀਆਂ, ਬਜ਼ੁਰਗਾਂ ਦੀਆਂ ਆਪਣੀਆਂ, ਸਾਰੇ ਆਪੋ ਆਪਣੀ ਗੁਹਾਰ ਲਗਾ ਰਹੇ ਨੇ ਸਰਕਾਰ ਨੂੰ। ਹੁਣ ਇਹ ਸਰਕਾਰ ਨੂੰ ਪਤਾ ਕਿ ਉਹਨਾਂ ਨੇ ਕਿਹਦੀ ਸੁਣਨੀ ਹੈ। ਬੱਚੇ ਨੂੰ ਹਜੇ ਕੁਝ ਨਹੀਂ ਪਤਾ, ਨਾ ਰਾਸ਼ਨ ਦੇ ਬਾਰੇ ਵਿੱਚ, ਨਾ ਉਹਨੂੰ ਇਹ ਪਤਾ ਕਿ ਸਾਨੂੰ ਇਸ ਸਮੇਂ ਕਿਹੜੀ ਲੋੜ ਹੈਗੀ ਹੈ, ਕੀ ਅਸੀਂ ਕਰਨਾ। ਉਹਨੂੰ ਇੰਨਾ ਪਤਾ ਕਿ ਮੇਰਾ ਜਿਹੜਾ ਬਰਥਡੇ ਆ ਉਹ ਮਨਾਉਣਾ ਚਾਹੀਦਾ, ਮਤਲਬ ਕਿਉਂਕਿ ਬੱਚਿਆਂ ਨੂੰ ਚਾਹ ਹੁੰਦਾ ਬਰਥਡੇ ਦਾ, ਹੈ ਨਾ ਜੀ। ਕਾਲਰ ਸਾਡੇ ਕੋਲ ਜੀ ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਹੈਲੋ, ਸਾਨੂੰ ਤੁਹਾਡੀ ਆਵਾਜ਼ ਆ ਰਹੀ ਹੈ? ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ ਜੀ? ਮੈਨੂੰ ਲੱਗਦਾ ਫੋਨ ਲਗਾ ਕੇ ਕਿਤੇ ਹੋਰ ਫੋਨ ਇੱਧਰ ਉੱਧਰ ਰੱਖ ਦਿੱਤਾ। ਉਹਨਾਂ ਦੀ ਆਵਾਜ਼ ਜਿਹੜੀ ਬੈਕਗ੍ਰਾਉਂਡ ਨੋਇਸਿਸ ਆ ਸਾਨੂੰ ਆ ਰਹੀਆਂ ਨੇ ਤੇ ਮੈਨੂੰ ਉਸ ਤੋਂ ਬਾਅਦ ਗੱਲ ਕਰਨ ਦੀ ਯਾਦ ਭੁੱਲ ਗਿਆ ਸਾਨੂੰ ਇਹਨਾਂ ਨੂੰ। ਤੇ ਕੋਈ ਨਹੀਂ ਜੀ, ਦੁਬਾਰਾ ਗੱਲ ਕਰ ਲਈਏ ਜੋ ਯਾਦ ਆਏਗਾ ਜੀ। ਤੇ ਸਰ ਆਪਾਂ ਜਿਵੇਂ ਸਰਕਾਰਾਂ ਦੀ ਗੱਲ ਕਰ ਰਹੇ ਹਾਂ, ਆਪੋ ਆਪਣਾ ਹਰ ਕੋਈ ਰੱਖ ਰਿਹਾ, ਕਿਸੇ ਨੂੰ ਰਾਸ਼ਨ ਦੀ ਲੋੜ ਹੈ ਇਸ ਸਮੇਂ, ਜਿਵੇਂ ਬੱਚਿਆਂ ਦੀ ਗੱਲ ਕੀਤੀ, ਬੱਚਿਆਂ ਨੂੰ ਬਰਥਡੇ ਮਨਾਉਣ ਦੀ ਲੋੜ ਹੈ। ਹਰ ਕੋਈ ਜਿੱਦਾਂ ਕਹ ਲੋ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਜਾਣਾ ਚਾਹੁੰਦੇ, ਉਹਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤੇ ਉਹਨਾਂ ਨੂੰ ਜਾਣ ਦੇ ਲਈ ਇਹ ਦਿੱਕਤਾਂ ਆ ਰਹੀਆਂ ਸੀ ਕਿ ਉਹ ਖਰਚਾ ਨਹੀਂ ਸੀ ਕੋਲੋਂ ਕਰਨਾ ਚਾਹੁੰਦੇ, ਹਨਾ, ਨਾ ਹੀ ਉਹਨਾਂ ਦੇ ਕੋਲ ਹੈਗਾ ਆ। ਤੇ ਸਰਕਾਰ ਨੂੰ ਇੱਕ ਗੁਹਾਰ ਲਗਾਈ ਗਈ ਸੀ ਕਿ ਉਹਨਾਂ ਜਿਹੜੇ ਪ੍ਰਵਾਸੀ ਮਜ਼ਦੂਰਾਂ ਦਾ ਰੇਲ ਦਾ ਜਿਹੜਾ ਖਰਚਾ, ਟਿਕਟ ਵਗੈਰਾ ਦਾ, ਉਹ ਸਰਕਾਰ ਵੱਲੋਂ ਕੀਤਾ ਜਾਵੇ। ਤੇ ਸਰਕਾਰ ਨੇ ਉਹ ਸੁਣ ਵੀ ਲਿਆ ਤੇ ਸੁਨੀਲ ਜਾਖੜ ਉਹਨਾਂ ਵੱਲੋਂ ਜਿਹੜਾ ਕਿ ਇਹ ਐਲਾਨ ਕੀਤਾ ਗਿਆ ਕਿ ਜਿਹੜੇ 6,40,000 ਦੇ ਕਰੀਬ ਮਜ਼ਦੂਰ ਵਾਪਸ ਜਾ ਰਹੇ, ਉਹਨਾਂ ਦਾ ਖਰਚਾ ਪੂਰਾ ਸਰਕਾਰ ਚੁੱਕੇਗੀ। ਤੇ ਪਰ ਉਹ ਤੋਂ ਨਾਲ ਦੀ ਨਾਲ ਸੈਂਟਰ ਸਰਕਾਰ ਨੇ ਕਾਊਂਟਰ ਕਰਦਿਆਂ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਕੋਈ ਵੀ ਜਿਹੜਾ ਮਜ਼ਦੂਰ ਆ ਉਹ ਕਿਤੇ ਵੀ ਵਾਪਸ ਆਏਗਾ ਉਹਦਾ 85% ਜਿਹੜਾ ਆ ਉਹ ਸੈਂਟਰ ਸਰਕਾਰ ਮਤਲਬ ਰੇਲਵੇ ਵਿਭਾਗ ਜਿਹੜਾ ਆ ਉਹ ਉਹਦੀ ਖਰਚਾ ਦੇਗਾ ਤੇ 15% ਜਿਹੜੀਆਂ ਸੰਬੰਧਿਤ ਸਰਕਾਰਾਂ ਨੇ, ਭਾਵੇਂ ਪੰਜਾਬ ਸਰਕਾਰ ਹੋਵੇ ਜਾਂ ਰਾਜਸਥਾਨ ਹੋਵੇ ਜਾਂ ਕੋਈ ਵੀ ਹੋਵੇ, 15% ਜਿਹੜਾ ਆ ਉਹ ਸੰਬੰਧਿਤ ਸਰਕਾਰ ਜਿਹੜੀ ਆ ਉਹ ਦੇਵੇਗੀ ਜੀ। ਤੇ ਸਰ ਜਿੱਥੇ ਮਤਲਬ ਕੋਵਿਡ-19 ਦਾ ਦੌਰ ਚੱਲ ਰਿਹਾ, ਪੀੜਤਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਜ਼ਿਆਦਾ ਫੋਕਸ ਸੋਸ਼ਲ ਮੀਡੀਆ ਤੇ ਇਹੀ ਖਬਰਾਂ ਤੇ ਜਿਹੜਾ ਕੀਤਾ ਜਾ ਰਿਹਾ ਕਿ ਜਿਹੜਾ ਇਹ ਚੇਨ ਵਧੀ ਆ
ਇਹ ਸਿਰਫ ਤੇ ਸਿਰਫ ਸ਼ਰਧਾਲੂਆਂ ਕਾਰਨ ਜਿਹੜੀ ਵਧੀ ਹੈ ਹਨਾ, ਕਿਉਂਕਿ ਜਿਹੜੀ ਖਬਰ ਆ ਰਹੀ ਸੀ ਕਿ ਜਿਹੜੇ ਹਰਿਆਣਾ ਦੇ ਸ਼ਰਧਾਲੂ ਆਏ ਸੀ ਤੇ ਉਹਨਾਂ ਦੇ ਵਿੱਚ ਜਿਹੜਾ ਕਰੋਨਾ ਪੀੜਤ ਨਹੀਂ ਪਾਏ ਗਏ ਉਹ ਹਨਾ, ਤੇ ਜਿਹੜੇ ਪੰਜਾਬ ਵਾਲੇ ਕਰੋਨਾ ਪੀੜਤ ਪਾਏ ਗਏ, ਜਿਹੜਾ ਵੱਖੋ ਵੱਖਰੀਆਂ ਕਲਾਸਾਂ ਰਾਹੀਂ ਪਾਈਆਂ ਜਾ ਰਹੀਆਂ। ਮਨਪ੍ਰੀਤ, ਆਪਾਂ ਇਹ ਟੌਪਿਕ ਬਹੁਤ ਵਧੀਆ ਜਿਹੜੀ ਗੱਲ ਹੈ ਤੁਹਾਡੀ, ਇਹਦੇ ਤੇ ਆਪਾਂ ਪ੍ਰੋਪਰ ਜਿਹੜਾ ਇਹਦਾ ਜਵਾਬ ਆ ਉਹ ਦਵਾਂਗੇ ਇਸ ਇਸ਼ੂ ਦਾ। ਪਹਿਲਾਂ ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ, ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹਾਂਜੀ, ਕੌਣ ਬੋਲ ਰਿਹਾ ਜੀ? ਪਲੀਜ਼ ਦੱਸੋਗੇ ਜੀ ਕੌਣ ਬੋਲ ਰਿਹਾ? ਕਾਲ ਕੱਟ ਗਈ, ਮੈਨੂੰ ਲੱਗਦਾ ਉਹ ਸੈਟਿੰਗ ਕਰਦੇ। ਮਨਪ੍ਰੀਤ, ਜਿਹੜੀ ਗੱਲ ਆਪਾਂ ਕਰ ਰਹੇ ਸੀ ਸ਼ਰਧਾਲੂਆਂ ਦੀ ਹਰਿਆਣੇ ਦੀ ਤੇ ਇੱਥੇ ਦੀ, ਦੇਖੋ ਇੱਕ ਚੀਜ਼ ਕਲੀਅਰ ਆ ਕਿ ਉਹ ਸ਼ਰਧਾਲੂ ਉੱਥੇ ਹਰਿਆਣੇ ਵਾਲੇ ਤੇ ਪੰਜਾਬ ਵਾਲੇ ਇਕੱਠੇ ਹੀ ਤਕਰੀਬਨ 1.25 ਮਹੀਨਾ ਰਹੇ ਆ। ਬਿਲਕੁਲ ਠੀਕ ਹੈ, 1.25 ਮਹੀਨਾ ਰਹੇ ਆ। ਇਹ ਨਹੀਂ ਹੋ ਸਕਦਾ ਕਿ ਜਿਹੜਾ ਹਰਿਆਣੇ ਦੀ ਬੱਸ 'ਚ ਚੜ ਗਿਆ ਉਹ ਨੈਗੇਟਿਵ ਹੋ ਗਿਆ ਤੇ ਜਿਹੜਾ ਪੰਜਾਬ ਦੀ ਬੱਸ 'ਚ ਚੜ ਗਿਆ ਉਹ ਪੋਜ਼ਿਟਿਵ ਹੋ ਗਿਆ। ਲੇਕਿਨ ਜਿਹੜਾ ਇਸ਼ੂ ਆ ਰਿਹਾ ਹੈ, ਜਿਹੜੇ ਹਜੇ ਤੱਕ ਜਿੰਨੀ ਜਾਂਚ ਕੀਤੀ ਗਈ ਹੈ, ਜਿਹੜਾ ਦੇਖਿਆ ਗਿਆ, ਉਹਦੇ ਵਿੱਚ ਸਭ ਨਾਲੋਂ ਵੱਡਾ ਕਾਰਨ ਮਨਪ੍ਰੀਤ ਇਹੀ ਲੱਗ ਰਿਹਾ ਆ ਕਿ ਜਿਹੜੇ ਬਹੁਤ ਸਾਰੇ ਉਸ ਏਰੀਆ ਜਾਂ ਸਰਾਊਂਡਿੰਗ ਏਰੀਆਜ਼ ਦੇ ਵਿੱਚ ਜਿਹੜੇ ਮਜ਼ਦੂਰ ਸੀ, ਬੇਸ਼ੱਕ ਉੱਥੇ ਕੋਈ ਕੱਪੜਾ ਮਿਲ 'ਚ ਕੰਮ ਕਰਦਾ ਸੀ, ਕੋਈ ਕਿਤੇ ਕੰਮ ਕਰਦਾ ਸੀ, ਅਲੱਗ-ਅਲੱਗ ਤਰ੍ਹਾਂ ਦੇ ਕੰਮਾਂ ਦੇ ਲਈ ਲੋਕ ਗਏ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਆ ਹਜ਼ੂਰ ਸਾਹਿਬ ਤੋਂ ਬੱਸਾਂ ਵਾਪਸ ਜਾ ਰਹੀਆਂ ਨੇ, ਉੱਥੋਂ ਸ਼ਰਧਾਲੂਆਂ ਨੇ ਵਾਪਸ ਜਾਣਾ, ਤੇ ਉਹ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ। ਤੇ ਕਈ ਚੀਜ਼ਾਂ, ਇੱਕ ਮਿੰਟ ਆਪਾਂ ਪਹਿਲਾਂ ਫੋਨ ਲੈ ਲਈਏ ਫੇਰ ਕੱਟ ਜਾਏ ਤੇ ਆਪਾਂ ਇਸ ਤੇ ਬਾਅਦ 'ਚ ਗੱਲ ਕਰਦੇ ਹਾਂ। ਹੈਲੋ ਹੈਲੋ ਹੈਲੋ, ਸਾਡੀ ਆਵਾਜ਼ ਆ ਰਹੀ ਜੀ ਤੁਹਾਨੂੰ? ਹੈਲੋ, ਪਹਿਲਾਂ ਤਾਂ ਕਾਲ ਇਹਨਾਂ ਤੋਂ ਸਹੀ, ਜਿਹੜੇ ਕਾਲ ਕਰ ਰਹੇ ਨੇ ਉਹਨਾਂ ਦਾ ਕੋਈ ਨਾ ਕੋਈ ਫਾਲਟ ਹੋ ਰਿਹਾ, ਕਿਉਂਕਿ ਕਾਲ ਜਿਹੜੀਆਂ ਬਿਲਕੁਲ ਠੀਕ ਸੀਗੀਆਂ ਤਾਂ ਕਰਕੇ ਨਹੀਂ ਮਿਲਦੀ ਪਈ। ਤੇ ਬਹੁਤ ਸਾਰੇ ਗਏ ਸੀ ਉੱਥੋਂ ਉਹ ਮਜ਼ਦੂਰ ਜਾਂ ਹੋਰ ਜਿਹੜੇ ਕੋਈ ਬਿਜ਼ਨਸ ਲਈ ਗਏ ਸੀ ਜਾਂ ਹੋਰ ਸੀ, ਉਹ ਕੋਈ ਬਹੁਤ ਸਾਰੇ ਉੱਤਾਂ ਦੇ ਏਰੀਏ 'ਚ ਆਏ ਜਿੱਥੇ ਬਹੁਤ ਜ਼ਿਆਦਾ ਪ੍ਰਕੋਪ ਸੀ ਕਰੋਨਾ ਦਾ। ਉਹ ਆ ਕੇ ਨਾਲ ਬੱਸਾਂ ਦੇ ਵਿੱਚ ਬੈਠ ਗਏ। ਕੁਝ ਸ਼ਰਧਾਲੂ ਦਿਖਣ ਲੱਗ ਪਏ, ਕੁਝ ਦੇ ਨਾਲ ਉੱਥੇ ਕਹਿੰਦੇ ਬੈਠਣ ਲੱਗੇ, ਬਹਿਸ ਵੀ ਹੋਈ ਕਿ ਇਹਨਾਂ ਨੂੰ ਸਾਡੇ ਨਾਲ ਨਾ ਬਿਠਾਇਆ ਜਾਵੇ। ਲੇਕਿਨ ਹਰ ਇੱਕ ਨੂੰ ਇਹ ਇਸ਼ੂ ਸੀ ਕਿ ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ, ਇਸ ਲਈ ਕਿਸੇ ਨੇ ਜ਼ਿਆਦਾ ਉਸ ਉੱਤੇ ਅੜੀ ਨਹੀਂ ਕੀਤੀ ਤੇ ਸਾਰੇ ਲੋਕ ਕਦੋਂ ਸ਼ਰਧਾਲੂਆਂ ਨੂੰ ਲੈ ਲਈ ਸਰਕਾਰ। ਅਸਲ ਵਿੱਚ ਸਾਰੇ ਜਣੇ ਉੱਥੇ ਬੱਸਾਂ ਦੇ ਵਿੱਚ ਬੈਠ ਕੇ ਜਿਹੜੀ ਆ ਉਹ ਚੱਲ ਪਏ। ਉਹਦੇ ਨਾਲ ਇਹ ਹੋ ਗਿਆ ਕਿ ਜਿਹੜੇ ਆਪਸ ਵਿੱਚ ਰਸਤੇ ਟੱਚ ਹੋਏ ਜਾਂ ਕਿਤੇ ਬੰਦਾ ਉੱਠਿਆ ਜਾਂ ਕਿਤੇ ਹੱਥ ਲੱਗ ਗਿਆ ਜਾਂ ਕੁਝ ਹੋ ਗਿਆ, ਉਹਦੇ ਨਾਲ ਉਹ ਬੰਦਿਆਂ ਤੋਂ ਸਾਰੇ ਸ਼ਰਧਾਲੂਆਂ ਨੂੰ ਜਿਹੜੀ ਆ ਇਹ ਪ੍ਰੋਬਲਮ ਆ ਗਈ। ਬਿਲਕੁਲ, ਕਿਉਂਕਿ ਇੰਨਾ ਲੰਬਾ ਰਸਤਾ ਸਫ਼ਰ ਤੈਅ ਕੀਤਾ ਉਹਨਾਂ ਨੇ, ਕਿਸੇ ਨੇ ਸ਼ੱਕ ਵੀ ਮਾਰੀ ਹੋ ਸਕਦੀ ਹੈ, ਖੰਗਿਆ ਵੀ ਹੋ ਸਕਦਾ ਹੈ। ਹਾਂ, ਮਤਲਬ ਮੇਨ ਰੀਜ਼ਨ ਜਿਹੜਾ ਸਾਹਮਣੇ ਆਇਆ ਉੱਪਰ ਕਿ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਰਹੀਆਂ ਸੀ, ਕੋਈ ਹਜੂਰ ਸਾਹਿਬ ਉੱਥੇ ਜਿਹੜਾ ਪ੍ਰਸ਼ਾਸਨ ਦੇ ਬਾਰੇ ਗੱਲਬਾਤ ਕਰ ਰਿਹਾ ਸੀ, ਕੋਈ ਕਹਿ ਰਿਹਾ ਸੀ ਕਿ ਜਾਣਬੁੱਝ ਕੇ ਇਦਾਂ ਹੋਇਆ ਹਨਾ, ਉਹਦੇ ਤੇ ਜਿਹੜਾ ਇੱਕ ਕਹ ਲੋ ਕਿ ਵਿਰਾਮ ਲੱਗ ਗਿਆ। ਹੁਣ ਸਾਡੇ ਕੋਲ ਕਲੀਅਰ ਇਹ ਕਹਿ ਸਕਦੇ ਕਿ ਕਲੀਅਰ ਹੋ ਗਿਆ ਕਿ ਜਿਹੜੇ ਮਹਾਰਾਸ਼ਟਰ ਤੇ ਤੇਲੰਗਾਨਾ ਦੇ ਜਿਹੜੇ ਮਜ਼ਦੂਰ ਸੀ, ਉਹ ਜਿਹੜੇ ਕਿ ਸ਼ਰਧਾਲੂਆਂ ਦੇ ਨਾਲ ਵਾਪਸ ਪੰਜਾਬ ਆਉਣ ਦੇ ਲਈ ਉਹ ਉੱਥੇ ਇਕੱਠੇ ਹੋਏ ਆ ਹਜੂਰ ਸਾਹਿਬ, ਤੇ ਉਹ ਇਕੱਠੇ ਆਏ ਆ। ਉਹਨਾਂ ਦੇ ਵਿੱਚੋਂ ਜਿਹੜਾ ਪੋਜ਼ਿਟਿਵ ਕੇਸ ਕੋਈ ਸੀਗਾ ਜਿਨ੍ਹਾਂ ਨੇ ਇੰਨੇ ਜ਼ਿਆਦਾ ਜਿਹੜੇ ਪੀੜਤ ਉਹ ਕਰ ਦਿੱਤੇ। 24 ਤਰੀਕ ਤੇ ਸ਼ਾਇਦ 24 ਅਪ੍ਰੈਲ 24 ਅਪ੍ਰੈਲ ਉਹਨਾਂ ਨੇ ਚਿੱਠੀ ਲਿਖੀ ਸੀ। ਆਪਣੇ ਹੁਸ਼ਿਆਰਪੁਰ ਦੇ ਕੋਈ ਵਿਧਾਇਕ ਹੈਗੇ ਨੇ ਜਿਹੜੇ ਕਿ ਸੇਵਾ ਮੁਕਤ ਨੇ, ਬ੍ਰਿਗੇਡੀਅਰ ਨੇ, ਉਹਨਾਂ ਨੇ ਹਰਸਿਮਰਤ ਕੌਰ ਬਾਦਲ ਜੀ ਨੂੰ ਜਿਹੜੀ ਚਿੱਠੀ ਲਿਖੀ ਸੀ ਕਿ ਇਦਾਂ ਦਾ ਕਰਕੇ ਮਜ਼ਦੂਰ ਉੱਥੇ ਪੰਜਾਬ ਦੇ ਫਸੇ ਹੋਏ ਨੇ, ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਆਉਣ। ਤੇ ਉਹਨਾਂ ਦੀ ਜਿਹੜੀ ਚਿੱਠੀ ਦੀ ਜੋ ਵੀ ਗੱਲਬਾਤ ਹੋਈ ਹੈ, ਉਹਦਾ ਕਹ ਲੋ ਕਿ ਉਹਨਾਂ ਨੇ ਸੁਣੀ ਹੈ ਉਹਨਾਂ ਦੀ ਗੱਲਬਾਤ, ਉਹ ਅਖਬਾਰ ਦੇ ਵਿੱਚ ਉਹਨਾਂ ਨੇ ਨਿਊਜ਼ ਲਾ ਕੇ ਕੀਤੀ ਕਿ ਹਾਂ ਜੀ ਸਾਡੀ ਹਰਸਿਮਰਤ ਕੌਰ ਬਾਦਲ ਜੀ ਨੇ ਜਿਹੜੀ ਸਾਡੀ ਚਿੱਠੀ ਦੀ ਜੋ ਅਸੀਂ ਬੇਨਤੀ ਕੀਤੀ ਆ ਉਹਨੂੰ ਮੰਨ ਲਿਆ ਗਿਆ, ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਵਾਪਸ ਆ ਰਹੇ ਨੇ। ਮਤਲਬ ਸਰਕਾਰ ਦੇ ਧਿਆਨ ਦੇ ਅੰਦਰ ਸੀ ਇਹ ਸੀਗਾ ਸਰਕਾਰ ਦੇ ਧਿਆਨ ਦੇ ਅੰਦਰ ਕਿ ਜਿਹੜੇ ਮਜ਼ਦੂਰ ਆ ਉਹ ਵੀ ਸ਼ਰਧਾਲੂਆਂ ਦੇ ਨਾਲ ਜਿਹੜੇ ਉਹ ਵਾਪਸ ਆ ਰਹੇ ਆ। ਪਰ ਇਹ ਚਾਹੀਦਾ ਸੀ, ਇਹ ਨਹੀਂ ਕਿ ਉਹਨਾਂ ਨੂੰ ਵੀ ਵਾਪਸ ਲਿਆਉਣਾ ਚਾਹੀਦਾ ਸੀ। ਤੇ ਕਿਉਂ ਨਾ ਜਿਹੜੀਆਂ ਬੱਸਾਂ ਗਈਆਂ ਸੀ, ਆਹ ਬੱਸਾਂ ਮਜ਼ਦੂਰਾਂ ਲਈ ਕਰ ਦਿੱਤੀਆਂ ਤੇ ਆਹ ਬੱਸਾਂ ਸ਼ਰਧਾਲੂਆਂ ਲਈ ਕਰ ਦਿੱਤੀਆਂ, ਇਦਾਂ ਰੱਖਿਆ ਜਾਂਦਾ। ਜੇ ਕਿਤੇ ਉਹ ਮਜ਼ਦੂਰ ਨਿਕਲਦੇ ਵੀ ਤਾਂ ਉਹ ਕਿਹਾ ਜਾਂਦਾ ਕਿ ਇਹ ਜਿਹੜੇ ਕੰਮ ਲਈ ਉੱਥੇ ਗਏ ਸੀ ਅਲੱਗ-ਅਲੱਗ ਥਾਂ ਤੋਂ ਇਨਫੈਕਟਡ ਹੋ ਕੇ ਆਏ ਆ ਤੇ ਉਹਦੇ ਕਰਕੇ ਜਿਹੜਾ ਆ ਇਹ ਪੋਜ਼ਿਟਿਵ ਆਏ ਆ। ਤੇ ਜਿਹੜੇ ਸ਼ਰਧਾਲੂਆਂ ਦੀ ਇੱਕ ਤਾਂ ਜੋ ਬਦਨਾਮੀ ਜਾਂ ਹੋਈ ਜਾਂ ਲੋਕਾਂ ਨੇ ਕੁਝ ਸਾਡੇ ਨੇਤਾਵਾਂ ਨੇ, ਬੜੇ ਸੀਨੀਅਰ ਨੇਤਾ ਲੋਕ ਨੇ ਜਿਨ੍ਹਾਂ ਨੇ ਕੁਝ ਗਲਤ ਸ਼ਬਦਾਵਲੀਆਂ ਆਪਣੇ ਸੋਸ਼ਲ ਅਕਾਊਂਟਸ ਦੇ ਉੱਤੇ ਲਿਖੀਆਂ ਜਿਹੜੀਆਂ ਆਪਣੇ ਆਪ ਵਿੱਚ ਨਿੰਦਣਯੋਗ ਨੇ। ਤੇ ਨਾ ਉਹ ਇਦਾਂ ਦੀ ਕੋਈ ਗੱਲ ਹੁੰਦੀ, ਇਹ ਅਗਰ ਮੈਨੇਜਮੈਂਟ ਠੀਕ ਹੁੰਦੀ, ਮੈਨੇਜਮੈਂਟ ਕਿਹਨੇ ਕਰਨੀ, ਸਰਕਾਰਾਂ ਨੇ ਕਰਨੀ, ਜਾਂ ਮਹਾਰਾਸ਼ਟਰ ਸਰਕਾਰ ਕਰਦੀ ਤੇ ਜਾਂ ਕਰਦੀ
ਨਹੀਂ ਪੰਜਾਬ ਸਰਕਾਰ, ਦੋਨਾਂ ਦੇ ਹੱਥ ਸੀ। ਜਿਹੜੀ ਚੀਜ਼ ਕਹੀ ਜਾ ਰਹੀ ਹੈ ਕਿ ਹੋ ਸਕਦਾ ਜਿਹੜੇ ਡਰਾਈਵਰ ਆ ਉਹ ਪੋਜ਼ਿਟਿਵ ਹੋਣ ਤੋਂ ਉਹ ਸ਼ਾਇਦ ਗੱਲ ਕਿਤੇ ਨਾ ਕਿਤੇ ਪਿੱਛੇ ਰਹਿੰਦੀ ਲੱਗਦੀ ਆ। ਇਹ ਗੱਲ ਕਲੀਅਰ ਹੋ ਰਹੀ ਹੈ ਕਿ ਜਿਹੜੇ ਉਹ ਮਜ਼ਦੂਰ ਸੀ ਉਹਨਾਂ ਤੋਂ ਹੀ ਜਿਹੜਾ ਆ ਸ਼ਰਧਾਲੂਆਂ ਦੇ ਵਿੱਚ ਇਹ ਕਰੋਨਾ ਦਾ ਵਾਇਰਸ ਫੈਲਿਆ। ਕਿਉਂਕਿ ਸਰਕਾਰ ਇੱਥੇ ਜਾਣਦੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਜਿਹੜਾ ਕਰੋਨਾ ਪੀੜਤਾਂ ਦਾ ਉਹ ਅੰਕੜਾ ਪਾਇਆ ਜਾ ਰਿਹਾ। ਮਹਾਰਾਸ਼ਟਰ ਹੋ ਗਿਆ, ਦਿੱਲੀ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ। ਜਦ ਪਤਾ ਕਿ ਪ੍ਰਵਾਸੀ ਮਜ਼ਦੂਰ ਉਸ ਏਰੀਆਜ਼ ਦੇ ਵਿੱਚੋਂ ਆ ਰਹੇ ਨੇ, ਤੇਲੰਗਾਨਾ ਤੇ ਮਹਾਰਾਸ਼ਟਰ ਤੋਂ ਜਿਹੜੇ ਉਹ ਆਏ ਨੇ, ਉਹਨਾਂ ਨੂੰ ਚਾਹੀਦਾ ਸੀ ਉਹਨਾਂ ਦੇ ਪ੍ਰੋਪਰ ਟੈਸਟ ਉੱਥੇ ਹੁੰਦੇ। ਪਤਾ ਲੱਗਦਾ ਵੀ ਕਿਉਂਕਿ ਉੱਥੇ ਸੀਗਾ ਵਾਇਰਸ, ਜਾਂ ਤਾਂ ਹੋਵੇ ਵੀ ਉੱਥੇ ਵਾਇਰਸ ਨਹੀਂ ਸੀਗਾ, ਉਹਨਾਂ ਦੇ ਜਿਹੜਾ ਪ੍ਰੋਪਰ ਟੈਸਟ ਹੁੰਦੇ ਉਹਨਾਂ ਨੂੰ ਜਾਂ ਵੱਖਰਾ ਲਿਆਇਆ ਜਾਂਦਾ। ਇਹ ਸੀਗਾ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਉਹ ਲਗਾ ਦਿੱਤੇ ਸਰਕਾਰ ਨੇ ਕਿ ਅਸੀਂ ਉੱਥੋਂ ਬੱਸਾਂ ਭੇਜ ਰਹੇ ਹਾਂ ਤੇ ਤੁਸੀਂ ਬਸ ਨੰਬਰ ਬਣਾਉਂਦੀ ਪਈ ਜੀ, ਹੱਲਾ ਕਰਕੇ ਸਾਰੇ ਚਾਰ ਕੇ ਲੈਂਦੇ ਤੇ ਮੁੜ ਕੇ ਹੁਣ ਜਿਵੇਂ ਗਲਤੀ ਸਰਕਾਰ ਦੀ ਇੱਥੇ ਸਾਹਮਣੇ ਆਈ ਹੈ, ਜਦ ਕਿ ਸ਼ਰਧਾਲੂਆਂ ਨੂੰ ਭੁਗਤਣੀ ਪੈ ਰਹੀ ਹੈ। ਤੇ ਨਾਲ ਦੀ ਨਾਲ ਜਿਹੜਾ ਕਿ ਹਜੂਰ ਸਾਹਿਬ ਦੇ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਸਨ ਹੈ ਉਹਨਾਂ ਤੇ ਵੀ ਜਿਹੜਾ ਉਂਗਲ ਇੱਕ ਚੁੱਕੀ ਗਈ ਸੀ। ਉਹਨਾਂ ਨੇ ਜਵਾਬ ਦਿੱਤਾ। ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ? ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ? ਹੈਲੋ ਜੀ, ਹਾਂਜੀ ਬੋਲ ਰਿਹਾ ਜੀ। ਹੈਲੋ, ਹਾਂਜੀ ਮੈਂ ਬੋਲ ਰਿਹਾ ਜੀ, ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ? ਸਰ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ? ਆਵਾਜ਼ ਨਹੀਂ ਆ ਰਹੀ ਤੁਹਾਨੂੰ? ਨਹੀਂ, ਆਵਾਜ਼ ਉਹਨਾਂ ਨੂੰ ਨਹੀਂ, ਆਪਣੀ ਨਹੀਂ ਜਾ ਰਹੀ ਉਹਨਾਂ ਨੂੰ। ਕਈ ਵਾਰੀ ਜਦੋਂ ਕਾਲ ਕਰਦੇ ਆ ਕਿ ਇੱਕ ਦਿਨ ਵੀ ਕਾਲ ਸੀ ਕਿ ਬਾਕੀ ਸਾਰੇ ਕਾਲਰ ਦੀ ਆ ਰਹੀ, ਲੇਕਿਨ ਇੱਕ ਕਾਲਰ ਦੀ ਆਵਾਜ਼ ਨਹੀਂ ਜਾ ਰਹੀ। ਕਈ ਵਾਰੀ ਕੋਈ ਨੈਟਵਰਕ ਇਸ਼ੂ ਜਿਹੜਾ ਅੱਜਕੱਲ ਜਿਹੜਾ ਆ ਉਹ ਬਹੁਤ ਚੱਲ ਰਿਹਾ ਆ। ਤੇ ਸਰ ਉੱਥੇ ਹੀ ਜਿਵੇਂ ਹੁਣ ਲੋਕਡਾਊਨ ਦੇ ਵਿੱਚ ਖੋਲ ਦਿੱਤੀ ਗਈ ਹੈ ਆਪੋ ਆਪਣੇ ਇਲਾਕਿਆਂ ਦੇ ਵਿੱਚ, ਜੇਕਰ ਅਸੀਂ ਪੰਜਾਬ ਦੇ ਕਈ ਇਲਾਕਿਆਂ ਦੀ ਗੱਲ ਕਰੀਏ, ਆਪਣੇ ਫਗਵਾੜੇ ਦੀ ਗੱਲ ਕਰੀਏ, ਤਾਂ ਜਿਹੜੀ ਖੋਲ ਦਿੱਤੀ ਗਈ ਹੈ ਉਹਦਾ ਮਿਸਯੂਜ਼ ਕੀਤਾ ਜਾ ਰਿਹਾ। ਪਤਾ ਨਹੀਂ ਕਿਉਂ ਅਸੀਂ ਸਮਝਦਾਰ ਨਹੀਂ ਹੈਗੇ ਜਾਂ ਸਾਡਾ ਪ੍ਰਸ਼ਾਸਨ ਸਾਡੇ ਵੱਲ ਦੇਖ ਕੇ ਉਦਾਂ ਦੇ ਜਿਹੜੇ ਫੈਸਲੇ ਲੈ ਰਿਹਾ ਕਿ ਜਿਵੇਂ ਪਹਿਲਾਂ ਇੰਨਾ ਨਹੀਂ ਸੀਗਾ ਕਰੋਨਾ ਦਾ ਜਿਹੜਾ ਪ੍ਰਕੋਪ, ਤੇ ਉਦੋਂ ਲੋਕਡਾਊਨ ਪ੍ਰੋਪਰ ਤਰੀਕੇ ਨਾਲ ਹਰ ਕੋਈ ਫੋਲੋ ਵੀ ਕਰਦਾ ਸੀ, ਡਰ ਸੀ ਇੱਕ। ਹੁਣ ਜਿੰਨੇ ਕੇਸ ਵੱਧ ਰਹੇ ਨੇ ਉਸੇ ਤਰ੍ਹਾਂ ਲੋਕਾਂ ਦੀ ਜਿਹੜੀ ਆਵਾਜਾਈ ਆ ਸ਼ੌਪਾਂ ਤੇ, ਦੁਕਾਨਾਂ ਤੇ, ਮਤਲਬ ਜਿਹੜਾ ਸੜਕਾਂ ਤੇ ਆ, ਉਹ ਇੰਨੀ ਕਿ ਜ਼ਿਆਦਾ ਹੋ ਚੁੱਕੀ ਹੈ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਰੋਜ਼ ਦੀ ਰੋਜ਼ ਤੁਸੀਂ ਕੀ ਖਰੀਦਣਾ ਹੁੰਦਾ। ਪਹਿਲਾਂ ਤਾਂ ਮੈਂ ਕਹਿੰਦਾ ਕਿ ਆਪਾਂ ਪਹਿਲਾਂ ਅੱਜ ਜੋ ਫਗਵਾੜੇ ਦੇ ਬਾਜ਼ਾਰ ਦੀ ਪੋਜੀਸ਼ਨ ਸੀ ਉਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਈ। ਅਸੀਂ ਇੱਕ ਰਿਪੋਰਟ ਬਣਾਈ ਆ ਤੇ ਮੈਂ ਚਾਹਾਂਗਾ ਕਿ ਉਹ ਰਿਪੋਰਟ ਪਹਿਲਾਂ ਸਾਡੇ ਦਰਸ਼ਕਾਂ ਨੂੰ ਦਿਖਾਈ ਜਾਵੇ। ਕਰਫਿਊ ਦੇ ਵਿੱਚ ਰਿਲੈਕਸੇਸ਼ਨ ਦਾ ਜਿਹੜਾ 9 ਤੋਂ 1 ਵਜੇ ਦਾ ਟਾਈਮ ਸੈੱਟ ਹੋਇਆ ਹੈ, ਉਹਦਾ ਅੱਜ ਪਹਿਲਾ ਦਿਨ ਆ ਤੇ ਕੈਟਾਗਰੀ ਵਾਈਜ਼ ਜਿਹੜੀਆਂ ਦੁਕਾਨਾਂ ਖੋਲ੍ਹਣ ਦੇ ਲਈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ। ਪਰ ਜਦੋਂ ਅਸੀਂ ਅੱਜ ਬਾਜ਼ਾਰ ਦੇ ਵਿੱਚ ਦੇਖ ਰਹੇ ਹਾਂ ਕਿ ਹਰ ਤਰ੍ਹਾਂ ਦੀ ਦੁਕਾਨ ਆ, ਭਾਵੇਂ ਮਨਿਆਰੀ ਦੀ ਹੋਵੇ, ਭਾਵੇਂ ਕੱਪੜੇ ਦੀ ਹੋਵੇ, ਭਾਵੇਂ ਬੂਟਾਂ ਦੀ ਹੋਵੇ, ਭਾਵੇਂ ਕਿਸੇ ਵੀ ਚੀਜ਼ ਦੀ ਹੋਵੇ, ਸਾਰੇ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਆ ਸੇਮ ਡੇ ਦੇ ਉੱਤੇ ਖੁੱਲੀਆਂ ਆ। ਤੇ ਲੋਕਾਂ ਦੇ ਵਿੱਚ ਜਿਹੜਾ ਆ ਦੇਖਿਆ ਜਾ ਰਿਹਾ ਕਿ ਦੁਕਾਨਾਂ ਉੱਤੇ ਗ੍ਰਾਹਕ ਵੀ ਆਉਣੇ ਸ਼ੁਰੂ ਹੋ ਗਏ ਨੇ। ਤੇ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਖਰੀਦਦਾਰੀ ਦੇ ਲਈ ਆ ਰਹੇ ਨੇ ਤੇ ਜਿਹੜਾ ਆਪਣੇ ਆਪਣੇ ਤਰੀਕੇ ਦੀ ਜਿਹੜੀ ਖਰੀਦਦਾਰੀ ਜੋ ਕਰਨਾ ਚਾਹੁੰਦੇ ਆ ਉਹ ਕਰ ਰਹੇ ਨੇ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਇੰਗਲੈਂਡ ਤੋਂ ਆਏ ਹਾਂ। ਤੁਸੀਂ ਇੰਗਲੈਂਡ ਤੋਂ ਆਏ ਹੋ। ਅੱਜ ਇੰਨੇ ਦਿਨਾਂ ਬਾਅਦ ਬਾਜ਼ਾਰ ਖੁੱਲਾ ਆ ਤੇ ਕਿੱਦਾਂ ਲੱਗ ਰਿਹਾ ਕਿ ਤੁਹਾਨੂੰ ਜਿਹੜੀਆਂ ਜ਼ਰੂਰਤ ਦੀਆਂ ਸਮਾਨਾਂ ਅੱਜ ਮਿਲ ਜਾਣਗੀਆਂ? ਜਿੱਦਾਂ ਅਸੀਂ ਕੱਲ੍ਹ ਨੂੰ ਚੱਲਨੇ ਆ ਸਵੇਰੇ ਨੂੰ, ਹੁਣ ਤਾਂ ਜੋ ਬਾਕੀ ਸਮਾਨ ਚੱਕਣਾ, ਹੁਣ ਤਾਂ ਲੋਕਡਾਊਨ ਤਾਂ ਅਸੀਂ ਮਸੀ ਬਚੇ ਆ। ਕਦੋਂ ਅਸੀਂ ਆਏ 3 ਹਫ਼ਤੇ ਲਈ, ਅਸੀਂ ਮਹੀਨਾ ਹੋ ਗਿਆ ਘਰ ਬੈਠੀਆਂ ਨੂੰ। ਹੁਣ 4 ਘੰਟੇ 'ਚ ਸਾਰਾ ਕੁਝ ਲੈਣਾ ਪੈਣਾ ਹੁਣ। ਤੇ ਇਹ ਚੰਗੀ ਗੱਲ ਹੋਈ ਹੈ ਕਿ ਜਿਹੜੇ ਬਾਜ਼ਾਰ ਅੱਜ ਖੋਲੇ ਗਏ ਆ। ਚੰਗੀ ਵੀ ਆ ਐਂਡ ਉਹ ਵੀ ਔਖਾ ਵੀ ਆ। ਵੀ ਸੋਚੋ ਜਿੱਦਾਂ ਹਨਾ ਤੁਸੀਂ ਸੋਚੋ ਆਪਣੇ ਆਪ ਹੀ 7 ਤੋਂ 1 ਵਜੇ ਖੁੱਲ੍ਹਾ ਹੈ, ਕਰੋਨਾ ਹੁਣ ਨਹੀਂ ਫੈਲ ਸਕਦਾ ਇਸ 4 ਘੰਟਿਆਂ 'ਚ। ਚੰਗਾ ਹੈ ਜੋ ਲੋਕੀ ਜੋ ਵਿਚਾਰੇ ਹਨ ਖਾਣ ਨਹੀਂ ਲੈ ਸਕਦੇ, ਹੁਣ ਲੈ ਸਕਦੇ ਆ। ਹੁਣ ਵੀ ਕਰੋਨਾ ਤਾਂ ਫੈਲ ਸਕਦੀ ਹੈ ਇਹ 4 ਘੰਟੇ 'ਚ। ਫਿਰ ਬਾਜ਼ਾਰ ਪੂਰਾ ਹੀ ਖੋਲ੍ਹੋ। ਫਿਰ ਬਹੁਤ ਵਧੀਆ ਹੋਇਆ ਜਿਹੜਾ ਬਾਜ਼ਾਰ ਖੁੱਲ੍ਹ ਗਿਆ ਹੈ, ਭਾਵੇਂ 4 ਘੰਟੇ ਲਈ ਖੁੱਲ੍ਹਿਆ ਔਰ ਟਾਈਮ ਵੀ ਵਧੀਆ ਹੈਗਾ। ਲੇਕਿਨ ਇਹ ਹੈ ਵੀ ਸਾਰੇ ਆਪਣੇ ਆਪ ਨੂੰ ਕੇਅਰਫੁਲ ਰਹਿਣ, ਮਾਸਕ ਪਾਏ ਰੱਖਣ, ਸੈਨੀਟਾਈਜ਼ਰ ਕਰਨ ਔਰ ਬਾਜ਼ਾਰ 'ਚ ਜ਼ਿਆਦਾ ਰਸ਼ ਨਾ ਪਾਉਣ। ਬਾਈਕਾਂ ਨਾਲੋਂ ਪੈਦਲ ਆਉਣ ਤਾਂ ਜ਼ਿਆਦਾ ਵਧੀਆ ਰਹੇਗਾ ਔਰ ਸਾਰੇ ਵਧੀਆ ਰਹਿਣਗੇ। ਡਿਸਟੈਂਸ ਬਣਾਈ ਰੱਖਣ, ਇਹੀ ਵਧੀਆ ਹੈ। ਸਾਨੂੰ ਪਰਮਾਤਮਾ ਸਭ ਨੂੰ ਖੁਸ਼ ਰੱਖੇ, ਲੰਬੀ ਉਮਰ ਕਰੇ। ਜੈ ਹਿੰਦ। ਹੁਣ ਇੱਕ ਗੱਲ ਕਰਦੇ ਆ ਇੱਧਰ, ਇੰਨੇ ਦਿਨਾਂ ਤੋਂ ਲੋਕਡਾਊਨ ਦੇ ਵਿੱਚ ਤੁਸੀਂ ਬੈਠੇ ਸੀ, ਅੱਜ ਤੁਸੀਂ ਇੱਥੇ ਲਿਆ ਕੇ ਸਮਾਨ ਵੇਚ ਰਹੇ ਹੋ ਤੇ ਕਿੱਦਾਂ ਲੱਗ ਰਿਹਾ ਕਿ ਕੁਝ ਲੱਗ ਰਿਹਾ ਕਿ ਗਾਹਕ ਆ ਰਹੇ ਨੇ? ਗਾਹਕ ਹਾਂਜੀ
ਥੋੜਾ ਬਹੁਤਾ ਖਰਚ ਪਾਣੀ ਤਾਂ ਬਣੇਗਾ ਜੀ। ਹੁਣ ਇਹਦੇ 1.5 ਮਹੀਨਾ ਹੋ ਗਿਆ ਘਰ ਬੈਠ ਖਾਦਾ, ਕੁਝ ਜੋ ਵਟ ਕੇ ਲਿਆਵਾਂਗੇ ਉਹਦਾ ਕੁਛ ਨਾ ਕੁਛ ਸਮਾਨ ਹੀ ਲਿਆਵਾਂਗੇ। 1.5 ਮਹੀਨੇ ਵਿੱਚ ਕੀ ਹਾਲਾਤ ਹੋ ਗਏ ਸੀ ਘਰ ਦੇ? ਰਾਤ ਦੇਖੋ ਜੀ, ਜੋ ਪੂੰਜੀ ਜਮ੍ਹਾਂ ਕੀਤੀ ਸੀ ਖਰਚ ਹੋ ਗਈ ਹੈ, ਖਰਚ ਹੋ ਗਈ ਹੈ। ਤੇ ਹੁਣ ਤਾਂ ਇਸ ਤਰ੍ਹਾਂ ਜੋ ਕੋਈ ਨੇਣੇ ਦੇ ਵੀ ਕੋਲ ਪੈਸੇ ਉਹ ਵੀ ਕੱਢ ਖਰਚ ਲਏ। ਜਦੋਂ ਹੁਣ ਜੋ ਰੂਟੀਨ ਦੀ ਅੱਗੇ ਗੱਲ ਕਰਦੇ ਆ, ਉਹਦੇ ਨਾਲੋਂ ਹੁਣ ਗ੍ਰਾਹਕ ਠੀਕ ਹੈ ਜਾਂ ਹਜੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ? ਨਹੀਂ, ਹਾਲੇ ਤਾਂ ਗ੍ਰਾਹਕ ਨਹੀਂ ਠੀਕ, ਤਾਂ ਸਿਰਫ ਅਸੀਂ ਵੀ ਲਾ ਕੇ ਬੈਠੇ, ਚਲੋ 200-300 ਜੋ ਹੱਥ ਬਟਾਂਗੇ ਜੋ ਉਹਦੇ ਨਾਲ ਕੋਈ ਨਾ ਕੋਈ ਸਮਾਨ ਲੈ ਕੇ ਜਾਏਗਾ। ਰੂਟੀਨ ਤਾਂ ਹਾਲੇ ਨਹੀਂ ਬਣੀ, ਹਾਲੇ ਤਾਂ ਲੋਕੀ ਜੋ ਨਿਕਲਦੇ ਡੇਲੀ ਨੀਡ ਦਾ ਸਮਾਨ ਹੀ ਲਗਭਗ ਖਰੀਦਣ ਲੈ ਰਹੇ। ਕੋਈ ਕਾਰ ਕੇ ਕੰਘੀ ਟੂਟੀ ਜਾਂ ਹੋਰ ਕੁਛ ਇਸ ਤਰ੍ਹਾਂ ਛੋਟਾ ਸਮਾਨ ਕੋਈ ਡੇਲੀ ਨੀਡ ਦਾ ਸਮਾਨ ਲੈ ਰਹੇ ਜਾ ਰਹੇ। ਮਹੀਨੇ ਤੋਂ ਉੱਪਰ ਹੋ ਗਿਆ ਲਾਕਡਾਊਨ ਲੱਗੇ ਨੂੰ, ਤੇ ਉਸ ਤੋਂ ਬਾਅਦ ਅੱਜ ਬੜੇ ਦਿਨਾਂ ਬਾਅਦ ਜਿਹੜੀ ਆ 9 ਤੋਂ 1 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਟਾਈਮਿੰਗ ਮਿਲੀ, ਭਾਵੇਂ ਉਹ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਮਿਲੀ ਸੀ, ਲੇਕਿਨ ਇੱਕਦਮ ਲੋਕਾਂ ਦਾ ਜਿਹੜਾ ਬਹੁਤ ਰਸ਼ ਆ ਉਹ ਦੇਖਣ ਨੂੰ ਬਾਜ਼ਾਰਾਂ ਦੇ ਵਿੱਚ ਮਿਲ ਰਿਹਾ, ਜਿਸ ਨੂੰ ਲੈ ਕੇ ਪੁਲਿਸ ਦੀ ਜਿਹੜੀ ਆ ਡਿਊਟੀ ਹੋਰ ਜ਼ਿਆਦਾ ਸਖਤ ਹੋ ਜਾਂਦੀ ਤੇ ਬਹੁਤ ਜਿਹੜੀ ਆ ਆਪਣੇ ਤੌਰ ਦੇ ਉੱਤੇ ਬਹੁਤ ਵਧੀਆ ਤਰੀਕੇ ਦੇ ਨਾਲ ਰਸ਼ ਨਾ ਪਵੇ ਜਿਹੜੀ ਆ ਡਿਊਟੀ ਇੱਥੇ ਨਿਭਾਈ ਜਾ ਰਹੀ ਹੈ। ਸਾਡੇ ਨਾਲ ਨੇ ਇਸ ਵਕਤ ਫਗਵਾੜਾ SHO ਸਿਟੀ ਬਰਾੜ ਸਾਹਿਬ, ਪਹਿਲਾਂ ਤਾਂ ਕਿੱਦਾਂ ਹੋ ਰਿਹਾ ਹੈ ਕਿ ਬਈ ਪਹਿਲਾਂ ਡਿਊਟੀ ਸਹੀ ਸੀ ਕਿ ਜਦੋਂ ਹੁਣ ਇੱਕਦਮ ਖੁੱਲਿਆ ਆ ਬਹੁਤ ਜ਼ਿਆਦਾ ਡਿਊਟੀ ਤੁਹਾਡੀ ਵੱਧ ਗਈ ਆ? ਪਿਛਲੇ ਕਰੀਬ 40-42 ਦਿਨ ਤੋਂ ਲਗਾਤਾਰ ਲਾਕਡਾਊਨ ਕਰਫਿਊ ਚੱਲ ਰਿਹਾ ਸੀਗਾ ਤੇ ਪਬਲਿਕ ਘਰਾਂ ਦੇ ਵਿੱਚ ਸੀ। ਉਹਨਾਂ ਦੀਆਂ ਜਿਹੜੀਆਂ ਮੈਡੀਸਨ ਜਾਂ ਉਹਦਾ ਸੁੱਖ ਸਹੂਲਤਾਂ ਜਿਵੇਂ ਕਿ ਰਾਸ਼ਨ ਵਗੈਰਾ ਦਾ ਟਾਈਮ ਜਿਹੜਾ ਫਿਕਸ ਸੀਗਾ। ਅੱਜ ਪਹਿਲੇ ਦਿਨ ਜਿਹੜੀਆਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਤੇ ਉਹਦੇ 'ਚ ਵੀ ਕੈਟਾਗਰੀ ਬਣੀ ਹੈ। ਸੋਮਵਾਰ ਦੇ ਵੱਖਰੇ ਬਾਜ਼ਾਰ ਖੁੱਲ੍ਹ ਰਹੇ ਆ, ਮੰਗਲਵਾਰ ਦੇ ਵੱਖਰੇ ਖੁੱਲ੍ਹ ਰਹੇ ਆ ਤੇ ਕੁਝ ਪਬਲਿਕ ਜਿਹੜੀ ਹੈ ਉਹ ਕਨਫਿਊਜ਼ ਹੈਗੀ ਆ ਵੀ ਮੰਗਲਵਾਰ ਕੀ ਖੁੱਲ੍ਹ ਰਿਹਾ, ਸੋਮਵਾਰ ਕੀ ਖੁੱਲ੍ਹ ਰਿਹਾ। ਇਸ ਕਰਕੇ ਅੱਜ ਇੱਕਦਮ ਪਬਲਿਕ ਰੋਡ ਤੇ ਆ ਗਈ ਸੀ। ਅਸੀਂ ਸਾਰੀ ਫੋਰਸ ਲੈ ਕੇ DSP ਸਾਹਿਬ SP ਸਾਰਿਆਂ ਨੇ ਬੜੀ ਸਖਤੀ ਨਾਲ ਅਸੀਂ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਹੈ, ਉਹਨਾਂ ਨੂੰ ਬਰੀਫ ਵੀ ਕੀਤਾ, ਰਿਕੁਐਸਟ ਵੀ ਕੀਤੀ ਹੈ ਤੇ ਉਹਨਾਂ ਨੂੰ ਇਸ ਗੱਲ ਦੀਆਂ ਗਾਈਡਲਾਈਨ ਜੋ ਮਾਨਯੋਗ DC ਸਾਹਿਬ ਵੱਲੋਂ ਦਿੱਤੀਆਂ ਡਿਸਟ੍ਰਿਕਟ ਦੇ ਵਿੱਚ ਉਹਨਾਂ ਤੋਂ ਜਾਣੂ ਕਰਾਇਆ। ਤੇ ਜਿਵੇਂ ਕਿ ਰਾਸ਼ਨ ਮੰਡੀ 'ਚ ਪੁਰਾਣੀ ਦਾਣਾ ਮੰਡੀ ਹੈ ਜਿੱਥੇ ਬਹੁਤ ਜ਼ਿਆਦਾ ਰਸ਼ ਪੈ ਗਿਆ ਸੀਗਾ ਤੇ ਉਹਨਾਂ ਨੂੰ ਵੀ ਅਸੀਂ ਬੜਾ ਡੀਪਲੀ ਉਹਨਾਂ ਨੂੰ ਡੋਰ ਟੂ ਡੋਰ ਜਾ ਕੇ ਬਰੀਫ ਕੀਤਾ ਤੇ ਕੁਝ ਬੰਦਿਆਂ ਨੂੰ ਅਸੀਂ ਰਾਉਂਡ ਅਪ ਵੀ ਕੀਤਾ ਸੀਗਾ ਤੇ ਉਹਨਾਂ ਨੂੰ ਬਾਅਦ ਚ ਵਾਰਨਿੰਗ ਦੇ ਕੇ ਅਸੀਂ ਫਰਕ ਕੀਤਾ ਹੈਗਾ। ਇਹ ਸਨ SHO ਓਂਕਾਰ ਸਿੰਘ ਬਰਾੜ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰੀ ਜਦੋਜਹਿਦ ਦੇ ਨਾਲ, ਮਿਹਨਤ ਦੇ ਨਾਲ ਜਿਹੜਾ ਆ ਰਸ਼ ਪੈਣ ਤੋਂ ਵੀ ਕਿਸੇ ਤਰੀਕੇ ਰਸ਼ ਨਾ ਪਵੇ ਬਾਜ਼ਾਰਾਂ ਦੇ ਵਿੱਚ ਉਸ ਨੂੰ ਰੋਕਿਆ ਜਾ ਰਿਹਾ ਆ। ਪਰ ਲੋਕਾਂ ਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇ ਅਗਰ ਕੱਲ ਤੋਂ ਤੁਸੀਂ ਆਉਣਾ ਵੀ ਹੈ ਤਾਂ ਇੱਕ ਮੈਂਬਰ ਘਰੋਂ ਨਿਕਲੋ ਤੇ ਜ਼ਰੂਰਤ ਦਾ ਸਮਾਨ ਲੈਣ ਲਈ ਹੀ ਨਿਕਲੋ, ਵੈਸੇ ਹੀ ਜਿਹੜਾ ਆ ਬਾਜ਼ਾਰਾਂ ਵਿੱਚ ਨਾ ਆਓ। ਕੈਮਰਾਮੈਨ ਰਾਣਾ ਦੇ ਨਾਲ HS ਬਸਰਾ, ਫਗਵਾੜਾ। ਮੁੜ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਤੇ ਇਹ ਜਿਹੜੀ ਅਸੀਂ ਰਿਪੋਰਟ ਤੁਹਾਡੇ ਤੱਕ ਪਹੁੰਚਾਈ ਹੈ ਇਹ ਸਾਡੇ ਫਗਵਾੜੇ ਦੀ ਰਿਪੋਰਟ ਹੈਗੀ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਕਿੰਨੇ ਕੁ ਸੇਫ ਹੈਗੇ ਹਾਂ ਕਿ ਸਾਨੂੰ ਖੁੱਲ ਮਿਲ ਗਈ ਹੈ। ਦੇਖੇ ਕਿੰਨੇ ਨੇ ਤਾਂ ਜਿਹੜੇ ਮਾਸਕ ਆ ਉਹ ਵੀ ਲਗਾਏ ਹੋਏ ਆ, ਉਹ ਜਿਹੜਾ ਠਾਠੀ ਨਹੀਂ ਬੰਦੇ ਮੂਵਲ ਉਹ ਲਿਆ ਕੇ ਇੱਥੇ ਰੱਖਿਆ ਵੀ ਜੇ ਪੁਲਿਸ ਵਾਲਾ ਕੋਈ ਸਾਹਮਣੇ ਪੁੱਛੂਗਾ ਤਾਂ ਪਤਾ ਕਰ ਲੈਂਦੇ ਆ, ਨਹੀਂ ਤਾਂ ਇਹਨੂੰ ਥੱਲੇ ਕਰ ਲੈਂਦੇ ਆ। ਇਹ ਤੁਸੀਂ ਆਪਣੇ ਲਈ ਆਪ ਖਤਰਾ ਪੈਦਾ ਕਰ ਰਹੇ ਹੋ, ਪੁਲਿਸ ਪ੍ਰਸ਼ਾਸਨ ਦਾ ਕੁਝ ਨਹੀਂ ਜਾਣਦਾ। ਮੈਂ ਆਪਣੇ ਦਰਸ਼ਕਾਂ ਨੂੰ ਉਹ ਦੱਸਦਾ ਕਿ ਬਈ ਜਿਹੜੀ ਇਹ ਰਿਕਾਰਡਿੰਗ ਹੈ ਮੈਂ ਪਹਿਲਾਂ ਪ੍ਰੋਗਰਾਮ ਤੋਂ ਜਾ ਕੇ ਕਰਕੇ ਆਇਆ ਸੀ, ਕਿਤੇ ਇਹ ਨਾ ਸੋਚਿਓ ਕਿ ਹੁਣੇ ਇੱਥੇ ਚੇਅਰ ਤੇ ਬੈਠੇ ਤੇ ਹੁਣੇ ਬਾਜ਼ਾਰ ਵਿੱਚ ਖੜਾ ਮੁੜ ਕੇ ਫੇਰ ਆਏ ਕੁਰਸੀ ਤੇ ਬਹਿ ਗਿਆ ਹਨਾ। ਸਾਰੇ ਜਾਣੂ ਤੇ ਮੈਂ ਪਹਿਲਾਂ ਰਿਕਾਰਡਿੰਗ ਕਰਕੇ ਆਇਆ ਸੀ ਤੇ ਸਾਡੇ ਨਾਲ ਕਾਲਰ ਜੁੜੇ ਨੇ। ਹੈਲੋ 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 ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਹੋ? ਮੈਂ ਫਗਵਾੜੇ ਤੋਂ ਬੋਲਦਾ ਜੀ, ਅਮਰਜੀਤ ਡੰਗ ਸੋਸ਼ਲ ਵਰਕਰ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤੁਹਾਨੂੰ ਦੱਸਣਾ ਜਿਹੜੇ ਵੀ ਠੇਕੇ ਖੋਲੇ ਹੈ ਨਾ ਇਹ ਪੰਜਾਬ ਦੇ ਉਧਰ ਨਸ਼ਾ ਮੁਕਤ ਹੋ ਜਾਵੇ, ਲੇਕਿਨ ਪੰਜਾਬ ਇੰਨੇ ਰਸ਼ ਪਿਆ ਇਹਨੇ ਠੇਕਿਆਂ ਦੇ ਹੈ, ਬੁਰਾ ਹਾਲ ਹੈ। ਮੈਂ ਮੈਨੂੰ ਮੰਨਦਾ ਵੀ ਅੰਦਰ ਹੈਗੀ ਸਾਰਾ ਕਰੋੜ ਵੱਡੇ ਲਈ ਅੰਦਰ ਹੈ। ਪਰ ਪੰਜਾਬ ਦੇ ਵਿੱਚ ਗੱਲ ਵੀ ਪੰਜਾਬ ਦੇ ਵਿੱਚ ਹਜੇ ਜਿਹੜੇ ਆ ਠੇਕੇ ਖੁੱਲੇ ਹੈਗੇ, ਹਜੇ ਤਾਂ ਗੱਲ ਕੀਤੀ ਗਈ ਹੈ ਕਿ ਲੋਕਾਂ ਨੂੰ ਘਰਾਂ 'ਚ ਬੈਠਿਆਂ ਨੂੰ ਜਿਹੜੀ ਹੈ ਸ਼ਰਾਬ ਆ ਉਹ ਡਿਲੀਵਰੀ ਦਿੱਤੀ ਜਾਊਗੀ, ਠੇਕੇ ਨਹੀਂ ਫਿਲਹਾਲ ਖੋਲੇ ਜਾਣਗੇ। ਇਹ ਚੰਡੀਗੜ੍ਹ, ਦਿੱਲੀ ਤੇ ਹੋਰ ਜਗ੍ਹਾ ਦੇ ਜਿਹੜੇ ਸ਼ਾਪ ਨੇ ਉਹ ਆ ਰਹੇ ਨੇ, ਜਿਹਦਾ ਆਪਾਂ ਰਸ਼ ਦੇਖ ਰਹੇ ਆ। ਹਜੇ ਪੰਜਾਬ ਵਿੱਚ ਖੋਲੇ ਜਾ ਰਹੇ ਨੇ, ਤਿਆਰੀ ਪੂਰੀ ਕੀਤੀ ਗਈ ਆ। ਨਹੀਂ ਆਮਦਨ ਜ਼ਰੂਰ ਹੈਗੀ ਹੈ ਲੇਕਿਨ ਨਸ਼ਾ ਮੁਕਤ ਨਹੀਂ ਹੋ ਸਕਦਾ ਪੰਜਾਬ 'ਚ। ਹਾਂ ਬਿਲਕੁਲ ਨਸ਼ਾ ਬੁਰਾ ਹਾਲ ਹੈ ਵੈਸੇ। ਬਿਲਕੁਲ ਜੀ, ਬਾਕੀ ਤੁਸੀਂ ਗਾਈਡ ਤੁਸੀਂ ਕਰਨਾ ਵਾਲਾ ਰਿਜੈਕਟ ਕਰ ਦਿਓ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਧੰਨਵਾਦ ਜੀ ਕਾਲ ਕਰ ਲਈ। ਸਰ ਉਹੀ ਨਾ, ਹਰ ਇੱਕ ਦੀ ਜਿਹੜੀ ਇਸ ਸਮੇਂ ਲੋੜ ਆ ਸਿਰਫ ਤੇ ਸਿਰਫ ਰਾਸ਼ਨ ਆ
ਤੇ ਜਿਹੜੇ ਇੰਨੇ ਬਿਜਲੀ ਦੇ ਬਿੱਲ ਆ ਰਹੇ ਆ ਉਹ ਸਰਕਾਰ ਮਾਫ ਕਰ ਦੇਵੇ। ਜਿਹੜੇ ਨਸ਼ੇ ਦੀਆਂ ਗੱਲਾਂ ਕਰ ਰਹੇ ਆ ਉਹਨਾਂ ਨੂੰ ਤਾਂ ਟੋਟਲੀ ਹੁਣ ਬੰਦ ਹੀ ਕਰ ਦਿੱਤਾ ਜਾਵੇ ਨਾ, ਬੰਦ ਹੀ ਕਰਤੇ ਜਾਵੇ। ਲੇਕਿਨ ਕੇਜਰੀਵਾਲ ਉਹਨਾਂ ਨੇ ਇੱਕ ਕਮਾਈ ਦਾ ਸਾਧਨ ਕਰ ਲਿਆ ਕਿ ਉਹ ਕਹਿੰਦੇ ਜੇ 70% ਉਹਨਾਂ ਨੇ ਕਰੋਨਾ ਦਾ ਟੈਕਸ ਲਾਤਾ ਹਨਾ, ਤੇ ਜੇ ਤੁਸੀਂ 100 ਰੁਪਏ ਦੀ ਕੋਈ ਸ਼ਰਾਬ ਲੈਣੀ ਹੈ ਜਾਂ 1000 ਰੁਪਏ ਦੀ ਸ਼ਰਾਬ ਲੈਣੀ ਹੈ ਉਹ 1700 ਰੁਪਏ ਦੀ 70% ਜਿਹੜਾ ਉੱਥੇ ਉਹ ਦੂਜਾ ਪਏਗਾ। ਲੇਕਿਨ ਦੇਖੋ ਜੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਤੇ ਜਿਹੜੇ ਰਾਸ਼ਨ ਦੀਆਂ ਲਾਈਨਾਂ 'ਚ ਲੱਗੇ ਸੀ ਉਹ ਉੱਥੇ ਉਸ ਲਾਈਨ ਵਿੱਚ ਉੱਥੇ ਵੀ ਤੁਸੀਂ ਇਹ ਦੇਖੋ ਕਿ ਹਜ਼ਾਰ ਬੰਦਾ 500 ਬੰਦਾ ਜਿਹੜਾ ਹੈ ਲਾਈਨ ਦੇ ਵਿੱਚ ਲੱਗਾ ਆ। ਤੇ ਜੇ ਆਪਾਂ ਪੰਜਾਬ ਦੀ ਗੱਲ ਵੀ ਕਰਦੇ ਆ ਤੇ ਇੱਥੇ ਵੀ ਤਾਂ ਇਹੀ ਪੋਜੀਸ਼ਨ ਹੋਣੀ ਆ ਹਨਾ, ਵੀ ਲਾਈਨ ਜਿਹੜੀ ਆ ਉਹ ਇਦਾਂ ਹੀ ਲੱਗਣੀ ਆ। ਲੇਕਿਨ ਕਿਸੇ ਇੱਕ ਮੈਸੇਜ ਮੈਂ ਸੋਸ਼ਲ ਸਾਈਟਸ ਉੱਤੇ ਪੜ੍ਹ ਰਿਹਾ ਸੀ, ਮੈਨੂੰ ਜਿਹੜਾ ਬਹੁਤ ਅੱਛਾ ਲੱਗਾ। ਉਹਨਾਂ ਦਾ ਕਹਿਣਾ ਸੀ ਕਿ ਬਈ ਜਦੋਂ ਵੀ ਕੋਈ ਬੰਦਾ ਸ਼ਰਾਬ ਲੈਣ ਜਾਂਦਾ ਇਸ ਅੱਜ ਕੱਲ੍ਹ ਦੇ ਮੌਕੇ ਦੇ ਵਿੱਚ ਉਹਦੇ ਨਾਲ ਫਿੰਗਰਪ੍ਰਿੰਟ ਲੈ ਕੇ ਆਧਾਰ ਕਾਰਡ ਨੂੰ ਉਹਦਾ ਲਿੰਕ ਕਰ ਦਿੱਤਾ ਜਾਵੇ ਤੇ ਜਦੋਂ ਕਿਸੇ ਨੂੰ ਰਾਸ਼ਨ ਵੰਡਿਆ ਜਾਵੇ ਉਹਦਾ ਫਿੰਗਰਪ੍ਰਿੰਟ ਲਾਇਆ ਜਾਵੇ। ਜਿਹੜਾ ਬੰਦਾ ਸ਼ਰਾਬ ਲੈਣ ਜਾਂਦਾ ਉਹਨੂੰ ਫ੍ਰੀ ਦੇ ਵਿੱਚ ਰਾਸ਼ਨ ਨਾ ਦਿੱਤਾ ਜਾਵੇ ਹਨਾ, ਤੇ ਤਾਂ ਕਿ ਜਿਹੜਾ ਆ ਜੇ ਉਹ ਸ਼ਰਾਬ ਦੇ ਉੱਤੇ ਪੈਸੇ ਖਰਚ ਸਕਦਾ ਆ ਤਾਂ ਫਿਰ ਰਾਸ਼ਨ ਤੇ ਕਿਉਂ ਨਹੀਂ ਖਰਚ ਸਕਦਾ। ਪਹਿਲਾਂ ਸਰਕਾਰ ਨੂੰ ਇਹ ਆਪਾਂ ਚਰਚਾ ਜਿਹੜੀ ਹੈ ਇਸ ਕਾਲ ਤੋਂ ਬਾਅਦ ਵੀ ਜਾਰੀ ਰੱਖਾਂਗੇ। ਪਹਿਲਾਂ ਇੱਕ ਸਾਡੇ ਕੋਲ ਕਾਲਰ ਜਿਹੜੇ ਨੇ ਜੁੜੇ ਨੇ। ਹੈਲੋ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜਿੱਦਾਂ ਆਪਾਂ ਹੁਣ ਬਾਜ਼ਾਰ ਦੇ ਵਿੱਚ ਰੱਖ ਦੇਖਦੇ ਆ ਜੀ, ਸਰ ਲੋਕ ਗੋਲਡ ਦੀਆਂ ਦੁਕਾਨਾਂ ਤੇ ਜਾਂ ਹੋਰ ਸਾਰੇ ਜਗ੍ਹਾ ਤੇ ਸਰ ਲੈਣ ਪਹੁੰਚਦੇ ਆ ਸਰ। ਆਪਾਂ ਗਵਰਨਮੈਂਟ ਨੂੰ ਵੀ ਇੰਨਾ ਦੋਸ਼ ਦਿੰਦੇ ਆ। ਮੇਰੇ ਹਿਸਾਬ ਨਾਲ ਜੇ ਆਪਾਂ ਇਹ ਗੋਲਡ 2-4 ਮਹੀਨੇ ਲੇਟ ਲੈ ਲਈਏ, ਜੇ ਆਪਾਂ ਕਿਸੇ ਗਰੀਬ ਦੀ ਭੁੱਖ ਵਾਲੇ ਬੰਦੇ ਦੀ ਉਹਨੂੰ ਜ਼ਰੂਰਤ ਦੀ ਚੀਜ਼ ਲੈ ਕੇ ਦੇ ਦਈਏ, ਸਰ ਇਹ ਠੀਕ ਨਹੀਂ। ਮੈਂ ਤੁਹਾਡੀ ਗੱਲ ਸਮਝਦਾ ਜੀ, ਲੇਕਿਨ ਦੇਖੋ ਜਦੋਂ ਬਾਕੀ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਪਰਮਿਸ਼ਨ ਮਿਲੀ ਆ ਫਿਰ ਗੋਲਡ ਵਾਲੇ ਕਿਉਂ ਬੰਦ ਰੱਖਣਗੇ? ਹੋ ਸਕਦਾ ਹੈ ਕਿ ਕਿਸੇ ਦੀ ਜ਼ਰੂਰਤ ਹੋਵੇ, ਕਿਸੇ ਦੇ ਕੋਈ ਘਰ ਦੇ ਵਿੱਚ ਫੰਕਸ਼ਨ ਹੋਵੇ, ਵਿਆਹ ਸ਼ਾਦੀ ਵੀ ਹੋ ਸਕਦਾ ਨਾ। ਗੱਲ ਨਾਲ ਸਹਿਮਤ ਆ। ਫਿਰ ਵੀ ਜੇ ਆਪਾਂ ਮੈਂ ਵੀ ਇੱਕ ਸਰ ਦਿਹਾੜੀਦਾਰ ਆ, ਮਜ਼ਦੂਰ ਆ ਸਰ, ਅਸੀਂ ਵੀ ਘਰ ਬੈਠੇ ਆ ਲੋਕਡਾਊਨ ਦੇ ਵਿੱਚ, ਕੋਈ ਚੱਕਰ ਨਹੀਂ। ਚਲੋ ਜਿੰਨੀ ਕੁ ਆਪਣੀ ਪੂੰਜੀ ਆ ਉਹਦੇ ਨਾਲ ਗੁਜ਼ਾਰਾ ਕਰਦੇ ਆ ਸਰ, ਪਰ ਫਿਰ ਵੀ ਜੇ ਕਿਸੇ ਦੀ ਆਪਾਂ ਹੈਲਪ ਕਰੀਏ ਇਹ ਸਰ ਵਧੀਆ ਗੱਲ ਨਹੀਂ ਜੀ। ਬਿਲਕੁਲ ਸਹੀ ਗੱਲ ਹੈ ਜੀ, ਲੇਕਿਨ ਇੰਨਾ ਗੱਲ ਜ਼ਰੂਰ ਹੈ ਕਿ ਜਿਹੜੇ ਬੰਦੇ ਨੇ ਗੋਲਡ ਖਰੀਦ ਕੇ ਆਪਣੇ ਘਰ ਲਈ ਜਾਂ ਆਪਣੇ ਰਿਸ਼ਤੇਦਾਰਾਂ ਲਈ ਜਾਂ ਕਿਸੇ ਲਈ ਗਿਫਟ ਲਈ ਲੈਣਾ, ਬਟ ਉਹਨੇ ਉਹਦੇ ਵਿੱਚੋਂ ਰਾਸ਼ਨ ਲਈ ਪੈਸੇ ਨਹੀਂ ਦੇਣੇ। ਉਹਦੇ ਰਾਸ਼ਨ ਦੇ ਪੈਸੇ ਉਹਨੇ ਸੋਚਿਆ ਹੁੰਦਾ ਕਿ ਮੈਂ ਇੰਨੇ ਕੁ ਪੈਸੇ ਜਿਹੜੇ ਸੋਸ਼ਲ ਕੰਮਾਂ ਦੇ ਉੱਤੇ ਖਰਚਣੇ ਤੇ ਇੰਨੇ ਕੁ ਰਾਸ਼ਨ ਦੇ ਪੈਸੇ ਆ ਉਹ ਜਿਹੜੇ ਮੈਂ ਲਗਾਉਣੇ ਆ। ਹਾਂ ਸਰ ਸਾਡੀ ਗੱਲ ਨਾਲ ਸਹਿਮਤ ਆ ਜੀ, ਠੀਕ ਹੈ ਸਰ। ਸਰ ਇਹ ਜੇ ਆਪਾਂ ਪੰਜਾਬ 'ਚ ਨਸ਼ੇ ਦੀ ਗੱਲ ਕਰਦੇ ਆ, ਨਸ਼ਾ ਖਤਮ ਕਰਨਾ ਹੈ, ਕੈਪਟਨ ਸਾਹਿਬ ਕਹਿੰਦੇ ਇੱਕ ਪਾਸੇ ਸਰ ਠੇਕੇ ਖੋਲ੍ਹਣ ਦੀ ਗੱਲ ਕਰਦੇ ਆ, ਸਰ ਨਸ਼ਾ ਤੇ ਕਿੱਦਾਂ ਬੰਦ ਹੋਊਗਾ ਜੀ? ਮੈਂ ਦੇਖੋ ਕਿਹਾ ਜਾ ਰਿਹਾ ਸੀ ਕਿ ਬਹੁਤ ਲੋਕ ਜਿਹੜੇ ਨੇ ਜੇ ਇਦਾਂ ਹੁੰਦਾ ਕਿ ਜਿਹੜੇ ਆਪਾਂ ਇਹ ਗੱਲ ਕਰਦੇ ਕਿ ਸ਼ਰਾਬ ਜਿਹੜੀ ਹੈ ਨਾ ਮਨਪ੍ਰੀਤ ਉਹਦੇ ਵਿੱਚ ਵੀ ਆਪਾਂ ਇਹ ਕਹਿ ਦਿੰਦੇ ਹਾਂ ਕਿ ਬੰਦਾ ਐਡਿਕਟ ਹੋ ਜਾਂਦਾ, ਕੋਈ ਵੀ ਬੰਦਾ ਜੇ ਉਹ ਸ਼ਰਾਬ ਪੀਂਦਾ ਸ਼ਾਮ ਨੂੰ ਪੰਜਾਬੀ 'ਚ ਕਹਿੰਦੇ ਕਿ ਉਹ ਕੀੜੇ ਲੜਨ ਲੱਗ ਪਏ ਜਾਂ ਕੀੜੇ ਨੱਚਣ ਲੱਗ ਪਏ, ਉਹਦੇ ਅੰਦਰ ਕੀੜੇ ਜਿਹੜੇ ਸ਼ਰਾਬ ਮੰਗਦੇ ਆ। ਜਿਹੜੇ ਮਹੀਨਾ ਸ਼ਰਾਬ ਤੋਂ ਬਗੈਰ ਹੈਗੇ ਮੈਨੂੰ ਕੀੜੇ ਮਰ ਗਏ ਹੋਣੇ, ਉਹ ਮੌਕਾ ਹੀ ਸ਼ਰਾਬ ਛੱਡਣ ਦਾ। ਹਾਂਜੀ ਹਾਂਜੀ ਹਾਂ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਜੀ, ਧੰਨਵਾਦ ਕਾਲ ਕਰਨ ਲਈ ਜੀ। ਗੱਲਬਾਤ ਇਹਨਾਂ ਨੇ ਉਹੀ ਕੀਤੀ ਹੈ ਕਿ ਜੇ ਆਪਾਂ ਜਿਹੜੀ ਗੱਲ ਉੱਥੇ ਤੋਰਦੇ ਕਿ ਜੇ ਉਹ ਕੀੜੇ ਮਰ ਗਏ ਤੇ ਮੌਕਾ ਆ ਉਹਨਾਂ ਨੂੰ ਹੁਣ ਸ਼ਰਾਬ ਛਡਵਾਉਣ ਦਾ ਹਨਾ। ਤੇ ਉਹ ਮੇਰੀ ਗੱਲ ਸੁਣੋ, ਜਿੱਥੇ ਇਹ ਮਹੀਨੇ ਦਾ ਲੋਕਡਾਊਨ ਕਿੱਥੇ ਸ਼ਰਾਬ, ਉਹਦਾ ਪਰਿਵਾਰ ਇੰਨੇ ਸਾਲਾਂ ਤੋਂ ਰੋ ਰਿਹਾ ਕਿ ਸ਼ਰਾਬ ਛੱਡ ਦੇ। ਚੰਗੀ ਰੋਣਾ ਹੀ ਗੱਲ ਲੱਗੇ ਤੇ ਮਿਲੀ ਨਹੀਂ ਸਾਡੇ ਕੋਈ ਨਹੀਂ, ਉਦੋਂ ਵੀ ਬਹੁਤ ਕਈਆਂ ਘਰਾਂ ਦੇ ਵਿੱਚ ਹੁੰਦਾ ਹੈ, ਬਹੁਤ ਕੁਝ ਹੁੰਦਾ, ਉਹਨਾਂ ਨੂੰ ਮਤਲਬ ਪਹੁੰਚ ਉਹਨਾਂ ਦੀ ਉਰੇ ਤੱਕ ਨਹੀਂ ਹੋਣ ਦਿੱਤੀ ਜਾਂਦੀ, ਪਰ ਫਿਰ ਵੀ ਜਿਹਨੇ ਪੀਣੀ ਉਹਨੇ ਕਿਤੇ ਨਾ ਕਿਤੇ ਪੀ ਲੈਣੀ। ਹਾਂ ਚਲੋ ਉਹ ਗੱਲ ਇੱਕ ਹੈਗੀ ਆ, ਬਥੇਰੀ 2 ਨੰਬਰ ਦੀ ਵਿਕਦੀ ਆ। ਭਾਵੇਂ ਪ੍ਰਸ਼ਾਸਨ ਨੇ ਬਾਕੀ ਚੀਜ਼ਾਂ ਸਖਤੀ ਕੀਤੀ ਆ, ਉਹਦੇ ਉੱਤੇ ਇਸ ਟਾਈਮ ਜਿਹੜੀ ਆ ਸਖਤੀ ਨਹੀਂ ਹੈਗੀ। 2 ਨੰਬਰ ਦੀ ਸ਼ਰਾਬ ਜਿਹੜੀ ਆ ਆਮ ਸਾਡੇ ਮੁਹੱਲਿਆਂ ਗਲੀਆਂ ਦੇ ਵਿੱਚ ਜਿਹੜੀ ਆ ਉਹ ਵਿਕਦੀ ਪਈ ਆ, ਤੇ ਉਸ ਚੀਜ਼ ਵੱਲ ਇੰਨੀ ਨਾਕੇ ਹੋਣ ਦੇ ਬਾਵਜੂਦ ਜੇ ਸ਼ਰਾਬ ਪਹੁੰਚਦੀ ਹੈ ਤਾਂ ਉਸ ਚੀਜ਼ ਵੱਲ ਹਜੇ ਤਾਈਂ ਕਿਸੇ ਦਾ ਧਿਆਨ ਨਹੀਂ ਹੈਗਾ। ਜਿਹੜਾ ਪੰਜਾਬ ਸਰਕਾਰ ਨੇ ਤਾਂ ਹਜੇ ਚਲੋ ਨਹੀਂ ਠੇਕਿਆਂ ਦਾ ਕੋਈ ਇਦਾਂ ਦਾ ਐਲਾਨ ਹਜੇ ਨਹੀਂ ਕੀਤਾ, ਨਹੀਂ ਖੁੱਲੇ ਹੈਗੇ, ਪਰ ਫਿਰ ਵੀ ਜਿਨ੍ਹਾਂ ਨੇ ਮਤਲਬ ਸਪਲਾਈ ਕਰਨੀ ਹੈ ਉਹ ਚੋਰ ਮੋਰੀ ਥਾਣੀ ਉਹ ਆਪਣੀ ਕਰੀ ਨੇ ਹਨਾ, ਉਹ ਆਪਣੀ ਕਰੀ ਜਾ ਰਹੇ ਆ। ਜਿੱਦਾਂ ਸਰਕਾਰ ਨੇ ਹੁਣ ਦਿੱਲੀ ਸਰਕਾਰ ਨੇ ਕੀਤਾ ਕਿ ਉਹਨਾਂ ਨੇ 70% ਕਰੋਨਾ ਟੈਕਸ ਲਾ ਦਿੱਤਾ ਜਿਹੜਾ ਸ਼ਰਾਬ ਤੇ। ਉਹਨਾਂ ਕੋਲ ਇਨਵੈਸਟਮੈਂਟ ਹੋ ਰਹੀ ਹੈ ਸਰਕਾਰ ਕੋ, ਚਲੋ ਇਹ ਉਹ ਨਾਲੋਂ ਨਾਲ ਲਗਾ ਰਿਹਾ ਆਪਣੀ ਪਬਲਿਕ ਤੇ। ਬਿਲਕੁਲ ਬਹੁਤ ਕੁਝ ਦੇਖਣ ਨੂੰ ਉੱਥੋਂ ਮਿਲ ਰਿਹਾ, ਸਾਨੂੰ ਮਤਲਬ ਸਿੱਖਣ ਨੂੰ ਵੀ ਮਿਲ ਰਿਹਾ। ਪਰ ਸਾਡੀ ਪੰਜਾਬ ਗਵਰਨਮੈਂਟ ਇਸ ਸਮੇਂ ਕੀ ਕਰ ਰਹੀ ਹੈ? ਜੇਕਰ ਤੁਹਾਨੂੰ ਇਹ ਪਹਿਲ ਕਰਨੀ ਸੀ ਕਿ ਅਸੀਂ ਜਿਹੜੇ ਠੇਕੇ ਖੋਲਣੇ ਆ, ਹੋਰ ਬਹੁਤ ਕੁਝ ਲੋੜਾਂ ਹੈਗੀਆਂ ਇਸ ਉਹਨਾਂ ਨੂੰ ਪਹਿਲ ਦੇ ਆਧਾਰ ਤੇ, ਕਿਉਂਕਿ ਬਹੁਤ ਸਾਰੇ ਜਿਹੜੇ ਮਤਲਬ ਕਹਿ ਲਓ ਆਪਣੇ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਇਸ ਫੈਸਲੇ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਕਈਆਂ ਨੂੰ ਇਹ ਹੋ ਗਿਆ ਵੀ ਹੁਣ ਜਿੱਥੇ ਪਤਾ ਸੀ ਵੀ ਮਹੀਨੇ ਦਾ ਕਿਸੇ ਨਾ ਕਿਸੇ ਦੀ ਦਿਹਾੜੀ ਲੱਗਦੀ ਸੀ, ਪਤਾ ਵੀ ਸ਼ਾਮ ਨੂੰ ਪੈਸੇ ਆ ਜਾਣੇ, ਅਸੀਂ ਰਾਸ਼ਨ ਪਾਣੀ ਖਰੀਦ ਲੈਣਾ। ਹੁਣ ਉਹੀ ਦਿਹਾੜੀਦਾਰ ਜੇਕਰ ਸ਼ਰਾਬ ਦੀ ਬੋਤਲ ਲੈ ਕੇ ਘਰ ਪੈਸੇ ਘਰ ਲੈ ਕੇ ਨਹੀਂ ਪਹੁੰਚਣਾ ਨਾ, ਕੋਲ ਕੀ ਹੈ ਨਾ ਇਸ ਸਮੇਂ ਉਹਨੇ ਰਸਤੇ ਸ਼ਰਾਬ ਲੈ ਲੈਣੀ ਹੈ।
ਸ਼ਰਾਬ ਲੈ ਕੇ ਪਤਾ ਨਹੀਂ ਪੈਸੇ ਸੱਟ ਲਵੇ, ਰੱਖ ਲਵੇ, ਕੀ ਕਰੇ ਕੀ ਨਾ ਕਰੇ। ਇੰਨਾ ਹੈ ਵੀ ਘਰ ਦੇ ਵਿੱਚ ਕਲੇਸ਼ ਦੁੱਗਣਾ ਹੋਏਗਾ। ਹਾਂ, ਮਤਲਬ ਕਹਿ ਲਓ ਕਿ ਜੇ ਅਸੀਂ ਬਾਹਰੋਂ ਦੁਖੀ ਹੋ ਗਏ, ਲੋਕਡਾਊਨ ਬੰਦ ਹੈ, ਅਸੀਂ ਬਾਹਰ ਨਹੀਂ ਜਾ ਸਕਦੇ, ਅਸੀਂ ਉਦਾਂ ਮੈਂਟਲੀ ਅਪਸੈਟ ਹੋ ਜਾਂਦੇ ਆ, ਅਸੀਂ ਮਤਲਬ ਥੋੜੇ ਟਾਈਮ ਲਈ ਬਾਹਰ ਨਿਕਲਣਾ ਚਾਹੁੰਦੇ ਆ, ਪਰ ਜੇਕਰ ਸਾਡੀ ਫੈਮਲੀਆਂ ਚ ਆਹ ਕੁਝ ਚੱਲਣ ਲੱਗ ਪਿਆ ਫਿਰ ਤਾਂ ਜਿਹੜੇ ਕਹਿ ਲਓ ਕਿ ਕੇਸ ਘਰੇਲੂ ਹਿੰਸਾ ਦੇ ਜ਼ਿਆਦਾ ਵਧਣ ਲੱਗ ਘਰੇਲੂ ਹਿੰਸਾ ਜਿਹੜੇ ਜ਼ਿਆਦਾ ਵਧਣ ਲੱਗ ਪੈਣਗੇ। ਤੇ ਚੰਗੀ ਗੱਲ ਇਹ ਹੈ ਕਿ ਜਿਹੜੇ ਸ਼ਰਾਬ ਦੇ ਉੱਤੇ ਪੈਸੇ ਖਰਚੇ ਜਾਣੇ ਆ, ਉਹ ਦੇਖੋ ਕੋਈ ਵੀ ਜੇ ਕੋਈ ਸਰਪਲਸ ਹੁੰਦੇ ਆ ਗੱਲ ਅਲੱਗ ਆ, ਲੇਕਿਨ ਜਿਹੜਾ ਹੈਂਡ ਟੂ ਮਾਊਥ ਆ, ਜੇ ਉਹ ਸ਼ਰਾਬ ਦੇ ਉੱਤੇ ਪੈਸੇ ਖਰਚੇਗਾ ਉਹਦੇ ਨਾਲੋਂ ਪਹਿਲਾਂ ਆਪਣੇ ਘਰਦਿਆਂ ਦੇ ਢਿੱਡ ਭਰਨ ਦੇ ਲਈ ਅਗਰ ਰਾਸ਼ਨ ਲੈ ਕੇ ਆਵੇ ਤਾਂ ਚੰਗੀ ਗੱਲ ਆ। ਤੇ ਸ਼ਰਾਬ ਦਾ ਕੀ ਹੈ, ਸ਼ਰਾਬ ਤਾਂ ਜਦੋਂ ਸਭ ਕੁਝ ਠੀਕ ਹੋ ਜਾਊਗਾ, ਜ਼ਿਆਦਾ ਪੈਸੇ ਕਮਾਓਗੇ ਕਮਾ ਲਈਓ, ਜੇ ਤੁਸੀਂ ਆਪਣੀ ਬਾਡੀ ਨੂੰ ਖਰਾਬ ਕਰਨਾ ਉਦੋਂ ਕਰ ਲਈਓ, ਉਹ ਤੋਂ ਬਗੈਰ ਪਰਿਵਾਰ ਬਿਨਾਂ ਨਹੀਂ ਸਰ ਉਹਦੇ ਨਾਲ ਨਹੀਂ ਸਰ ਸਕਦਾ। ਪਹਿਲਾਂ ਸਾਡੇ ਕਾਲਰ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਹੈਲੋ ਬਸਰਾ ਜੀ, ਮੈਂ ਵਿਪਨ ਬੇਦੀ ਬੋਲ ਰਿਹਾ ਜੀ। ਹਾਂਜੀ ਬੇਦੀ ਸਾਹਿਬ, ਕੀ ਹਾਲ ਜੀ? ਠੀਕ ਆ ਜੀ ਬਸਰਾ ਜੀ, ਤੁਹਾਡੀ ਸਾਈਡ ਤੋਂ ਆਵਾਜ਼ ਨਹੀਂ ਆ ਰਹੀ ਹੈਗੀ। ਤੁਹਾਡੇ ਨਾ ਤੁਸੀਂ ਕਿਸੇ ਦੂਜੇ ਫੋਨ ਦੇ ਤੋਂ ਟਰਾਈ ਕਰ ਲਓ। ਇੱਕ ਬੰਦੇ ਦਾ ਹੋਰ ਵੀ ਇਸ਼ੂ ਆ ਰਿਹਾ ਸੀ, ਜਦੋਂ ਉਹਨੇ ਦੂਜੇ ਫੋਨ ਤੋਂ ਫੋਨ ਕੀਤਾ ਤਾਂ ਬਿਲਕੁਲ ਠੀਕ ਆ ਗਏ। ਕਈ ਵਾਰੀ ਕਿਸੇ ਨੈਟਵਰਕ ਦਾ ਇਸ਼ੂ ਹੁੰਦਾ ਜਿਹੜਾ ਮੈਚ ਨਹੀਂ ਕਰ ਰਿਹਾ ਹੁੰਦਾ। ਅੱਛਾ ਚਲੋ, ਮੈਂ ਬਸਰਾ ਜੀ ਤੁਹਾਨੂੰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਨਵਰੰਗ ਟੀਵੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਕਰੋਨਾ ਦੀ ਬਿਮਾਰੀ ਦੇ ਬਾਰੇ ਪੂਰੇ ਲੋਕਾਂ ਨੂੰ ਸੁਚੇਤ ਕਰਦੇ ਆ, ਔਰ ਪ੍ਰਸ਼ਾਸਨ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਦਿੰਦੇ ਆ ਲੋਕਾਂ ਨੂੰ ਉਹਦੀ ਜਾਣਕਾਰੀ ਦਿੰਦੇ ਆ। ਇਸ ਲਈ ਸਾਰੀ ਨਵਰੰਗ ਦੀ ਟੀਮ ਜਿਹੜੀ ਧੰਨਵਾਦ ਦੀ ਪਾਤਰ ਆ। ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਅੱਜ ਪ੍ਰਸ਼ਾਸਨ ਨੇ ਖੋਲਿਆ ਹੈਗਾ, ਜਿਹੜਾ ਦੁਕਾਨਾਂ ਖੋਲਣ ਦਾ ਸਮੇਂ ਰੱਖਿਆ 9 ਤੋਂ 1, ਬਹੁਤ ਵਧੀਆ ਟਾਈਮ ਰੱਖਿਆ ਹੈਗਾ। ਪ੍ਰਸ਼ਾਸਨ ਆਪਣੀ ਬਹੁਤ ਵਧੀਆ ਡਿਊਟੀ ਨਿਭਾ ਰਿਹਾ, ਖਾਸ ਕਰ ਪੁਲਿਸ ਪ੍ਰਸ਼ਾਸਨ ਜਿਹਦੀ ਸਭ ਤੋਂ ਜ਼ਿਆਦਾ ਸਖਤ ਡਿਊਟੀ ਹੈਗੀ ਆ ਪੁਲਿਸ ਪ੍ਰਸ਼ਾਸਨ ਦੀ। ਸਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜੇ ਜਿੱਦਾਂ ਸ਼ਹਿਰ ਦੇ ਵਿੱਚ ਰਸਤੇ ਇਹਨਾਂ ਨੇ ਜ਼ਰੂਰਤ ਤੋਂ ਜ਼ਿਆਦਾ ਬੰਦ ਕੀਤੇ ਹੋਏ ਹੈਗੇ, ਜੇ ਹੁਣ ਲੋਕਡਾਊਨ 'ਚ ਦੁਕਾਨਾਂ ਦਾ ਟਾਈਮ ਹੀ ਇਹਨਾਂ ਨੇ ਖੋਲ ਦਿੱਤਾ ਤੇ ਉਹ ਰਸਤੇ ਵੀ ਥੋੜੇ ਜਿਹੇ ਖੋਲ ਦੇਣ, ਕਿਉਂਕਿ ਉਹਨਾਂ ਰਸਤਿਆਂ ਬੰਦ ਹੋਣ ਕਰਕੇ ਰਸ਼ ਜ਼ਿਆਦਾ ਪੈ ਰਿਹਾ। ਜੇ ਆਪਾਂ ਹਰਗੋਬਿੰਦ ਨਗਰ ਤੋਂ ਸੈਂਟਰ ਟਾਊਨ ਤੋਂ ਮੰਡੀ ਰੋਡ ਤੇ ਜਾਣਾ, ਸਿਰਫ ਇੱਕੋ ਹੀ ਰਸਤਾ ਖੁੱਲਾ ਜੀ। ਬਿਲਕੁਲ ਜੀ, ਠੀਕ ਹੈ ਜੀ। ਬਾਕੀ ਸਾਰੇ ਰਸਤੇ ਬੰਦ ਆ। ਕੋਈ ਗੱਡੀਆਂ ਆ ਜਾਂਦੀਆਂ ਜਿਨ੍ਹਾਂ ਨੇ ਸਮਾਨ ਲੋਡ ਕਰਨਾ, ਸਕੂਟਰਾਂ ਵਾਲੇ ਹੈਗੇ ਆ, ਇੱਕੋ ਹੀ ਜਗ੍ਹਾ 15 ਵੀ ਲੱਗ ਜਾਂਦੇ। ਮਤਲਬ ਸੈਂਟਰ ਟਾਊਨ ਤੋਂ ਲੈ ਕੇ ਮੰਡੀ ਰੋਡ ਪਾਰ ਕਰਨ ਨੂੰ 15 ਮਿੰਟ ਲੱਗਦੇ ਆ ਜੀ। ਬਿਲਕੁਲ ਜੀ। ਇਸ ਦੇ ਬਾਰੇ ਲੋਕਾਂ ਨੇ ਬਹੁਤ ਸਾਨੂੰ ਫੋਨ ਕੀਤੇ ਆ। ਮੈਂ ਇਸ ਦੇ ਬਾਰੇ ਪਰਸਨਲੀ ਮਿਲ ਕੇ ਡੀਐਸਪੀ ਸਾਹਿਬ ਨੂੰ ਵੀ ਕਿਹਾ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਹ ਰਸ਼ ਤਦੇ ਹੀ ਘਟੂਗਾ ਜੇ ਥੋੜੇ ਜਿਹੇ ਅਸੀਂ ਰਸਤੇ ਖੋਲ ਦਈਏ ਸ਼ਹਿਰ ਦੇ। ਬਿਲਕੁਲ ਜੀ, ਬਿਲਕੁਲ ਜੀ। ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ, ਪੁਲਿਸ ਪ੍ਰਸ਼ਾਸਨ ਸਭ ਤੋਂ ਵਧੀਆ ਕੰਮ ਕਰ ਰਿਹਾ, ਸਾਰੇ ਕੰਮ ਕਰ ਰਹੇ ਆ। ਸਿਰਫ ਰਸਤੇ ਖੋਲ ਦੇਣ ਤਾਂ ਰਸ਼ ਘਟ ਜਾਊਗਾ। ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਬਿਨਾਂ ਮਤਲਬ ਤੋਂ ਬਾਜ਼ਾਰਾਂ ਦੇ ਵਿੱਚ ਰਸ਼ ਨਾ ਕਰਨ। ਜੇ ਆਪਾਂ ਬਿਲਕੁਲ ਬੰਦ ਦੇ ਵਿੱਚ ਚੱਲ ਗਏ, ਵਧੀਆ ਚੱਲ ਗਏ, ਤਾਂ ਹੁਣ ਵੀ ਆਪਾਂ ਵਧੀਆ ਚੱਲਾਂਗੇ ਜਦਕਿ ਪ੍ਰਸ਼ਾਸਨ ਨੇ ਦੁਕਾਨਾਂ ਖੋਲ੍ਹਤੀਆਂ ਜੀ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਬਸਰਾ ਜੀ। ਥੈਂਕ ਯੂ ਜੀ ਕਾਲ ਕਰਨ ਲਈ। ਤੇ ਇਹਨਾਂ ਦੀ ਗੱਲ ਜਿਹੜੀ ਹੈ ਕਿ ਬਿਲਕੁਲ ਠੀਕ ਵੀ ਆ, ਲੇਕਿਨ ਜਦੋਂ ਅਸੀਂ ਇਹ ਮੁੱਦਾ ਪਹਿਲਾਂ ਪ੍ਰਸ਼ਾਸਨ ਕੋਲ ਉਠਾ ਚੁੱਕੇ ਆ, ਸਾਡੀ ਅੱਜ ਵੀ ਇਸ ਟੌਪਿਕ ਦੇ ਉੱਤੇ ਗੱਲ ਹੋਈ ਆ। ਉਹਨਾਂ ਦਾ ਕਹਿਣ ਦਾ ਜਿਹੜਾ ਸੀ ਇਹ ਸੀ ਤਰੀਕਾ ਕਿ ਵੀ ਜਦੋਂ ਅਸੀਂ ਰਸਤੇ ਬਿਲਕੁਲ ਖੋਲ ਦਿੰਦੇ ਆ, ਲੋਕੀ ਕਾਰਾਂ ਲੈ ਕੇ ਬਾਜ਼ਾਰਾਂ ਦੇ ਵਿੱਚ ਆ ਜਾਂਦੇ ਆ, ਤੇ ਉਸ ਤੋਂ ਬਾਅਦ ਕੋਈ ਗਲਤ ਜਗ੍ਹਾ ਪਾਰ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਜ਼ਿਆਦਾ ਵੱਧ ਜਾਂਦਾ। ਜਦੋਂ ਉਹ ਲੋਕੀ ਲੰਘਦੇ ਨੇ ਉਹਦੇ ਨਾਲ ਲੋਕੀ ਇੱਕ ਦੂਜੇ ਨੂੰ ਟੱਚ ਹੁੰਦੇ ਨੇ, ਤੇ ਉਹ ਰਸਤੇ ਬੰਦ ਕਰਨ ਦੇ ਬਾਵਜੂਦ ਫਿਰ ਵੀ ਤਾਂ ਇੰਨੇ ਰਸ਼ ਹੈ। ਹਾਂ, ਫਿਰ ਵੀ ਇੰਨਾ ਰਸ਼ ਹੈ, ਤਾਂ ਹੋਰ ਜ਼ਿਆਦਾ ਹੋ ਜਾਣਾ। ਲੇਕਿਨ ਉਹ ਕਹਿੰਦੇ ਕਿ ਸਾਡਾ ਬੰਦ ਕਰਨ ਦਾ ਮਤਲਬ ਇਹ ਆ ਕਿ ਜੇ ਕੋਈ ਬੰਦਾ ਸਪੋਜ਼ ਕਰ ਲਓ ਅਰਬਨ ਸਟੇਟ ਤੋਂ ਆਇਆ ਤਾਂ ਉਹ ਹਰਗੋਬਿੰਦ ਨਗਰ ਜਾਂ ਕਿਤੇ ਵੀ ਜਿਹੜੀ ਖੁੱਲਾ ਏਰੀਆ ਆ ਉੱਥੇ ਗੱਡੀ ਆਪਣੀ ਪਾਰਕ ਕਰਕੇ ਉਹ ਪੈਦਲ ਉੱਥੋਂ ਚੱਲ ਕੇ ਚੱਲ ਜਾਵੇ। ਇੱਕ ਤਾਂ ਇੰਨੇ ਕੰਮ ਹੋਣ ਦੇ ਨਾਲ ਘਰੋਂ ਉਹ ਇਕੱਲਾ ਆਏਗਾ, ਨਹੀਂ ਤਾਂ ਬੱਚੇ ਨਾਲ ਲੈ ਕੇ ਗੱਡੀ 'ਚ ਬਿਠਾ ਕੇ ਆ ਜਾਂਦੇ ਆ। ਅੱਜ ਵੀ ਅਸੀਂ ਬਾਜ਼ਾਰ ਦੇ ਵਿੱਚ ਦੇਖੇ ਕੋਈ ਲੋਕ ਸਕੂਟਰਾਂ ਤੇ ਕਿ ਮੋਟਰਸਾਈਕਲਾਂ ਉੱਤੇ ਬੱਚਿਆਂ ਨੂੰ ਮੂਹਰੇ ਬਿਠਾ ਕੇ ਘੁਮਾਉਣ ਲਿਆਏ ਹੋਏ ਸੀ, ਤੇ ਦੋ ਦੇ ਮਗਰ ਮੈਂ ਦੇਖਿਆ ਕਿ ਪੁਲਿਸ ਵਾਲੇ ਡੰਡਾ ਲਾ ਕੇ ਭੱਜਦੇ ਸੀ ਵੀ ਤੂੰ ਕਿੱਥੇ ਰੁਕਿਆ, ਤੇ ਆਪਣਾ ਮਾਸਕ ਵੀ ਨਹੀਂ ਪਾਇਆ ਤੇ ਨਾਲ ਨਿਆਣਾ ਲਈ ਫਿਰਦਾ ਆ, ਤੇ ਉਹ ਉੱਥੋਂ ਮੋਟਰਸਾਈਕਲ ਭਜਾ ਕੇ ਜਾਂ ਕਿੱਦਾਂ ਅਸੀਂ ਗਲੀਆਂ ਗੁਲੀਆਂ ਵਿੱਚ ਹੀ ਨਿਕਲ ਗਏ। ਲੇਕਿਨ ਇਦਾਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹਨਾ, ਇਸ ਕਰਕੇ ਵੀ ਉਹ ਕਹਿੰਦੇ ਸਾਨੂੰ ਰਾਸ਼ਨ ਨਹੀਂ ਲੈਣਾ ਹੈ, ਕਈ ਵਾਰ ਕਰੋਨਾ ਲੈਣ ਆਏ ਹੋ, ਇਹ ਕਹਿ ਸਕਦੇ ਹਾਂ। ਸੋਚ ਕੇ ਜੇਕਰ ਤੁਸੀਂ ਇਦਾਂ ਕਰ ਰਹੇ ਹੋ ਫਿਰ ਤਾਂ ਤੁਹਾਡੀ ਆਪਣੀ ਬੇਵਕੂਫੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਸਰ ਉੱਥੇ ਜਿੱਥੇ ਆਪਾਂ ਆਪਣੇ ਫਗਵਾੜੇ ਦੀ ਗੱਲਬਾਤ ਕਰ ਰਹੇ ਹਾਂ, ਅਸੀਂ ਪੰਜਾਬ ਸਰਕਾਰ ਦੀ, ਦਿੱਲੀ ਸਰਕਾਰ ਦੀ, ਸਾਰਿਆਂ ਦੀ ਗੱਲਬਾਤ ਕਰ ਲਈ। ਉੱਥੇ ਇੱਕ ਇਨਫੋਰਮੇਸ਼ਨ ਇਹ ਵੀ ਹੈਗੀ ਹੈ ਕਿ ਜਿਵੇਂ ਪਤਾ ਕਿ ਜਿਹੜੇ ਵਿਦੇਸ਼ੀ ਫਸੇ ਹੋਏ ਨੇ, ਇੱਧਰ ਫਸੇ ਹੋਏ ਸੀ, ਉਹਨਾਂ ਦੇ ਲਈ ਉਡਾਣਾ ਸ਼ੁਰੂ ਹੋਈਆਂ ਸੀ ਤਾਂ ਉਹ ਆਪੋ ਆਪਣੇ ਘਰਾਂ 'ਚ ਪਹੁੰਚ ਗਏ ਨੇ, ਤੇ ਜਿਹੜੇ ਉਧਰ ਫਸੇ ਹੋਏ ਨੇ ਕਹਿ ਲਓ ਕਿਸੇ ਬਾਹਰ ਹੋਰ ਕੰਟਰੀ 'ਚ ਜਾਂ ਕਿਤੇ ਹੋਰ ਆਪਣੇ ਮਤਲਬ ਪੰਜਾਬ ਤੋਂ ਬਾਹਰ ਫਸੇ ਹੋਏ ਨੇ, ਉਹਨਾਂ ਦੇ ਲਈ ਵੀ ਸਰਕਾਰ ਵੱਲੋਂ ਜਿਹੜੇ ਉਪਰਾਲੇ ਉਹ ਕੀਤੇ ਜਾ ਰਹੇ ਨੇ। ਤੇ ਇਸੇ ਤਰ੍ਹਾਂ ਜਿਹੜਾ ਦੁਬਈ ਤੋਂ
ਦੁਬਈ ਤੇ ਆਬੂ ਧਾਬੀ ਤੋਂ 2 ਫਲਾਈਟਾਂ ਜਿਹੜੀਆਂ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੀਆਂ, ਉਹਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜਿਹੜੇ ਪੰਜਾਬੀ ਉਧਰ ਫਸੇ ਹੋਏ ਨੇ, ਜ਼ਿਆਦਾਤਰ ਮਜ਼ਦੂਰ ਨੇ, ਉਹਨਾਂ ਕੋਲ ਕੰਮਕਾਰ ਨਹੀਂ ਹੈਗਾ, ਉਹ ਭਾਰਤ ਵਾਪਸ ਆਉਣਾ ਚਾਹੁੰਦੇ ਨੇ। ਬਹੁਤ ਲੋਕਾਂ ਦੇ ਘਰ ਜਿਹੜੇ ਪਰਿਵਾਰਕ ਮੈਂਬਰ ਆ ਇੱਥੇ ਜਿਹੜੇ ਆ ਉਹਨਾਂ ਦੀ ਵੇਟ ਕਰ ਰਹੇ ਆ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਤੇ ਉਹਨਾਂ ਦੇ ਵਿੱਚ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਮਜ਼ਦੂਰ ਨੇ ਜਾਂ ਫਿਰ ਬਜ਼ੁਰਗ ਜਾਂ ਫਿਰ ਡਾਕਟਰੀ ਪੇਸ਼ੇ ਦਾ ਕੋਈ ਵੀ ਉਧਰ ਜਾਂ ਫਸਿਆ ਹੋਇਆ ਜਾਂ ਫਿਰ ਇੱਧਰ ਕਿਸੇ ਕੰਮ ਲਈ ਆਉਣਾ ਚਾਹੁੰਦਾ ਹੈ ਡਾਕਟਰੀ ਪੇਸ਼ੇ ਦੇ ਲਈ, ਤੇ ਜਾਂ ਫਿਰ ਕੋਈ ਗਰਭਵਤੀ ਔਰਤ ਜਿਹੜੀ ਹੈਗੀ ਉਹਨੂੰ ਪਹਿਲ ਦੇ ਆਧਾਰ ਤੇ ਉਹਨਾਂ ਫਲਾਈਟਾਂ ਦੇ ਵਿੱਚ ਪਹਿਲਾਂ ਲੈ ਕੇ ਆਂਦਾ ਜਾਊਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਲਓ ਦੱਸ ਦਿੱਤਾ ਹੈ ਕਿ ਜਿਹੜਾ ਇਹ ਖਰਚਾ ਆ ਉੱਥੋਂ ਦੀ ਸਰਕਾਰ ਵੱਲੋਂ ਨਹੀਂ ਚੱਕਿਆ ਜਾਊਗਾ। ਜਿਹੜੀ ਟਿਕਟ ਦਾ ਖਰਚਾ ਆ ਮਜ਼ਦੂਰਾਂ ਦਾ ਜਾਂ ਫਿਰ ਕੋਈ ਵੀ ਜਦੋਂ ਆਈਸੋਲੇਸ਼ਨ ਕੋਈ ਵੀ ਯਾਤਰੀ ਹੋ ਸਕਦਾ ਉਹਦੇ ਤੇ ਜਿਹੜਾ ਅੱਜ ਉਹ ਗੌਰ ਕਰਨਗੇ, ਗੱਲਬਾਤ ਕਰਨਗੇ, ਉਹਦੇ ਤੇ ਉਹ ਫਾਈਨਲ ਰਿਜ਼ਲਟ ਜਿਹੜਾ ਅੱਜ ਦੇਣਗੇ। ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੀ ਅਸੀਂ ਕੋਈ ਰੂਲ ਲੈ ਕੇ ਆਉਨੇ ਆ ਉਹਨੂੰ ਸਖਤੀ ਦੇ ਨਾਲ ਅਸੀਂ ਲਾਗੂ ਕਰਵਾਵਾਂਗੇ। ਦੁਬਈ ਸਰਕਾਰ ਦਾ ਤੁਹਾਨੂੰ ਪਤਾ ਹੀ ਵੀ ਉਹਨਾਂ ਨੇ ਲਾਗੂ ਕਰਵਾ ਵੀ ਲੈਣਾ। ਕਰਵਾ ਵੀ ਲੈਣਾ। ਨਹੀਂ, ਉਹਦੇ ਵਿੱਚ ਮਤਲਬ ਤਾਂ ਇਹ ਹੈ ਕਿ ਜੇ ਹੁਣ ਇੰਗਲੈਂਡ ਨੂੰ ਇੰਨੇ ਲੋਕ ਗਏ ਨੇ, ਕੈਨੇਡਾ ਨੂੰ ਗਏ ਨੇ, ਅਮਰੀਕਾ ਨੂੰ ਗਏ ਨੇ, ਸਪੈਸ਼ਲ ਜਹਾਜ਼ ਚਲਾਏ ਗਏ ਆ, ਲੇਕਿਨ ਉਹਨਾਂ ਦੀ ਵੀ ਟਿਕਟ ਜਿਹੜੀ ਆ ਉਹ ਯਾਤਰੀਆਂ ਨੇ ਕੋਲੋਂ ਖਰਚੀ ਆ $500 ਦੇ ਲਾਗੇ ਛਾਗੇ ਜਿਹੜੀ ਆ ਜਿਹੜੀ ਇੰਗਲੈਂਡ ਦੀ ਸੀ, $2500 ਜਿਹੜੀ ਆ ਉਹ ਕੈਨੇਡਾ ਨੇ ਵਨ ਸਾਈਡਡ ਟਿਕਟ ਦਾ ਰੱਖਿਆ ਸੀ। ਤੇ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੀਆਂ ਉਹਨਾਂ ਨੂੰ ਰੱਖੀਆਂ ਗਈਆਂ ਸੀ, ਜਿਹੜੀਆਂ ਸਿੰਗਲ ਵੇ ਟਿਕਟਾਂ ਸੀਗੀਆਂ, ਤੇ ਉਹ ਵੀ ਲੋਕਾਂ ਨੂੰ ਖਰਚ ਕੇ ਜਿਹੜਾ ਜਾਣਾ ਪਿਆ। ਜੇ ਹੁਣ ਆਪਣੇ ਉੱਥੋਂ ਆਉਣਾ ਚਾਹੀਦਾ ਇਹ ਸੀ ਨਾ, ਉਹ ਉਧਰ ਦੇ ਸਿਟੀਜ਼ਨ ਸੀ, ਉਹਨਾਂ ਨੂੰ ਪੈਨਸ਼ਨਾਂ ਵੀ ਲੱਗੀਆਂ ਹੋਈਆਂ, ਫੈਮਲੀਆਂ ਵੀ ਕੰਮ ਕਰ ਰਹੀਆਂ, ਉਹ ਕਰ ਸਕਦੇ ਸੀ। ਪਰ ਜਿਹੜਾ ਮਜ਼ਦੂਰ ਫਸਿਆ ਹੋਇਆ ਉਹਦੇ ਕੋਲ ਜਦ ਖਾਣ ਦੇ ਲਈ ਉੱਥੇ ਰਾਸ਼ਨ ਦੇ ਲਈ ਪੈਸੇ ਨਹੀਂ ਹੈਗੇ ਤਾਂ ਉਹ ਟਿਕਟ ਦੇ ਪੈਸੇ ਕਿੱਥੋਂ ਲਾ ਲੂਗਾ? ਮੇਰੇ ਹਿਸਾਬ ਨਾਲ ਗੱਲ ਤੁਹਾਡੀ ਇਹ ਵੀ ਠੀਕ ਹੈ, ਲੇਕਿਨ ਬਹੁਤ ਥਾਂ ਦੇ ਉੱਤੇ ਜਦੋਂ ਇੰਡੀਅਨ ਗਵਰਨਮੈਂਟ ਨੇ ਪਹਿਲਾਂ ਫਲਾਈਟਾਂ ਚਲਾਈਆਂ ਉਹਨਾਂ ਨੂੰ ਵਿਦਆਊਟ ਟਿਕਟ ਤੋਂ ਜਿਹੜਾ ਆ ਜਾਂ ਵਿਦਆਊਟ ਕੋਈ ਖਰਚਾ ਕੀਤਿਆਂ ਉਹਨੂੰ ਲਿਆਂਦਾ ਗਿਆ। ਹੋ ਸਕਦਾ ਹੈ ਕਿ ਆ ਜਾ ਕੇ ਜਿਹੜੀ ਆ ਆਪਣੇ ਵਿਦੇਸ਼ੀ ਜਿਹੜੇ ਆਪਣੇ ਮੰਤਰੀ ਸਾਹਿਬਾਨ ਨੇ ਉਹ ਵੀ ਇਸ ਬਾਰੇ ਸੋਚ ਕੇ ਕੋਈ ਨਾ ਕੋਈ ਡਿਸੀਜਨ ਜਲਦੀ ਤੋਂ ਜਲਦੀ ਜਿਹੜਾ ਲੈਣਗੇ। ਸਰ ਜਲੰਧਰ ਤੋਂ ਅੱਜ ਸ਼ਾਮ ਨੂੰ ਜਿਹੜਾ ਰੇਲਵੇ ਸਟੇਸ਼ਨ ਤੋਂ ਇੱਕ ਟ੍ਰੇਨ ਜਾ ਰਹੀ ਹੈ ਯਾਤਰੀਆਂ ਨੂੰ ਵਾਪਸ ਲੈ ਕੇ, ਜਿਹੜੇ ਇੱਧਰ ਉੱਧਰ ਦੇ ਯੂਪੀ ਦੇ ਜਾਂ ਇੱਧਰ ਬਿਹਾਰ ਜਿਹੜੇ ਮਜ਼ਦੂਰ ਨੇ। ਹਾਂਜੀ ਮਜ਼ਦੂਰ ਉਹਨਾਂ ਦੇ ਜਿਹੜਾ 1200 ਅੱਜ ਮਤਲਬ ਇੱਕ ਟ੍ਰੇਨ ਦੇ ਵਿੱਚ ਜਿਹੜੇ ਮਜ਼ਦੂਰ ਆ ਉਹ ਜਾ ਰਹੇ ਨੇ। ਹਾਂ, ਬਹੁਤ ਵਧੀਆ ਅਰੇਂਜਮੈਂਟ ਕੀਤੇ ਗਏ ਉੱਥੇ, ਅਰੇਂਜਮੈਂਟ ਵਧੀਆ ਕੀਤੇ ਗਏ ਨੇ। ਅਸੀਂ ਦੇਖੀਆਂ ਜਿੱਥੇ ਸਰਕਾਰ ਨੇ ਉਹਨਾਂ ਦੇ ਉਪਰਾਲਾ ਕੀਤਾ ਉੱਥੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਾ ਕੇ ਜਿਹੜਾ 14 ਦਿਨਾਂ ਦਾ ਜਾਂ 21 ਦਿਨਾਂ ਦਾ ਉਹਨਾਂ ਦੇ ਲਈ ਕੁਆਰੰਟਾਈਨ ਦਾ ਸਮਾਂ ਰੱਖਿਆ ਗਿਆ ਉਹਦੀ ਪਾਲਣਾ ਜ਼ਰੂਰ ਕਰਨ, ਜੇਕਰ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਰੱਖਣਾ। ਹੁਣ ਵੀ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ ਤੁਸੀਂ ਹੁਣੇ ਚਰਚਾ ਕੀਤੀ ਆ 6 ਲੱਖ ਤੋਂ ਉੱਪਰ ਜਿਹੜੇ ਮਜ਼ਦੂਰ ਨੇ, 6,40,000 ਹਾਂ 6 ਲੱਖ ਤੋਂ ਉੱਪਰ, ਮੈਂ ਉਹ ਤਾਂ ਕਿ ਮੈਨੂੰ ਸਹੀ ਫਿਗਰ ਨਹੀਂ ਸੀ ਪਤਾ। 6,40,000 ਮਜ਼ਦੂਰ ਜੇ ਜਾ ਰਹੇ ਨੇ, 4 ਲੱਖ ਤੋਂ ਉੱਪਰ ਜਿਹੜੇ ਨੇ ਉਹ ਇਕੱਲੇ ਲੁਧਿਆਣਾ ਤੋਂ ਨੇ, ਹਨਾ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਲੱਖਾਂ ਜਾ ਵੀ ਚੁੱਕੇ ਨੇ। ਬਿਲਕੁਲ, ਜਦੋਂ ਇੰਨੇ ਮਜ਼ਦੂਰ ਜਾ ਰਹੇ ਨੇ ਇਹ ਤਾਂ ਸ਼ੋਰ ਹੈ ਕਿ ਇਹਨਾਂ ਨੇ 15-20 ਦਿਨ ਇੱਕ ਮਹੀਨੇ ਵਿੱਚ ਵਾਪਸ ਨਹੀਂ ਜੇ ਆਉਣਾ। ਜੇ ਲਾਕਡਾਊਨ ਖੁੱਲ ਵੀ ਜਾਂਦਾ, ਸਭ ਕੁਝ ਖੁੱਲ ਵੀ ਜਾਂਦਾ, ਇਹਨਾਂ ਨੇ 15-20 ਦਿਨ ਮਹੀਨੇ ਵਿੱਚ ਵਾਪਸ ਨਹੀਂ ਆਉਣਾ ਜੀ। ਕਿੱਡਾ ਵੱਡਾ ਸੰਕਟ ਜਿਹੜਾ ਆ ਆਉਣ ਵਾਲੇ ਟਾਈਮ ਦੇ ਵਿੱਚ ਲੇਬਰ ਦਾ ਆਉਣ ਵਾਲਾ ਆ। ਇੱਕ ਨਜ਼ਰ ਇੱਧਰ ਵੀ ਸਾਡੀ ਮਾਰਨੀ ਬਣਦੀ ਆ। ਫਿਰ ਇਦਾਂ ਹੀ ਹੋ ਸਕਦਾ ਕਿ ਜਿਨ੍ਹਾਂ ਨੇ ਕੰਮ ਥੋੜੇ ਚਿਰ ਦੇ ਛੱਡੇ ਸੀ ਉਹ ਆਪਣੇ ਆਪ ਕੰਮ ਕਰਦੇ ਜਿਹੜੇ ਸ਼ੁਰੂ ਕਰਦੇ ਉਹ ਤਾਂ ਜਿਹੜੇ ਕਰਨਗੇ, ਲੇਕਿਨ ਜਿਹੜੀ ਪੰਜਾਬੀ ਲੇਬਰ ਆ ਉਹਨੂੰ ਤਕੜੀ ਹੋ ਕੇ ਇਸ ਚੀਜ਼ ਨੂੰ ਹੁਣ ਮੌਕਾ ਆ ਕਿ ਉਹ ਕਿ ਆ ਕੇ ਬਹੁਤ ਵੱਡਾ ਯੋਗਦਾਨ ਹੈਗਾ ਸਾਡੇ ਹਰੇਕ ਕੰਮ ਦੇ ਵਿੱਚ। ਕਰ ਸਕਦੇ ਆ, ਮਜ਼ਬੂਤ ਨੇ ਪੰਜਾਬੀ ਲੋਕ, ਸਭ ਕੁਝ ਠੀਕ ਆ, ਲੇਕਿਨ ਕੰਮ ਕਰਨ ਦੀ ਆਦਤ ਨਹੀਂ ਰਹੀ। ਜ਼ਿਆਦਾਤਰ ਮਜ਼ਦੂਰ ਜ਼ਰੂਰੀ ਨਹੀਂ ਕਿ ਸਾਰੇ ਵਾਪਸ ਜਾ ਰਹੇ ਆ, ਮਤਲਬ ਉਹਨਾਂ ਤੋਂ ਕਹਿ ਲਓ ਕਿ ਅੱਧੇ ਜਿਹੜੇ ਆ ਉਹ ਇੱਥੇ ਹੈਗੇ ਆ, ਫੈਮਿਲੀ ਇੱਥੇ ਹੀ ਆ। ਹੁਣ ਨਹੀਂ ਉਹਦੇ ਵਿੱਚ ਇਹ ਆ ਕਿ ਜੇ ਇੰਨੇ ਲੱਖ ਜਾ ਰਹੇ ਨੇ ਉਹਨੇ ਲੱਖ ਲੇਬਰ ਦੀ ਘਾਟ ਤਾਂ ਆਉਣੀ ਆ ਨਾ, ਆਉਣੀ ਆ ਜੀ। ਉਹ ਸਰਪਲਸ ਨਹੀਂ ਸੀਗੇ, ਉਹ ਤਾਂ ਰੋਜ਼ ਕੰਮ ਕਰਨ ਵਾਲੇ ਆ ਨਾ। ਉੱਥੇ ਕਿ ਇੱਕ ਬਿੱਲੇ ਬੈਠ ਕੇ ਖਾਂਦੇ ਆ, ਇੱਥੇ ਰਹੀ ਜਾ ਉੱਥੇ ਕੋਈ ਫਰਕ ਨਹੀਂ, ਉਹ ਰੋਜ਼ ਕੰਮ ਕਰਨ ਵਾਲੇ ਆ। ਔਰ ਜਿਹੜੇ ਆ ਲੇਬਰ ਜੌਬ ਜਾਂ ਫੈਕਟਰੀਆਂ ਦੀ ਜੌਬ ਜਾਂ ਹੋਰ ਇਦਾਂ ਦੀਆਂ ਜੌਬ ਜਿਹੜੀਆਂ ਉਹ ਕਰਨ ਵਾਲੇ ਨੇ, ਜੋ ਜਲਦੀ ਨਹੀਂ ਆਉਂਦੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੇਬਰ ਦੀ ਬਹੁਤ ਵੱਡੀ ਘਾਟ ਜਿਹੜੀ ਆ ਉਹ ਸਾਡੇ ਪੰਜਾਬੀਆਂ ਨੂੰ ਦੇਖਣੀ ਪਏਗੀ। ਸਰ ਇਹਨਾਂ ਮਜ਼ਦੂਰਾਂ ਤੋਂ ਇਲਾਵਾ, ਸ਼ਰਧਾਲੂਆਂ ਤੋਂ ਇਲਾਵਾ ਕਈ ਅਜਿਹੇ ਪੰਜਾਬੀ ਵੀ 11,000 ਦੇ ਨੇੜੇ ਜਿਹੜੇ ਪੰਜਾਬੀ ਆ ਜਿਹੜੇ ਹੋਰ ਸੂਬਿਆਂ ਦੇ ਵਿੱਚ ਫਸੇ ਹੋਏ ਨੇ। ਜਿਵੇਂ ਕੋਈ ਆਪਣੇ ਰਿਸ਼ਤੇਦਾਰ ਦੇ ਗਿਆ ਹੋਇਆ ਸੀ ਜਾਂ ਕੋਈ ਵਿਆਹ ਸ਼ਾਦੀ ਤੇ ਗਿਆ ਹੋਇਆ ਸੀ, ਉਹ ਫਸਿਆ ਹੋਇਆ ਵਾਪਸ ਨਹੀਂ ਆ ਸਕਦਾ। ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਕਿ ਸਾਨੂੰ ਵੀ ਕਿਸੇ ਤਰੀਕੇ ਵਾਪਸ ਲੈ ਕੇ ਆ ਜਾ ਸਕੇ। ਤੇ ਪੰਜਾਬ ਦੇ ਜਿਹੜੇ ਪੰਜਾਬੀ ਇੱਧਰ ਉੱਧਰ ਘੁੰਮ ਰਹੇ ਸੀਗੇ ਜਾਂ ਗਏ ਹੋਏ ਸੀ, ਉਹਨਾਂ ਨੇ ਜਿੱਥੇ ਗੁਹਾਰ ਲਗਾਈ ਹੈ ਉੱਥੇ ਹੀ ਵਿਦੇਸ਼ਾਂ ਤੋਂ ਜਿਹੜੇ 2122 ਅਜਿਹੇ ਪੰਜਾਬੀ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੇ। ਉਹਨਾਂ ਨੇ ਵੀ ਕਿਹਾ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਪੰਜਾਬ ਕਿ ਮੈਨੂੰ ਬਹੁਤ ਜ਼ਿਆਦਾ ਨਿਕਲਣੇ ਜੀ। ਅਗਰ ਆਪਾਂ ਕੈਨੇਡਾ, ਅਮਰੀਕਾ, ਇੰਗਲੈਂਡ ਦੀ ਸਾਰੇ ਦੀ ਗੱਲ ਕਰਾਂਗੇ ਹੁਣ ਇਹ ਮੌਕਾ ਸੀ ਕਿ ਇੰਡੀਅਨ ਗਵਰਨਮੈਂਟ ਉਹਨਾਂ ਨਾਲ ਸਹੀ ਟਾਈ ਅਪ ਕਰਦੀ ਤੇ ਅੱਜ ਦੀ ਤਰੀਕ ਤੇ ਜਦੋਂ ਸੀ ਪਿੱਛੇ ਜੀ ਹੁਣ ਗਾਹਾਂ ਹੋਰ ਵੀ ਫਲਾਈਟਾਂ ਚੱਲਣੀਆਂ ਨੇ, ਉਹ ਫਲਾਈਟਾਂ ਤੋਂ ਖਾਲੀ ਆ ਰਹੀਆਂ, ਇੱਥੋਂ ਭਰੀਆਂ ਜਾ ਰਹੀਆਂ। ਤੇ ਜੇ ਇੰਡੀਅਨ ਗਵਰਨਮੈਂਟ ਉਦੋਂ ਉਹਨਾਂ ਨਾਲ ਟਾਈ ਅਪ ਕਰ ਲੈਂਦੀ ਤਾਂ ਉਸੇ ਫਲਾਈਟ ਦੇ ਵਿੱਚ ਜਿਹੜੀਆਂ ਖਾਲੀ ਆ ਰਹੀਆਂ ਉੱਥੋਂ ਪੰਜਾਬੀ ਕਹਤਾ ਇੰਡੀਅਨ
ਸਾਡੇ ਜਿਹੜੇ ਭਾਰਤੀ ਉੱਥੇ ਜਿੰਨੇ ਵੀ ਫਸੇ ਹੋਏ ਨੇ, ਅਗਰ ਉਹ ਭਾਰਤੀ ਇੱਥੇ ਆ ਜਾਂਦੇ ਤਾਂ ਇੱਥੋਂ ਉਹ ਆਪਣੇ ਨਾਗਰਿਕਾਂ ਨੂੰ ਲੈ ਜਾਂਦੇ ਤਾਂ ਉਹਦੇ ਨਾਲ ਕਿਵੇਂ ਲੱਗਦਾ ਵੀ ਬਹੁਤ ਜ਼ਿਆਦਾ ਖਰਚਾ ਜਿਹੜਾ ਆ ਉਹ ਬਚ ਸਕਦਾ ਸੀ ਜੀ। ਤੇ ਸਰ ਉਸੇ ਹੀ ਤਰ੍ਹਾਂ ਜਿਵੇਂ ਅਸੀਂ ਸਾਰੇ ਜਾਣਦੇ ਕਿ ਇਟਲੀ ਦੇ ਵਿੱਚ ਬੜਾ ਕਹ ਲਓ ਮੌਤਾਂ ਦਾ ਵੱਡਾ ਅੰਕੜਾ ਸੀਗਾ ਜਿਹੜਾ ਇਸ ਕਰੋਨਾ ਪੀੜਤ ਬਿਮਾਰੀ ਦੇ ਨਾਲ ਜਿਹੜੇ ਮਰੀਜ਼ ਮਤਲਬ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਇੱਕ ਹਿਸਾਬ ਦੀਆਂ। ਤੇ ਉੱਥੇ ਜਿਹੜੀ ਲੋਕਡਾਊਨ ਖਤਮ ਹੋ ਚੁੱਕਾ, ਹੁਣ ਜਿਹੜੇ 44 ਲੱਖ ਦੇ ਕਰੀਬ ਜਿਹੜੇ ਮਤਲਬ ਕੰਮ ਕਰਨ ਵਾਲੇ ਆ ਉਹ ਕੰਮਾਂ ਤੇ ਪਹੁੰਚ ਗਏ ਨੇ ਤੇ ਨਾਲ ਦੀ ਨਾਲ 62% ਲੋਕ ਅਜਿਹੇ ਵੀ ਨੇ ਜਿਹੜੇ ਸਿੱਧੇ ਡਾਕਟਰਾਂ ਦੇ ਕੋਲ ਗਏ ਨੇ, ਜਿਹੜੇ ਕਿ ਲੋਕਡਾਊਨ ਦੇ ਕਾਰਨ ਮਾਨਸਿਕ ਤੌਰ ਤੇ ਬਿਮਾਰ ਹੋ ਗਏ। ਹਾਂ, ਇਹ ਵੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵਰਗਿਆਂ ਦੇ ਵਿੱਚ ਕਈ ਪ੍ਰੋਬਲਮਸ ਆਉਣੀਆਂ। ਇੱਕ ਫਰਕ ਆ ਜਾਂਦਾ ਮਨਪ੍ਰੀਤ ਇੱਥੇ ਕਿ ਇਹ ਕੁਝ ਕੰਟਰੀਆਂ ਇਦਾਂ ਦੀਆਂ ਨੇ ਕਿ ਜੇ ਪ੍ਰਸ਼ਾਸਨ ਨੇ ਜਾਂ ਉੱਥੇ ਜਿਹੜੀ ਸਰਕਾਰ ਆ ਉਹਨੇ ਕਹਿਤਾ ਇਦਾਂ ਕਰੋ ਤਾਂ ਕਰੋ, ਉਹਨੂੰ ਪਰ ਸਰਕਾਰ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੁੰਦੀ, ਲੋਕ ਆਪਣੇ ਆਪ ਜਿਹੜੀਆਂ ਪਾਬੰਦੀਆਂ ਦਾ ਪਾਲਣ ਕਰਦੇ ਨੇ। ਤੇ ਜਿਹੜਾ ਸਾਡਾ ਦੇਸ਼ ਆ ਇੱਥੇ ਅਸੀਂ ਲੋਕ ਆ ਖੁਦ ਅਸੀਂ ਵੀ ਕਿ ਜੇ ਸਰਕਾਰ ਨੇ ਕੋਈ ਪਾਬੰਦੀ ਲਾਈ ਹੈ ਤਾਂ ਅਸੀਂ ਚੈੱਕ ਕਰਨਾ, ਤੋੜ ਕੇ ਦੇਖੀਏ ਕੀ ਹੁੰਦਾ। ਜੇ ਉਹਨਾਂ ਨੇ ਕਿਹਾ ਅੰਦਰ ਹੋ ਗਿਆ ਜਾਂ ਬਾਹਰ ਜਾ ਕੇ ਦੇਖੀਏ ਕਿ ਲੋਕੀ ਹੋਰ ਤਾਂ ਨਹੀਂ ਕੋਈ ਘੁੰਮਦੇ, ਇੱਕ ਦੂਜੇ ਨੂੰ ਦੇਖਣੇ ਬਾਹਰ ਤੁਰੇ ਬਾਹਰ ਹੀ ਜਾ ਕੇ ਆਪਾਂ ਖੇਡਾਂ ਖੇਡੀ ਜਾਂਦੇ ਆ, ਹੋਰ ਸਭ ਕੁਝ ਕਰੀ ਜਾਂਦੇ ਆ। ਉੱਥੇ ਲੋਕ ਜੇ ਅੰਦਰ ਨੇ ਤਾਂ ਅੰਦਰ ਨੇ। ਉੱਥੇ ਜੇ ਆਪਾਂ ਗੱਲ ਕਰਦੇ ਆ ਕਿ ਜਦੋਂ ਬਾਰਿਸ਼ ਨਹੀਂ ਹੁੰਦੀ, ਮੈਂ ਬਹੁਤ ਵਾਰੀ ਕੰਟਰੀਆਂ ਅਲੱਗ-ਅਲੱਗ ਦੇ ਵਿੱਚ ਘੁੰਮਿਆ, ਮੈਂ ਦੇਖਿਆ ਉੱਥੇ ਜਾ ਕੇ ਉਹ ਕਹਿੰਦੇ ਕਿ ਜਦੋਂ ਬਾਰਿਸ਼ ਨਹੀਂ ਹੁੰਦੀ, ਜੇ ਥੋੜੇ ਦਿਨ ਧੁੱਪ ਜ਼ਿਆਦਾ ਪੈ ਜਾਵੇ ਤਾਂ ਇਹ ਸਾਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਬਗੀਚੇ ਨੂੰ ਜਾਂ ਕਿਸੇ ਚੀਜ਼ ਨੂੰ ਪਾਣੀ ਨਹੀਂ ਲਾਉਣਾ ਜਾਂ ਆਪਣੀ ਗੱਡੀ ਨੂੰ ਨਹੀਂ ਧੋਣਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਘਾਹ ਸੁੱਕ ਰਿਹਾ ਆ ਤੇ ਤੁਸੀਂ ਇੱਥੇ ਪਾਣੀ ਲਾਓ, ਕਹਿੰਦੇ ਨਹੀਂ ਸਰਕਾਰ ਨੇ ਮਨਾ ਕੀਤਾ। ਮੈਂ ਕਿਹਾ ਤੁਹਾਡੇ ਬਗਲ ਹੋਇਆ ਆ, ਤੁਹਾਡੇ ਕਿਹੜਾ ਕਿਸੇ ਨੇ ਦੇਖਣਾ? ਕਹਿੰਦੇ ਨੋ, ਸਰਕਾਰ ਨੇ ਮਨਾ ਕੀਤਾ ਮਤਲਬ ਮਨਾ ਕੀਤਾ, ਸਾਨੂੰ ਉਹਨਾਂ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਹੀ ਉੱਤੇ ਨਹੀਂ ਚੱਲਣਾ। ਆਪਾਂ ਇੱਥੇ ਆਪਾਂ ਸਪੈਸ਼ਲ ਜ਼ਿਆਦਾ ਲਾਉਣਾ ਜੇ ਸਾਡੇ ਸਵਰਸੀ ਵੱਲ ਲੱਗਾ ਹੈ ਨਾ, ਸਵਰਸੀ ਵੱਲ ਲੱਗਾ ਸਾਡੇ ਕਹਿਣਾ ਇਹ ਦੱਸੀਏ ਵੀ ਅਸੀਂ ਪਾਣੀ ਲਾ ਸਕਦੇ ਆ, ਇਹੀ ਚੀਜ਼ ਹੈ ਜੀ। ਤੇ ਉੱਥੇ ਜਿਹੜਾ ਇਟਲੀ ਸਰਕਾਰ ਨੇ ਜਿਹੜੇ ਉੱਥੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਆਪਣੇ ਪੰਜਾਬੀ ਜਿਹੜੇ ਹੈਗੇ ਨੇ ਜਾਂ ਫਿਰ ਹੋਰ ਕਿਸੇ ਵੀ ਕੰਟਰੀ ਤੋਂ ਜਿਹੜੇ ਪੱਕੇ ਨਹੀਂ ਹੈਗੇ, ਉਹਨਾਂ ਕੋਲ ਪੇਪਰ ਨਹੀਂ ਹੈਗੇ, ਉਹਨਾਂ ਤੇ ਵੀ ਪਹਿਲ ਦੇ ਆਧਾਰ ਤੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਕਿਸੇ ਤਰੀਕੇ ਪੱਕੇ ਕਰ ਦਿੱਤਾ ਜਾਵੇ। ਜਿਹੜੇ ਉੱਥੇ ਦੀ ਖੇਤੀਬਾੜੀ ਮੰਤਰੀ ਹੈਗੇ ਆ, ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਇੱਥੇ ਦੇ ਕਾਮੇ ਸੀਗੇ ਉਹ ਵਾਇਰਸ ਕਾਰਨ ਹਰੇਕ ਮਤਲਬ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਫਸੇ ਹੋਏ ਨੇ, ਸਾਡੇ ਕੋਲ ਬਹੁਤ ਜ਼ਿਆਦਾ ਜਿਹੜੀ ਸ਼ੋਰਟੇਜ ਹੈਗੀ ਆ ਨਾ ਮਜ਼ਦੂਰਾਂ ਦੀ। ਸੋ ਇਸ ਕਰਕੇ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਪੰਜਾਬੀ ਨੇ ਜਾਂ ਫਿਰ ਕੋਈ ਹੋਰ ਨੇ ਜਿਹਨਾਂ ਦੇ ਕੋਲ ਪੇਪਰ ਨਹੀਂ ਹੈ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਿਆ ਜਿਹੜਾ ਉਹ ਕੀਤਾ ਜਾਵੇ। ਹਾਂ ਬਿਲਕੁਲ। ਤੇ ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਇੰਨੇ ਦੁੱਖ ਦੀ ਘੜੀ ਵਿੱਚ ਉਹ ਛੱਡ ਕੇ ਭੱਜੇ ਨਹੀਂ, ਇਟਲੀ ਵਾਲਿਆਂ ਨਾਲ ਜੁੜੇ ਹੋਏ ਆ, ਉਹਨਾਂ ਨੇ ਵੀ ਇਹੀ ਕਿਹਾ, ਉਹ ਤਾਂ ਕਰਕੇ ਵੀ ਉਹਨਾਂ ਨੂੰ ਜਿਹੜੇ ਕਰ ਸਕਦੇ। ਸਾਡੇ ਨਾਲ ਕਾਲਰ ਜੁੜੇ ਨੇ। ਹੈਲੋ ਹਾਂਜੀ, ਕੌਣ ਬੋਲ ਰਿਹਾ ਜੀ? ਹਾਂਜੀ ਨਮਸਕਾਰ ਸਰ। ਨਮਸਕਾਰ ਜੀ। ਸਰ ਜਿੱਦਾਂ ਆਪਣਾ ਕੈਨੇਡਾ ਦਾ ਵਰਕ ਪਰਮਿਟ ਲੱਗਾ ਤੇ ਸਰ ਆਪਾਂ ਜਿੱਦਾਂ ਹੁਣ ਜਾ ਸਕਦੇ ਆ, ਕਦੋਂ ਜਾ ਸਕਦੇ, ਕਦੋਂ ਫਲਾਈਟਾਂ ਵਗੈਰਾ ਜਿੱਦਾਂ ਚੱਲ ਸਕਦੀਆਂ? ਹਜੇ ਇਹਦੇ ਬਾਰੇ ਕੁਝ ਵੀ ਗਵਰਨਮੈਂਟ ਕਿਸੇ ਨੇ ਵੀ ਜਿਹੜਾ ਆ ਉਹ ਨਹੀਂ ਖੋਲਿਆ ਹਜੇ। ਜਿਹੜਾ ਸੀ ਸਿਰਫ ਉਹਨਾਂ ਨੇ ਕੈਨੇਡਾ ਵਾਲਿਆਂ ਨੇ ਵੀ ਆਪਣੇ ਸਿਟੀਜ਼ਨ ਵਾਪਸ ਲੈ ਜਾਣ ਦੇ ਲਈ ਉਹਨਾਂ ਨੇ ਫਲਾਈਟਾਂ ਜਿਹੜੀਆਂ ਚਲਾਈਆਂ ਸੀ, ਲੇਕਿਨ ਹਾਂ ਉਹਨਾਂ ਨੇ ਇਹ ਜ਼ਰੂਰ ਕਹਿਤਾ ਸੀ ਕਿ ਅਗਰ ਕਿਸੇ ਸਟੂਡੈਂਟ ਦਾ ਜਾਂ ਵਰਕ ਪਰਮਿਟ ਵਾਲੇ ਦਾ ਕੋਈ ਵੀਜ਼ਾ ਹੈ ਜਾਂ ਵਰਕ ਵੀਜ਼ੇ ਵਾਲਾ ਉੱਥੇ ਹੈਗਾ, ਉਹ ਆਪਣੇ ਤੌਰ ਦੇ ਉੱਤੇ ਸਾਡੇ ਕੋਲ ਇੱਥੇ ਆ ਸਕਦਾ। ਲੇਕਿਨ ਜਦ ਤੱਕ ਇੰਡੀਆ ਤੋਂ ਫਲਾਈਟਾਂ ਨਹੀਂ ਸ਼ੁਰੂ ਹੋਣੀਆਂ ਤੁਸੀਂ ਨਹੀਂ ਜਾ ਸਕਦੇ, ਕਿਉਂਕਿ ਅੱਜ ਦੀ ਤਰੀਕ ਤਾਂ ਇੰਡੀਆ ਤੋਂ ਬਾਹਰ ਜਾਣ ਦੇ ਲਈ ਤੁਹਾਨੂੰ ਕਿਸੇ ਪਾਸੇ ਦੀ ਕੋਈ ਫਲਾਈਟ ਨਹੀਂ ਮਿਲੇਗੀ ਨਾ, ਇਸ ਕਰਕੇ ਤੁਸੀਂ ਉਨੀ ਦੇਰ ਤੱਕ ਤੁਹਾਨੂੰ ਵੇਟ ਕਰਨੀ ਪਏਗੀ ਕਿ ਜਦ ਤੱਕ ਫਲਾਈਟਾਂ ਨਹੀਂ ਸ਼ੁਰੂ ਹੋਣੀਆਂ। ਓਕੇ ਸਰ, ਥੈਂਕ ਯੂ ਸਰ। ਹਾਂਜੀ ਧੰਨਵਾਦ ਜੀ ਕਾਲ ਕਰਨ ਲਈ। ਸਰ ਜਿੱਥੇ ਇਸ ਸਮੇਂ ਸਾਨੂੰ ਜਿਵੇਂ ਹੁਣ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਉਹਨਾਂ ਦਾ ਵਰਕ ਪਰਮਿਟ ਲੱਗਾ ਹੋਇਆ, ਉਹਨਾਂ ਨੇ ਜਾਣਾ ਸੀ, ਉਹਨਾਂ ਦੀ ਪੂਰੀ ਪਲੈਨਿੰਗ ਸੀ, ਮਤਲਬ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਰੁਕਣਾ ਪਿਆ ਹਨਾ। ਬਹੁਤ ਸਾਰੇ ਇਦਾਂ ਦੇ ਜਿਹੜੇ ਹੋਰ ਵੀ ਕੇਸ ਹੈਗੇ ਨੇ। ਜੇਕਰ ਅਸੀਂ ਇੱਥੇ ਪੰਜਾਬ ਦੀ ਗੱਲ ਕਰੀਏ, ਅਸੀਂ ਕੁਝ ਨਾ ਕੁਝ ਜਿਹੜਾ ਫਿਊਚਰ ਦੇ ਵਿੱਚ ਸੋਚ ਕੇ ਰੱਖਿਆ ਹੁੰਦਾ, ਸਾਰੇ ਦਾ ਕਹਿ ਲਓ ਕਿ ਟੋਟਲੀ ਇਹ ਨਹੀਂ ਕਿ ਇਹਦੇ 'ਚ ਇਦਾਂ ਨਹੀਂ ਪਰਮਾਤਮਾ ਨੇ ਕੀਤਾ ਹੈਗਾ ਕਿ ਜਿਹੜਾ ਵੱਡਾ ਹੈ ਉਹਦੇ ਕੰਮ ਚੱਲ ਰਿਹਾ ਤਾਂ ਛੋਟੇ ਦੇ ਬੰਦ ਆ, ਸਾਰੇ ਦੇ ਬੰਦ ਨਾਲ ਇੱਕੋ ਜਿਹਾ ਜਿਹੜਾ ਕਹਿ ਲਓ ਕਿ ਏਕਾ ਕੀਤਾ ਗਿਆ ਹੈ ਨਾ। ਤੇ ਮਤਲਬ ਸਾਰਿਆਂ ਦੇ ਬੰਦ ਨੇ, ਸਾਰਿਆਂ ਦੇ ਨੁਕਸਾਨ ਹੋ ਰਹੇ ਨੇ। ਤੇ ਇਸ ਨੁਕਸਾਨ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਨੇ ਇੱਕ ਗੁਹਾਰ ਲਾਈ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜੇ ਐਡੇ ਐਡੇ ਬਿੱਲ ਬਿਜਲੀ ਦੇ ਭੇਜੇ ਆ ਲੋਕਡਾਊਨ ਦੇ ਦੌਰਾਨ ਉਹ ਵਾਪਸ ਲੈ ਲਓ। ਮੇਰੇ ਤਾਂ ਪਤਾ ਤੇ ਹਾਂ, ਮੇਰਾ ਜਿਹੜਾ ਇੱਕ ਆਫਿਸ ਦਾ ਬਿੱਲ ਹੈ ਜੀ, ਮੇਰਾ 7-8 ਹਜ਼ਾਰ ਆਉਂਦਾ ਹੁੰਦਾ ਸੀ ਤੇ ਐਤਕੀ 20,000 ਰੁਪਇਆ ਆਇਆ। ਤੇ ਉਹ ਉਹਨਾਂ ਨੂੰ ਪੁੱਛਿਆ ਸੀ, ਮੈਂ ਕਹਿੰਦੇ ਵੀ ਐਵਰੇਜ ਅਸੀਂ ਅੰਦਾਜ਼ੇ ਦੇ ਨਾਲ ਭੇਜ ਦਿੱਤਾ ਤੇ ਜਦੋਂ ਬਾਅਦ ਜਾ ਕੇ ਰੀਡਿੰਗ ਲਾਵਾਂਗੇ ਜਦੋਂ ਦੇਖ ਲਾਂਗੇ ਜੀ ਘਾਟਾ ਵਾਧਾ ਫੇਰ ਕਰ ਲਾਂਗੇ। ਮਤਲਬ ਤੁਸੀਂ ਪੇ ਕਰ ਦਿਓ ਬਾਅਦ ਚ ਦੇਖਾਂਗੇ। ਹਾਂ ਪਹਿਲਾਂ ਪੇ ਕਰ ਦਿਓ। ਹਾਂਜੀ ਉਹੀ ਤਾਂ ਗੱਲ ਹੈ ਨਾ। ਪੇ ਤੇ ਹੁਣ ਜਿਹੜੇ ਬਿਜਲੀ ਦੇ ਬਿੱਲ ਆ ਉਹ ਵੀ ਇਸ ਸਮੇਂ ਕਈਆਂ ਪਰਿਵਾਰਾਂ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਕੰਮ ਕੋਈ ਨਹੀਂ ਹੈਗਾ, ਬਿੱਲ ਐਡੇ ਐਡੇ ਆ ਰਹੇ ਨੇ। ਅੱਗੇ ਜਿਹੜਾ ਗਰਮੀ ਹੋਰ ਵਧਣ ਦੇ ਨਾਲ ਇਹ ਬਿੱਲ ਹੋਰ ਤੇਜ਼ੀ ਦੇ ਨਾਲ ਆਉਣੇ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਹੈ ਨਾ। ਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਤਾਂ ਫਿਰ ਅਸੀਂ ਜਿਹੜਾ ਆਮ ਆਦਮੀ ਪਾਰਟੀ ਆ ਉਹ ਪ੍ਰਦਰਸ਼ਨ ਕਰਾਂਗੇ। ਅਸੀਂ ਬਿੱਲ ਕਿਸੇ ਨਾ ਕਿਸੇ ਤਰੀਕੇ ਵਾਪਸ ਜਿਹੜੇ ਕਰਾਉਣੇ ਆ,
ਜਿੱਥੇ ਤੁਸੀਂ ਹੋਰ ਕੰਟਰੀਆਂ ਦੇ ਵਿੱਚ ਸਹੂਲਤਾਂ ਮਿਲ ਰਹੀਆਂ ਨੇ, ਹੁਣ ਇੱਥੇ ਅਸੀਂ ਇੰਡੀਆ 'ਚ ਅਸੀਂ ਟੈਕਸ ਵੀ ਪੇ ਕਰਦੇ ਆ, ਰਾਸ਼ਨ ਦੇਣਾ ਉਹ ਜਨਤਾ ਕਰੇ, ਦੇਖਿਆ ਸੰਸਥਾ ਕਰੇ, ਕੋਈ ਹੋਰ ਹੈਲਪ ਦੀ ਲੋੜ ਹੈ ਉਹ ਅਸੀਂ ਇੱਕ ਦੂਸਰੇ ਦੀ ਮੋਹਰੇ ਹੋ ਕੇ ਕਰੀਏ, ਸਰਕਾਰ ਨੂੰ ਫੰਡ ਅਸੀਂ ਦੇਈਏ, ਤੇ ਸਾਡੇ ਲਈ ਕੌਣ ਖੜਾ? ਜੇ ਦੇਖਿਆ ਜਾਵੇ ਇੱਕ ਹੋਰ ਇੱਥੇ ਮਨਪ੍ਰੀਤ ਖਾਸ ਖਬਰ ਇਹ ਆਈ ਆ ਕਿ ਪਿਛਲੇ ਤਕਰੀਬਨ ਸਵਾ ਮਹੀਨੇ ਤੋਂ ਜਿਹੜਾ ਲਾਕਡਾਊਨ ਚੱਲ ਰਿਹਾ, ਲੋਕਾਂ ਦੀਆਂ ਗੱਡੀਆਂ ਖੜੀਆਂ ਸੀ, ਗੱਡੀਆਂ ਨਹੀਂ ਚਲਾ ਰਹੇ ਸੀ, ਕੁਝ ਨਹੀਂ ਸੀ ਹੋ ਰਿਹਾ, ਤੇ ਅੱਜ ਕਈ ਏਰੀਆ ਦੇ ਵਿੱਚ ਜਿਹੜਾ ਜਿੱਥੇ ਗ੍ਰੀਨ ਜ਼ੋਨ ਨੇ ਉੱਥੇ ਕਾਫੀ ਚੀਜ਼ਾਂ ਖੁੱਲ ਗਈਆਂ ਨੇ, ਤੇ ਜਿਹੜੇ ਔਰੰਜ ਨੇ ਉੱਥੇ ਵੀ ਖੁੱਲ ਗਈਆਂ ਨੇ, ਲੋਕ ਜਾਂ ਟਰੈਵਲ ਕਰ ਰਹੇ ਨੇ, ਆਪਣੇ ਘਰਾਂ ਨੂੰ ਜਾ ਰਹੇ ਨੇ, ਬਹੁਤ ਕੁਝ ਇਦਾਂ ਦਾ ਹੋਇਆ ਜਿੱਦਾਂ ਹੀ ਗੱਡੀਆਂ ਚੱਲਣੀਆਂ ਸ਼ੁਰੂ ਹੋਈਆਂ। ਤੇ ਜਿਹੜਾ ਪਿਛਲੇ 50 ਦਿਨ ਤੋਂ ਡੀਜ਼ਲ ਤੇ ਪੈਟਰੋਲ ਦੀ ਕੋਈ ਰੇਟ ਨਹੀਂ ਸੀ ਵਧਿਆ, ਅੱਜ ਜਿਹੜਾ ਆ ਅਲੱਗ-ਅਲੱਗ ਏਰੀਆ ਦੇ ਵਿੱਚ ਡੀਜ਼ਲ ਤੇ ਪੈਟਰੋਲ ਦਾ ਪੂਰੇ ਇੰਡੀਆ ਦੇ ਵਿੱਚ ਰੇਟ ਜਿਹੜਾ ਆ ਉਹ ਜੇ ਅੱਜ ਥੋੜਾ ਜਿਹਾ ਲਾਕਡਾਊਨ ਖੁੱਲ੍ਹਾ ਤੇ ਅੱਜ ਹੀ ਵਧ ਗਿਆ। ਉਹੀ ਨਾ, ਮਤਲਬ ਆਪੋ ਆਪਣਾ ਸੂਤ ਦੇਖਿਆ ਜਾ ਰਿਹਾ ਕਿ ਸਾਨੂੰ ਕਿੱਥੋਂ, ਜੋ ਕਿ ਤੇਲ ਦਾ ਭਾਅ ਜਿਹੜਾ ਕਿਹਾ ਜਾ ਰਿਹਾ ਸੀ ਪਾਣੀ ਦੀ ਬੋਤਲ ਨਾਲੋਂ ਜਿਹੜਾ ਆ ਉਹ ਸਸਤਾ ਹੋ ਚੁੱਕਾ ਹੈ। ਉਹੀ ਤਾਂ ਗੱਲ ਹੈਗੀ ਨਾ, ਜੇਕਰ ਅਸੀਂ ਆਪਣੀ ਆਮ ਜਨਤਾ ਦਾ ਨਹੀਂ ਸੋਚ ਸਕਦੇ ਤਾਂ ਫਿਰ ਸਾਨੂੰ ਸਰਕਾਰ ਦੀ ਸਿੱਧੇ ਵਾਰ ਕਹਿ ਸਕਦੇ ਵੀ ਲੋੜ ਵੀ ਕੋਈ ਨਹੀਂ, ਆਪਣਾ ਆਪ ਹੀ ਸੋਚਣਾ। ਬਿਲਕੁਲ ਬਿਲਕੁਲ। ਇੱਕ ਗੱਲ ਤੇ ਰਾਸ਼ਨ ਦੇ ਲਈ ਅਸੀਂ ਆਪਣਾ ਆਪ ਸੋਚੀਏ, ਬਿੱਲ ਕਿੱਥੋਂ ਪੇ ਕਰਨੇ ਅਸੀਂ ਸੋਚੀਏ, ਕਿਸ਼ਤਾਂ ਕਿੱਥੋਂ ਦੇਣੀਆਂ ਅਸੀਂ ਸੋਚੀਏ, ਆਪ ਕਰੀਏ, ਤਾਂ ਫਿਰ ਸਰਕਾਰ ਨੂੰ ਅਸੀਂ ਕੀ ਕਰਨਾ? ਲੇਬਲ ਦੀ ਸਰਕਾਰ ਹੈ ਸਾਡੇ ਕੋਲ, ਕਿਉਂਕਿ ਲੋੜਾਂ ਤਾਂ ਸਾਡੀਆਂ ਪੂਰੀਆਂ ਹੋ ਨਹੀਂ ਰਹੀਆਂ। ਜਦ ਰਾਸ਼ਨ ਦੀ ਲੋੜ ਨਹੀਂ ਪੂਰੀ ਹੋ ਸਕਦੀ ਤਾਂ ਅਸੀਂ ਵੱਡੀ ਮੰਗ ਕਿੱਥੋਂ ਰੱਖ ਸਕਦੇ ਹਾਂ? ਇਹ ਸਮੇਂ ਹੈਗਾ ਨਾ। ਤੇ ਸਰ ਜਿੱਥੇ ਪੰਜਾਬ ਸਰਕਾਰ ਦੇ ਅਸੀਂ ਗੱਲਬਾਤ ਕਰ ਰਹੇ ਹਾਂ, ਪੰਜਾਬ ਦੇ ਪੁਲਿਸ ਮੁਲਾਜ਼ਮਾਂ ਦੀ ਜੇਕਰ ਗੱਲ ਕਰੀਏ, ਬੜੀ ਕਹ ਲੋ ਕਿ ਤਨਦੇਹੀ ਦੇ ਨਾਲ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਕਿ ਯੋਧੇ ਦੀ ਤਰ੍ਹਾਂ ਉਹ ਕੰਮ ਕਰ ਰਹੇ ਨੇ ਦਿਨ ਰਾਤ। ਇੱਕ ਗਰਮੀ ਇੰਨੀ ਹੈ, ਅਸੀਂ ਘਰਾਂ ਦੇ ਵਿੱਚ ਬੰਦ ਵੀ, ਸਾਡੇ ਕੋਲ ਜਿਹੜੀ ਸ਼ਾਂਤੀ ਨਹੀਂ ਅੰਦਰ ਆ ਰਹੀ, ਅਸੀਂ ਜਾਂਦੇ ਬੱਚਿਆਂ ਨੂੰ ਕੁੱਟ ਰਹੇ ਆ ਜਾਂ ਆਪਸ 'ਚ ਅਸੀਂ ਲੜ ਰਹੇ ਆ, ਮਤਲਬ ਗੁੱਸਾ ਆ ਰਿਹਾ ਕਿਉਂਕਿ ਕੰਡੀਸ਼ਨ ਉਦਾਂ ਦੀ ਹੋਈ ਹੈ। ਉਹ ਆਪਣਾ ਜਿਹੜਾ ਮਨ ਪਰਚਾਵੇ ਦੇ ਲਈ ਇੱਕ ਥੋੜੀ ਜਿਹੀ ਉਹਨਾਂ ਤੋਂ ਵੀ ਜਿਹੜੀ ਗਲਤੀ ਹੋ ਗਈ ਹੈ, ਗਲਤੀ ਕਹਿ ਸਕਦੇ ਕਿਉਂਕਿ ਉਹਨਾਂ ਤੇ ਜਿਹੜਾ ਐਕਸ਼ਨ ਲਿਆ ਜਾਊਗਾ, ਤੇ ਇਹਨਾਂ ਨੂੰ ਥੋੜੀ ਜਿਹੀ ਰਿਲੈਕਸੇਸ਼ਨ ਦੇ ਲਈ ਜਿਹੜਾ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ ਮਤਲਬ ਇਕੱਠੇ ਹੋ ਕੇ, ਮਤਲਬ ਆਪਣਾ ਡਿਸਟੈਂਸ ਦਾ ਜਿਹੜਾ ਖਿਆਲ ਰੱਖਣਾ, ਤੁਸੀਂ ਕੁਝ ਵੀ ਕਰ ਸਕਦੇ। ਤੇ ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਭੰਗੜਾ ਵਗੈਰਾ ਪਾਇਆ, ਮੈਂ ਜਗ੍ਹਾ ਦਾ ਨਾਂ ਨਹੀਂ ਦੱਸੂਗੀ ਕਿਉਂਕਿ ਫਿਰ ਜ਼ਿਆਦਾ ਖਬਰ ਉਹ ਹੋ ਜਾਂਦੀ ਹੈ, ਕਹਿੰਦਾ ਜਾਣ ਕੇ ਗੱਲ ਕਰ ਰਹੇ, ਮੈਂ ਵੈਸੇ ਸਿਰਫ ਨੋਟਿਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ ਵੀ ਉੱਥੇ ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਭੰਗੜਾ ਪਾਇਆ, ਆਪਣੀ ਬੋਡੀ ਨੂੰ ਰਿਲੈਕਸ ਕੀਤਾ, ਪਰ ਨਾ ਮਾਸਕ ਪਾਇਆ ਸੀ, ਨਾ ਡਿਸਟੈਂਸ ਦਾ ਕੋਈ ਇਹਨਾਂ ਨੇ ਖਿਆਲ ਰੱਖਿਆ। ਇਹਦੇ 'ਚ ਇਦਾਂ ਹੈ ਕਿ ਜੇਕਰ ਡਿਊਟੀ ਦੌਰਾਨ ਕੋਈ ਵੀ ਅਜਿਹਾ ਇੱਕ ਪੀੜਤ ਮਤਲਬ ਮੁਲਾਜ਼ਮ ਜਿਹੜਾ ਬਹੁਤ ਜ਼ਿਆਦਾ ਹੋ ਰਹੇ ਨੇ, ਜੇ ਉਹ ਵਿੱਚ ਹੋਵੇ ਤਾਂ ਵੀ ਸਾਰੇ ਨਾਲ ਰਗੜ ਜਾਣਗੇ। ਮਨਪ੍ਰੀਤ ਇੱਥੇ ਦੇਖਣ ਵਾਲੀ ਚੀਜ਼ ਤੁਸੀਂ ਨੋਟ ਕਰੋ, ਇਹ ਆ ਗਈ ਆ ਕਿ ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਆ, ਗਲਤੀਆਂ ਪਹਿਲਾਂ ਵੀ ਹੁੰਦੀਆਂ ਸੀ, ਗਲਤੀਆਂ ਹੁਣ ਵੀ ਹੁੰਦੀਆਂ। ਗਲਤੀ ਦਾ ਪੰਗਾ ਉਦੋਂ ਪੈਂਦਾ ਕਿ ਜਦੋਂ ਸਪੋਜ਼ ਕਰੋ ਮੈਂ ਗਲਤੀ ਕੀਤੀ ਆ, ਹਨਾ, ਲੇਕਿਨ ਮੈਂ ਆਪਣੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਪੇਜ ਤੇ ਪਾ ਦਵਾਂ ਕਿ ਮੈਂ ਗਲਤੀ ਕਰਦਾ ਪਿਆ, ਹੁਸ਼ਿਆਰੀ ਇਹ ਮਾਰਾ ਕਿ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਮੇਰੀ ਚੱਲਦੀ ਆ, ਤੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਤੇ ਫਿਰ ਵੀ ਕਾਨੂੰਨ ਦਾ ਭਾਈ ਇੱਕੋ ਜਿਹਾ, ਸਾਰੇ ਠੋਕ ਦਿੱਤੇ ਜਾਂਦੇ ਆ, ਭਾਵੇਂ ਮੂਸੇ ਵਾਲਾ ਹੋਵੇ ਤੇ ਭਾਵੇਂ ਹੋਰ ਕੋਈ ਹੋਵੇ ਜਾਂ ਕਿੱਦਾਂ ਵੀ ਹੋਵੇ, ਜਿੱਥੇ ਜਿਹਨੇ ਗਲਤੀ ਕੀਤੀ ਆ ਉਹ ਉੱਥੇ ਜਿਹੜਾ ਜੇ ਉਹਨਾਂ ਨੇ ਮੂਸੇ ਵਾਲਾ ਉਹਨਾਂ ਨੇ ਵੀਡੀਓ ਨਾ ਬਣਾਈ ਹੁੰਦੀ ਹਨਾ, ਜਾਂ ਆਪਣੀ ਪੰਜਾਬੀ 'ਚ ਕਹਾਂ ਤਾਂ ਫੁਕਰੀ ਨਾ ਮਾਰੀ ਹੁੰਦੀ, ਤੇ ਅੱਜ ਉਹ ਕੁਛ ਵੀ ਨਹੀਂ ਹੋਣਾ ਕਿ ਨਾਰਮਲ ਉਹਨਾਂ ਨੇ ਫਾਇਰਿੰਗ ਕੀਤੀ, ਉਹਨਾਂ ਨੇ ਆਪਣੇ ਅਫਸਰਾਂ ਨਾਲ ਉਹ ਵਾਕਫੀ ਸੀ, ਗੋਲੀ ਚਲਾਉਣੀ ਸਿੱਖੀ, ਆਪਣਾ ਸ਼ੌਕ ਪੂਰਾ ਕੀਤਾ, ਚੱਲ ਗਿਆ। ਲੇਕਿਨ ਜਿਹੜੀ ਉਹਨਾਂ ਨੇ ਵੀਡੀਓ ਬਣਾ ਕੇ ਆਪਣੇ ਪੋਸਟ ਕੀਤੀ ਆ, ਉਹਦੇ ਨਾਲ ਉਹ ਖੁਦ ਜਿਹੜੇ ਆ ਕਾਨੂੰਨੀ ਪੰਗੇ ਦੇ ਵਿੱਚ ਪੈ ਗਏ। ਕਿਉਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਨੂੰ ਇਹ ਸੀ ਕਿ ਸਟਾਰ ਬੰਦਾ ਜੀ ਅਸੀਂ ਇਹਦੇ ਨਾਲ ਆ, ਉਹਨਾਂ ਨੇ ਆਪਣੇ ਵੱਲੋਂ ਫੁਕਰੀ ਮਾਰ ਦਿੱਤੀ, ਉਹ ਆਪਣੀ ਫੁਕਰੀ ਮਾਰੀ ਵੀਡੀਓ ਪਾ ਕੇ ਨਾਲ ਉਹਨਾਂ ਨੂੰ ਵੀ ਹੁਣ ਕਹਿ ਲੋ ਕਿ ਸਸਪੈਂਡ ਕਰਵਾ ਦਿੱਤਾ। ਹੁਣ ਉਹ ਘਰ ਬੈਠਣਗੇ, ਸਟਾਰ ਦੇ ਤਾਂ ਚਲੋ ਕੇਸ ਚੱਲ ਰਿਹਾ, ਉਹਨੇ ਤਾਂ ਆਪਣਾ ਸ਼ੋਅ ਕੋਈ ਨਾ ਕੋਈ ਲਾਈ ਲੈਣਾ। ਹਾਂ, ਤੇ ਤੁਸੀਂ ਹੁਣ ਜਿਹੜੀ ਰਿਪੋਰਟ ਦੱਸ ਦਿਓ ਜੀ, ਟਾਈਮ ਬਾਅਦ ਥੋੜਾ ਰਹਿ ਗਿਆ। ਤੇ ਸਰ ਜੇਕਰ ਅਸੀਂ ਕੋਵਿਡ-19 ਦੇ ਬਾਰੇ ਵਿੱਚ ਭਾਰਤ ਦੀ ਜੇਕਰ ਰਿਪੋਰਟ ਦੀ ਗੱਲ ਕਰੀਏ ਤਾਂ 46,433 ਦਾ ਜਿਹੜਾ ਸੀ ਆંકੜਾ ਉਹ ਪਾਰ ਕਰ ਲਿਆ, ਮਤਲਬ 36 ਤੋਂ ਅਸੀਂ 46 ਦੇ ਵਿੱਚ 1-2 ਦਿਨ ਦੇ ਵਿੱਚ ਆ 36 46 ਜਾ ਗਿਆ। ਲੇਕਿਨ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਪਹਿਲਾਂ ਜਿਹੜੀ ਹੈ ਗਿਣਤੀ ਆ 3 ਦਿਨਾਂ 'ਚ ਡਬਲ ਹੁੰਦੀ ਸੀ, ਹੁਣ 12-16 ਦਿਨਾਂ 'ਚ ਕਿੰਨੇ ਦਿਨਾਂ ਵਿੱਚ ਜਿਹੜੀ ਆ ਡਬਲ ਹੋ ਰਹੀ ਆ, ਉਹ ਰੇਸ਼ੋ ਘਟ ਰਹੀ ਆ, ਤੇ ਠੀਕ ਹੋਣ ਵਾਲਿਆਂ ਦੀ ਰੇਸ਼ੋ ਜਿਹੜੀ ਆ ਉਹ ਵੱਧ ਰਹੀ ਆ। ਹਾਂ, ਤੇ ਉੱਥੇ ਹੀ ਜਿਹੜਾ ਪੂਰੇ ਭਾਰਤ ਦੇ ਵਿੱਚ 1568 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ, 12,726 ਜਿਹੜੇ ਮਰੀਜ਼ ਆ ਉਹ ਠੀਕ ਹੋ ਗਏ ਨੇ, ਮਤਲਬ 46,000 ਦੇ ਵਿੱਚੋਂ ਜਿਹੜੇ 12,726 ਉਹ ਠੀਕ ਹੋ ਗਏ ਨੇ। 32,138 ਮਰੀਜ਼ਾਂ ਦਾ ਜਿਹੜਾ ਹੁਣ ਇਲਾਜ ਚੱਲ ਰਿਹਾ, ਤੇ 111 ਮਰੀਜ਼ ਜਿਹੜੇ ਵਿਦੇਸ਼ੀ ਆ ਉਹ ਉਹਨਾਂ ਦਾ ਵੀ ਇਲਾਜ ਚੱਲ ਰਿਹਾ, ਤੇ ਇੱਕ ਵਿਦੇਸ਼ੀ ਠੀਕ ਹੋ ਕੇ ਵਾਪਸ ਜਿਹੜਾ ਚਲਾ ਗਿਆ। ਤੇ ਉੱਥੇ ਜੇਕਰ ਅਸੀਂ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ ਅਸੀਂ ਜਿਹੜਾ ਇਹ ਆંકੜਾ ਆ ਉਹ 35,29,408 ਤੋਂ ਜਿਹੜਾ ਪਾਰ ਕਰ ਲਿਆ ਪੀੜਤ ਮਰੀਜ਼ਾਂ ਦਾ, ਤੇ 2,48,000 ਜਿਹੜੀਆਂ 25 ਹੁਣ ਤੱਕ ਉਹ ਮੌਤਾਂ ਹੋ ਚੁੱਕੀਆਂ ਨੇ, ਤੇ ਆંકੜਾ ਇਹ ਤੋਂ ਵੱਧ ਹੋ ਚੁੱਕਿਆ ਸਾਡੇ ਕੋਲ ਜਿਹੜੀ ਕਰੰਟ ਰਿਪੋਰਟ, ਕਿਉਂਕਿ ਪ੍ਰੋਗਰਾਮ ਕਰਦੇ ਸਮੇਂ ਕਈ ਬਹੁਤ ਕੁਝ ਹੋ ਜਾਂਦਾ। ਸੋ ਇਹੀ ਆ
ਕਿ ਜੇਕਰ ਸਾਨੂੰ ਖੁੱਲ੍ਹ ਮਿਲੀ ਆ ਅਸੀਂ ਸਹੀ ਤਰੀਕੇ ਨਾਲ ਉਹਦੀ ਪਾਲਣਾ ਕਰੀਏ, ਜਿਹੜਾ ਇਹ ਕੰਟਰੋਲ ਅਸੀਂ ਆਪਣੇ ਆਪ ਹੀ ਕਰ ਸਕਦੇ ਹਾਂ। ਕਿਤੇ ਇਹ ਨਾ ਹੋਵੇ ਕਿ ਆਪਾਂ ਆਪਣੀ ਗਲਤੀ ਦੇ ਨਾਲ ਦੁਬਾਰਾ ਲੋਕਡਾਊਨ ਲਗਵਾ ਲਈਏ ਤੇ ਆਪਾਂ ਫਿਰ ਅੰਦਰ ਜਿਹੜੇ ਕੈਦ ਹੋ ਕੇ ਬਹਿ ਜਾਈਏ। ਇਹਨੂੰ ਚੰਗੀ ਗੱਲ ਮਿਲੀ ਆ ਕਿ ਜਿੰਨਾ ਕਿ ਆਪਾਂ ਨੂੰ ਟਾਈਮ ਦਿੱਤਾ ਗਵਰਨਮੈਂਟ ਨੇ ਉਹਨੇ ਦੇ ਵਿੱਚ ਆਪਾਂ ਪ੍ਰੋਪਰ ਨਿਯਮਾਂ ਦੀ ਪਾਲਣਾ ਕਰਦੇ ਹੋ, ਸਿਸਟਮ ਦੇ ਨਾਲ ਚੱਲ ਲਈਏ ਤੇ ਮੈਨੂੰ ਲੱਗਦਾ ਕਿ ਪ੍ਰੋਪਰ ਚੱਲਦਾ ਰਹੇਗਾ। ਉਹ ਦਿਨ ਦੂਰ ਨਹੀਂ ਜਦੋਂ ਕੋਵਿਡ-19 ਦੇ ਕੇਸ ਜਿਹੜੇ ਘਟਣੇ ਸ਼ੁਰੂ ਹੋ ਜਾਣਗੇ, ਤੰਦਰੁਸਤ ਬੰਦੇ ਵਧਣੇ ਸ਼ੁਰੂ ਹੋ ਜਾਣਗੇ ਤਾਂ ਇਹ ਜਿਹੜਾ ਲੋਕਡਾਊਨ ਆ ਸਦਾ ਲਈ ਖੁੱਲ ਜਾਏਗਾ, ਸਾਡਾ ਇਹ ਤੋਂ ਖਹਿੜਾ ਛੁੱਟ ਜਾਏਗਾ। ਤੇ ਸਾਨੂੰ ਸਿਰਫ ਇੱਕ ਗੱਲ ਆਪਣੇ ਦਿਮਾਗ 'ਚ ਇਹ ਬਿਠਾਉਣੀ ਪੈਣੀ ਹੈ ਕਿ ਸਰਕਾਰ ਦਾ ਕੁਝ ਨਹੀਂ ਜਾਣਾ, ਕੇਸ ਵੱਧਦੇ ਤਾਂ ਵੀ ਸਾਡਾ ਨੁਕਸਾਨ ਹੈ ਤੇ ਜੇ ਅਸੀਂ ਘਰਾਂ 'ਚ ਰਵਾਂਗੇ ਤਾਂ ਸਾਡਾ ਫਾਇਦਾ ਹੈ। ਬਿਲਕੁਲ, ਕਿਉਂਕਿ ਜੇ ਵੱਧਦੇ ਆ ਸਾਨੂੰ ਲੋਕਡਾਊਨ ਦੇ ਵਿੱਚ ਢਿੱਲ ਨਹੀਂ ਮਿਲਣੀ, ਸਾਡੇ ਕੰਮਕਾਰ ਰੁਕੇ ਰਹਿਣੇ ਆ ਤੇ ਜੇਕਰ ਅਸੀਂ ਇਹਨਾਂ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣਾ ਕਰਦੇ ਆ ਤਾਂ ਇਹ ਕੰਟਰੋਲ ਦੇ ਵਿੱਚ ਹੋ ਜਾਣਾ, ਤਾਂ ਪਹਿਲਾਂ ਵਾਂਗੂ ਜਿਹੜਾ ਸਾਰਾ ਕੁਝ ਉਹ ਠੀਕ ਹੋ ਜਾਣਾ ਜੀ। ਤੇ ਹੁਣ ਤੱਕ ਦੇ ਲਈ ਦਿਓ ਇਜਾਜ਼ਤ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।